10 ਰੁਪਏ ਵਾਲੀ ਚੀਜ਼ 50 ਰੁਪਏ ਨੂੰ, 20 ਵਾਲੀ 100 ਨੂੰ, ਫੋਨ ਚਾਰਜਿੰਗ ਤੱਕ ਦੇ ਵੀ ਪੈਸੇ ਲੈ ਰਹੇ ਸੀ ਉਹ। ਕਿੰਨੇ ਪੈਸੇ? 50 ਤੋਂ 100 ਰੁਪਏ ਲੈ ਰਹੇ ਸੀ 50 ਪਰ ਪਰਸਨ। ਦੇਸ਼ ਹੀ ਕਹੂੰਗਾ ਮੈਂ ਹੁਣ, ਨਾ ਆਪਣਾ ਪੰਜਾਬ ਦੇਸ਼ ਹੀ ਹੈ ਆਪਣਾ, ਹੈ ਨਾ। ਫਿਰ ਪੰਜਾਬ ਦੇਸ਼ ਦੀ ਉੱਥੇ ਵਾਕਈ ਯਾਦ ਆਈ ਉਸ ਟਾਈਮ ਕਿ ਕੋਈ ਵੀ ਉੱਥੇ ਬੰਦਾ ਕੰਮ ਨਹੀਂ ਆਇਆ, ਕਿਸੇ ਬੰਦੇ ਨੇ ਇੱਕ ਲਾਈਕ ਆਨਾ ਤੱਕ ਨਹੀਂ, ਯਾਨੀ ਕਿ ਕਿਸੇ ਨੇ ਹੈਲਪ ਕੀਤੀ। ਪੋਰਟਰ ਨੇ ਸਾਨੂੰ ਡਿਮਾਂਡ ਕੀਤੀ ਸੀ ਪਰ ਪਰਸਨ, ਪਹਿਲਾਂ ਕਹਿੰਦਾ ਵੀ 5000 ਰੁਪਏ ਲਵਾਂਗਾ ਮੈਂ। ਕਿੰਨੇ ਕਿਲੋਮੀਟਰ ਦਾ? ਕਿਲੋਮੀਟਰ ਤੱਕ ਕਹਿ ਲਓ ਤੁਸੀਂ, ਹੈਗੇ ਸੀ ਅਰਾਊਂਡ 20 ਕਿਲੋਮੀਟਰ ਤੱਕ ਤਾਂ ਹੈਗਾ ਸੀ ਜਿਹੜੇ ਪੈਦਲ ਸੀ। भाई जी बाहर तो बहुत बाढ़ आ रखी है, ऐसे करके खत्म हो जाओगे आप, है ना, लॉक हो आप। तो डराई ना लाइक सानू ना कि फसे रहने, इत्थे रुके रहने ते अपना इंदा बिजनेस चल रहा है ना, तो है ना ऑब्वियस ही गल है। कोई उत्थे प्रशासन वालों कोई नहीं पुज्जा, उत्थे कोई हेल्प नहीं, कोई कुछ नहीं उत्थे। ਮੈਨੂੰ ਇਹ ਪੱਕਾ ਯਕੀਨ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਪੱਕਾ ਯਕੀਨ ਹੈ ਕਿ ਸਾਡੇ ਲੋਕ ਆਪ ਕਿਤੇ ਪਾਸੇ ਫਸੇ ਹੋਏ, ਸਾਡੇ ਪੰਜਾਬੀ, ਨਹੀਂ ਤਾਂ ਹੁਣ ਤੱਕ ਇੱਥੇ ਉਹਨਾਂ ਨੇ ਪਹੁੰਚ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਇੱਥੇ ਪੁੱਜ ਜਾਣਾ ਸੀ, ਕੁਛ ਨਾ ਕੁਛ, ਹੈ ਨਾ, ਰੈਸਕਿਊ ਕਰਨ ਜਾਂ ਮੈਨੂੰ ਲੱਭਣ। ਉਹ ਤਾਂ ਲਾਈਕ ਆਸ ਹੀ ਛੱਡੀ ਬੈਠੇ ਸੀ, ਹੈ ਨਾ। ਉਹ ਤਾਂ ਕਹਿੰਦਾ ਕਿ ਮੈਂ ਤਾਂ ਬਈ ਹਰ ਇੱਕ, ਜਿਵੇਂ ਥਾਣੇ 'ਚ ਜਾ ਕਿਤੇ ਪਾਸੇ ਵੀ, ਹੈ ਨਾ, ਹਰ ਇੱਕ ਪਾਸੇ ਵੀ ਜਿਹੜੀ ਕਿਤੇ ਵੀ ਡੈਡ ਬੋਡੀਜ਼ ਦੀ ਲਿਸਟ ਜਾਂ ਕੁਛ ਕਹਿੰਦਾ ਵੀ, ਹੈ ਨਾ, ਕਿ ਮੈਂ ਤਾਂ ਉਹ ਤੱਕ ਦੇਖ ਰਿਹਾ ਸੀ, ਹੈ ਨਾ, ਕਿ ਵੀ ਆਪਾਂ ਨੂੰ ਲੱਗ ਰਿਹਾ ਸੀ ਕਿ ਨਹੀਂ ਬਈ। ਸਤਿ ਸ਼੍ਰੀ ਅਕਾਲ, ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ, ਮੈਂ ਸੰਸਾਰਦੀਪ ਸਿੰਘ ਹਾਂ। ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕੁਦਰਤੀ ਕਰੋਪੀ ਦੀ ਮਾਰ ਪਈ ਹੋਈ ਆ। ਪੰਜਾਬ ਦੇ ਇਲਾਕਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਲਗਾਤਾਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਨੁਕਸਾਨ ਕਰ ਰਿਹਾ ਹੈ। ਪਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਪੰਜਾਬੀਆਂ ਦੇ ਵੱਲੋਂ ਮੁਸ਼ਕਲ ਦੇ ਵਿੱਚ ਫਸੇ ਆਪਣੇ ਭਰਾਵਾਂ ਦਾ, ਆਪਣੇ ਸਾਥੀਆਂ ਦਾ ਦਿਲ ਖੋਲ੍ਹ ਕੇ ਸਾਥ ਦਿੱਤਾ ਜਾ ਰਿਹਾ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ ਦੇ ਵੱਲ ਕੱਢ ਕੇ ਭੇਜਿਆ ਜਾ ਰਿਹਾ। ਇਹੀ ਕੁਦਰਤੀ ਆਫਤਾਂ ਹੀ ਮੁਸ਼ਕਲਾਂ ਪੰਜਾਬ ਦੇ ਗਵਾਂਢੀ ਸੂਬਿਆਂ ਦੇ ਵਿੱਚ ਵੀ ਆਈਆਂ ਨੇ। ਹਿਮਾਚਲ ਦੇ ਵਿੱਚ ਇਸ ਮੁਸੀਬਤ ਦੇ ਵੱਲੋਂ ਕਾਫੀ ਨੁਕਸਾਨ ਕੀਤਾ ਗਿਆ, ਜਿਸ ਦੇ ਵਿੱਚ ਕਾਫੀ ਪੰਜਾਬੀ ਨੌਜਵਾਨ ਜਿਹੜੇ ਨੇ ਹਿਮਾਚਲ ਦੇ ਵਿੱਚ ਫਸ ਜਾਂਦੇ ਨੇ। ਪਰ ਅਕਸਰ ਖਬਰਾਂ ਸੁਣਨ ਦੇਖਣ ਦੇ ਵਿੱਚ ਆਉਂਦੀਆਂ ਨੇ ਕਿ ਹਿਮਾਚਲ ਦੇ ਕੁਝ ਗਲਤ ਲੋਕਾਂ ਦੇ ਵੱਲੋਂ ਉਹਨਾਂ ਦੇ ਨਾਲ ਨਜਾਇਜ਼ ਵਿਤਕਰਾ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ। ਇੱਕ ਐਸਾ ਹੀ ਪੰਜਾਬੀ ਨੌਜਵਾਨ ਅੱਜ ਸਾਡੇ ਨਾਲ ਆ, ਜਿਹੜੇ ਕੁਝ ਕੰਮਕਾਰ ਦੇ ਲਈ, ਆਪਣੇ ਕੁਝ ਘਰੇਲੂ ਕੰਮਾਂ ਦੇ ਲਈ ਹਿਮਾਚਲ ਦੇ ਵਿੱਚ ਜਾਂਦੇ ਨੇ, ਪਰ ਉੱਥੇ ਉਹਨਾਂ ਨੂੰ ਮੁਸ਼ਕਲਾਂ ਘੇਰ ਲੈਂਦੀਆਂ ਨੇ ਜਾਂ ਉਹ ਮੁਸ਼ਕਲ ਦੇ ਵਿੱਚ ਫਸ ਜਾਂਦੇ ਨੇ। ਉਹਨਾਂ ਨਾਲ ਕਾਫੀ ਘਟਨਾਵਾਂ ਹਿਮਾਚਲ ਦੇ ਵਿੱਚ ਹੁੰਦੀਆਂ ਨੇ। ਉਹ ਘਟਨਾਵਾਂ ਕੀ ਸੀ, ਇਹ ਦੱਸਣ ਦੇ ਲਈ ਬਾਈ ਜਰਨੈਲ ਹੋਣੀ ਸਾਡੇ ਨਾਲ ਨੇ, ਗੱਲਬਾਤ ਕਰਾਂਗੇ। ਬਾਈ ਸਤਿ ਸ਼੍ਰੀ ਅਕਾਲ। ਵੀਰ ਸਤਿ ਸ਼੍ਰੀ ਅਕਾਲ ਜੀ। ਠੀਕ ਹੋ ਜੀ? ਬਿਲਕੁਲ ਠੀਕ ਠਾਕ ਵੀਰ ਜੀ। ਅੱਛਾ ਬਾਈ, ਗੱਲ ਮੈਂ ਪੰਜਾਬ ਦੀ ਕਰੀ ਆ। ਪੰਜਾਬ ਦੇ ਵਿੱਚ ਮੁਸ਼ਕਲਾਂ ਨੇ, ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਨੇ, ਨੁਕਸਾਨ ਕਾਫੀ ਹੋਇਆ। ਹਾਂਜੀ। ਨਾਲ ਲੱਗਦੀ ਮਾਰ ਪੰਜਾਬ ਦੇ ਗਵਾਂਢੀ ਸੂਬੇ ਹਿਮਾਚਲ ਦੇ ਉੱਪਰ ਵੀ ਪਈ ਆ। ਬਿਲਕੁਲ। ਇੰਨਾ ਮੁਸ਼ਕਲ, ਇੰਨਾ ਭਾਰੀ ਸਮੇਂ ਦੇ ਬਾਵਜੂਦ ਤੁਸੀਂ ਹਿਮਾਚਲ ਵੱਲ ਨੂੰ ਰੁਖ ਕਰਦੇ ਹੋ, ਕਿਉਂ? ਹਾਂਜੀ, ਉਹ ਐਕਚੁਅਲੀ ਮੈਂ ਤੁਹਾਨੂੰ ਜਿਵੇਂ ਦੱਸਿਆ ਸੀ, ਹੈ ਨਾ, ਆਫ ਦਾ ਰਿਕਾਰਡ, ਕਿ ਮੈਂ ਇੱਕ ਲਾਈਕ ਫਰਮ 'ਚ ਕੰਮ ਕਰਦਾ, ਹੈ ਨਾ, ਪ੍ਰਾਈਵੇਟ ਫਰਮ 'ਚ। ਠੀਕ ਹੈ, ਇਹ ਮੈਡੀਕਲ ਪ੍ਰੋਫੈਸ਼ਨ ਦੀ ਕੰਪਨੀ ਹੈ ਮੇਰੀ, ਜਿਹਦੇ 'ਚ ਕਿ ਲਾਈਕ ਮੇਰਾ ਸੇਲਸ ਦਾ ਕੰਮ ਹੈ ਵੀ ਹਰ ਇੱਕ ਅਲਟਰਨੇਟਿਵ ਮੰਥ ਮੈਨੂੰ ਹਿਮਾਚਲ ਜਾਣਾ ਪੈਂਦਾ ਆਪਣੇ ਕੰਮ ਦੇ ਰਿਗਾਰਡਿੰਗ। ਸੋ ਉਹੀ ਮੇਰਾ ਸੇਮ ਇੱਕ ਰੈਗੂਲਰ ਵਿਜ਼ਿਟ ਸੀ, ਕੰਮ ਦੇ ਰਿਗਾਰਡਿੰਗ ਹੀ ਮੈਂ ਉੱਥੇ ਗਿਆ ਹੋਇਆ ਸੀ। ਅਤੇ ਮੈਂ ਜਿਵੇਂ ਉੱਥੇ ਕੰਮ ਦੇ ਰਿਗਾਰਡਿੰਗ ਗਿਆ ਸੀ, ਮੈਂ 6 ਜੁਲਾਈ ਨੂੰ ਉੱਥੇ ਗਿਆ ਸੀ। ਅਤੇ ਜਿਹੜੀ ਬਾਰਿਸ਼ ਸੀ ਫਿਰ ਉਹ ਅਰਾਊਂਡ 8 ਤਰੀਕ ਨੂੰ ਉੱਥੇ ਜਿਹੜੀ ਬਾਰਿਸ਼ ਆ ਉਹ ਸਟਾਰਟ ਹੁੰਦੀ ਹੈ। ਅਤੇ ਉਹ ਬਾਰਿਸ਼ ਫਿਰ ਉਹ ਲਗਾਤਾਰ ਹੀ, ਹੈ ਨਾ, 8 ਤਰੀਕ ਯਾਨੀ ਕਿ ਸੈਟਰਡੇ ਜਿਹੜਾ ਸ਼ਨੀਵਾਰ ਸੀ, ਸ਼ਨੀਵਾਰ ਤੋਂ ਬਾਰਿਸ਼ ਸਟਾਰਟ ਹੋ ਗਏ। ਜਿਵੇਂ ਮੋਰਨਿੰਗ ਲੱਗੀ ਬਾਰਿਸ਼ ਤਾਂ ਹਰ ਕੋਈ ਬੰਦਾ ਇਹ ਸੋਚਦਾ ਕਿ ਬਾਰਿਸ਼ ਥੋੜ੍ਹੀ ਜਿਹੀ ਚਲੋ ਸਲੋ ਹੋ ਜਾਏ, ਹੈ ਨਾ, ਥੋੜ੍ਹਾ ਜਿਹਾ ਘੱਟ ਜਾਏ ਅਤੇ ਬੰਦਾ ਫਿਰ ਨਿਕਲਣ ਦੀ ਸੋਚਦਾ, ਕਿਉਂਕਿ ਤੁਹਾਨੂੰ ਪਤਾ ਹੈ ਉਹ ਥੋੜ੍ਹਾ ਪਹਾੜੀ ਰਸਤਾ ਹੈ, ਥੋੜ੍ਹਾ ਜਿਹਾ ਪ੍ਰੌਨ ਜਿਹਾ ਰਸਤਾ ਹੈ ਥੋੜ੍ਹਾ ਜਿਹਾ। ਅਤੇ ਫਿਰ ਮੈਂ ਵੀ ਉਹੀ ਸੋਚਿਆ ਕਿ ਬਟ ਉਹ ਜਿਹੜੀ ਬਾਰਿਸ਼ ਸੀ ਉਹ ਕੰਟੀਨਿਊ ਅਗਲੇ ਦਿਨ ਤੱਕ ਵੀ ਰਹੀ, ਹੈ ਨਾ, ਜਿਹੜੀ ਵੀਰੇ ਉਹ ਕੰਟੀਨਿਊ ਰਹੀ ਬਾਰਿਸ਼। ਅਤੇ ਫਿਰ ਸੰਡੇ ਫਿਰ ਜਿਹੜਾ ਆਪਾਂ ਨੂੰ ਲਾਈਕ ਲੱਗਿਆ ਕਿ ਨਹੀਂ, ਇਹ ਹੁਣ ਆਊਟ ਆਫ ਕੰਟਰੋਲ ਹੈ ਜਿਹੜੀ ਸਿਚੁਏਸ਼ਨ ਹੈ, ਕਿਉਂਕਿ ਉੱਥੇ ਜਿਹੜਾ ਲੋਕਲ ਫਿਰ ਐਡਮਿਨ ਸੀ, ਉਹਨਾਂ ਨੇ ਵੀ ਸਾਨੂੰ ਕਹਿ ਦਿੱਤਾ ਸੀ ਕਿ ਜੇ ਤੁਸੀਂ ਜਿਹੜਾ ਵੀ ਕੋਈ ਨੀਅਰ ਵਾਟਰ ਬੋਡੀਜ਼ ਜਿਹੜੇ ਕੋਈ ਰਹਿ ਰਹੇ ਸੀ ਜਾਂ ਜਿਹੜੇ ਉੱਥੇ ਰੁਕੇ ਹੋਏ ਸੀ, ਉਹਨਾਂ ਨੂੰ ਕਹਿ ਦਿੱਤਾ ਕਿ ਲਾਈਕ ਤੁਸੀਂ ਥੋੜ੍ਹਾ ਜਿਹਾ ਮੂਵ ਕਰ ਜਾਓ, ਥੋੜ੍ਹਾ ਜਿਹਾ ਅਵੇ ਫਰੋਮ ਦਾ ਵਾਟਰ ਬੋਡੀਜ਼, ਕਿਉਂਕਿ ਉਹ ਥੋੜ੍ਹਾ ਜਿਹਾ ਸੇਫਰ ਪਲੇਸ ਸੀਗੀਆਂ, ਹੈ ਨਾ। ਅਤੇ ਅਸੀਂ ਵੀ ਥੋੜ੍ਹਾ ਜਿਹਾ ਫਿਰ ਉਹ ਜਿਹੜੀਆਂ ਥੋੜ੍ਹਾ ਜਿਹਾ ਕਹਿ ਲਓ ਵੀ ਨਦੀ 'ਤੇ ਜਾਂ ਕਿਸੇ ਹੋਰ ਉੱਥੇ ਜਿਹੜੇ ਆਸ-ਪਾਸ ਵਾਟਰ ਬੋਡੀ ਸੀਗੀਆਂ, ਉਸ ਤੋਂ ਆਪਾਂ ਥੋੜ੍ਹੀ ਜਿਹੀ ਅੱਗੇ ਜਾ ਕੇ ਆਪਾਂ ਉੱਥੇ ਸਟੇ ਕੀਤਾ। ਫਿਰ ਕਰਦੇ ਕਰਾਂਦੇ ਆਪਾਂ ਮਨੀਕਰਨ ਤੋਂ ਅੱਗੇ ਇੱਕ ਜਗ੍ਹਾ ਹੈ ਜਿਹੜੀ ਬਰਸ਼ਾਨੀ ਡੈਮ, ਉਹਦੇ ਨਾਲ ਇੱਕ ਪਿੰਡ ਪੈਂਦਾ ਪੂਲਗਾ, ਅਤੇ ਆਪਾਂ ਪੂਲਗਾ ਚਲੇ ਗਏ ਸੀ। ਅਤੇ ਫਿਰ ਉਸ ਤੋਂ ਬਾਅਦ ਜਦੋਂ ਆਪਾਂ ਪੂਲਗਾ ਗਏ, ਆਪਾਂ ਉੱਥੇ ਪੁੱਜੇ ਆਪਾਂ ਸੈਟਰਡੇ ਸ਼ਾਮ ਨੂੰ ਉੱਥੇ ਪੁੱਜ ਗਏ ਸੀ ਆਪਾਂ। ਅਤੇ ਸੈਟਰਡੇ ਸ਼ਾਮ ਨੂੰ ਜਦੋਂ ਪੁੱਜੇ ਅਤੇ ਸੰਡੇ ਮਾਰਨਿੰਗ ਉਹ ਜਦੋਂ ਲੈਂਡਸਲਾਈਡਸ ਵਗੈਰਾ ਹੋਈਆਂ, ਬਿਕੋਜ਼ ਆਫ ਦੈਟ ਉਹ ਸਾਰੀ ਜਿਹੜਾ ਏਰੀਆ ਸੀ ਉਹਦੇ ਸਾਰਾ ਕਹਿ ਲਓ ਤੁਸੀਂ ਟੋਟਲ ਸ਼ਟ ਡਾਊਨ ਹੋ ਗਿਆ, ਚਾਹੇ ਤੁਸੀਂ ਉਹ ਕਹਿ ਲਓ ਇਲੈਕਟ੍ਰੀਸਿਟੀ ਜਾਂ ਫਿਰ ਫੋਨ ਨੈਟਵਰਕਸ ਜਾਂ ਫਿਰ ਕਹਿ ਲਓ ਤੁਸੀਂ ਪਾਣੀ, ਉਹ ਸਾਰੀਆਂ ਜਿਹੜੀਆਂ ਸੀ ਸੇਵਾਵਾਂ ਉਹ ਬੰਦ ਹੋ ਗਈਆਂ। ਅਤੇ ਉਸ ਤੋਂ ਬਾਅਦ ਫਿਰ ਲਾਈਕ ਉੱਥੇ ਮੈਂ ਫਿਰ ਸਮਝ ਗਿਆ ਕਿ ਵੀ ਹੁਣ ਅਸੀਂ ਇੱਥੇ ਸਟੱਕ ਹੈ। ਹਾਂਜੀ। ਅੱਛਾ ਬਾਈ, ਕਿੰਨੇ ਦਿਨ ਫਸੇ ਰਹੇ ਹਿਮਾਚਲ ਦੇ ਵਿੱਚ ਤੁਸੀਂ? ਉਸ ਜਗ੍ਹਾ ਦੇ ਉੱਪਰ ਉਸ ਟਾਈਮ ਦੇ ਨੇੜੇ ਤੁਸੀਂ ਫਸੇ ਜਾਂਦੇ ਹੋ ਪਿੰਡ ਦੇ ਵਿੱਚ, ਕਿੰਨੇ ਦਿਨ ਫਸੇ ਰਹਿੰਦੇ ਹੋ ਤੁਸੀਂ ਹਿਮਾਚਲ ਦੇ ਵਿੱਚ?
ਅਸੀਂ ਵੀਰੇ ਮੈਂ ਤੁਹਾਨੂੰ ਦੱਸਿਆ ਕਿ ਅਸੀਂ 8 ਤਰੀਕ ਨੂੰ ਹੈ ਨਾ ਸੈਟਰਡੇ ਨੂੰ ਉੱਥੇ ਲਾਈਕ ਇੱਕ ਤਰੀਕੇ ਨਾਲ ਵੀ 8 ਤਰੀਕ ਤੱਕ ਲੱਗ ਨਹੀਂ ਰਿਹਾ ਸੀ ਕਿ ਆਪਾਂ ਸਟਕ ਹੋ ਗਏ ਹੈ ਨਾ। 8 ਤਰੀਕ ਇਹੀ ਲੱਗ ਰਿਹਾ ਸੀ ਕਿ ਸ਼ਾਇਦ ਵੀ ਸੰਡੇ ਚਲੋ ਬਾਰਿਸ਼ ਛੱਡ ਜਾਏਗੀ, ਤੇ ਆਪਾਂ ਸੰਡੇ ਜਦੋਂ ਹੀ ਬਾਰਿਸ਼ ਛੱਡੇਗੀ ਚਲੋ ਆਪਾਂ ਥੋੜ੍ਹਾ ਜਿਹਾ ਦੇਖ ਕੇ ਅੱਗੇ ਮੌਕਾ ਦੇਖ ਕੇ ਜਾਂ ਕਿਸੇ ਤੋਂ ਪੁੱਛ ਕੇ ਹੈ ਨਾ ਐਡਮਿਨ ਵਗੈਰਾ ਤੋਂ, ਜਦ ਜਿਵੇਂ ਅੱਜ ਕੱਲ੍ਹ ਫੋਨ ਵਗੈਰਾ ਹੈਗੇ ਨਾ ਜਾਂ ਔਨਲਾਈਨ ਹੈਗਾ ਨਿਊਜ਼ ਵਗੈਰਾ ਦੇਖ ਕੇ ਆਪਾਂ ਅੱਗੇ ਦੇਖਾਂਗੇ। ਅਗਰ ਥੋੜ੍ਹਾ ਜਿਹਾ ਸਾਫ਼ ਮੌਸਮ ਹੈ, ਰਸਤਾ ਸਾਫ਼ ਹੈ, ਤੇ ਆਪਾਂ ਨਿਕਲ ਜਾਂਗੇ ਹੈ ਨਾ। ਬਟ ਜਿਵੇਂ ਤੁਹਾਨੂੰ ਦੱਸਿਆ ਕਿ ਸੰਡੇ ਨੂੰ ਫਿਰ ਟੋਟਲ ਸ਼ਟਡਾਊਨ ਹੋ ਗਿਆ ਸਾਰਾ ਨੈਟਵਰਕ ਵਗੈਰਾ ਹੈ ਨਾ, ਤੇ ਅਸੀਂ ਕੱਟ ਆਫ ਹੋ ਗਏ ਉਹ ਦੁਨੀਆ ਤੋਂ। ਠੀਕ ਹੈ, ਤੇ ਜਦੋਂ ਆਪਾਂ ਉਹ ਜਿਹੜੇ ਪਿੰਡ 'ਚ ਆਪਾਂ ਠਹਿਰੇ ਹੋਏ ਸੀ ਹੈ ਨਾ, ਤੇ ਉਹ ਪਿੰਡ ਜਿੱਥੋਂ ਆਪਾਂ ਗਏ ਸੀ, ਜਿਹੜੇ ਰਸਤੇ ਤੋਂ ਆਪਾਂ ਗਏ ਸੀ, ਉਹ ਰਸਤੇ 'ਚ ਇੱਕ ਛੋਟਾ ਜਿਹਾ ਪੁਲ ਆਉਂਦਾ ਸੀ, ਤੇ ਉਹ ਪੁਲ ਵੀ ਕਹਿ ਲਓ ਵੀ ਲੈਂਡਸਲਾਈਡ ਕਰਕੇ ਉਹ ਪੁਲ ਵੀ ਬਹਿ ਗਿਆ ਸੀ, ਤੇ ਅਸੀਂ ਬਿਲਕੁਲ ਕੱਟ ਆਫ ਹੋ ਗਏ ਸੀ ਰੋਡ ਦੇ ਨਾਲੋਂ ਵੀ, ਫਿਰ ਜਿਹੜੀ ਹੈ ਨਾ ਰੋਡ ਸੀ ਉਹਦੇ ਨਾਲੋਂ ਵੀ। ਤੇ ਇਹ ਜਿਹੜੀ ਮੁਸ਼ਕਲ ਆਈ, ਤੁਸੀਂ ਕੱਟ ਆਫ ਦੂਜੀ ਦੁਨੀਆ ਦੇ ਨਾਲ ਹੋ ਗਏ, ਫੋਨ ਨੈਟਵਰਕ ਚਲੇ ਗਿਆ, ਇਲੈਕਟ੍ਰਿਸਿਟੀ ਚਲੇ ਗਈ, ਇਹ ਤਾਂ ਮੈਨੂੰ ਲੱਗਦਾ ਬਾਈ ਤੁਹਾਡੇ ਸਫ਼ਰ ਦੇ ਵਿੱਚ ਮੁਸ਼ਕਲਾਂ ਦੀ ਹਲੇ ਸ਼ੁਰੂਆਤ ਸੀ। ਹਾਂਜੀ, ਕਹਿ ਸਕਦੇ ਹਾਂ। ਬਿਲਕੁਲ ਸਰ, ਬਿਲਕੁਲ ਕਹਿ ਨਹੀਂ ਸਕਦੇ, ਬਿਲਕੁਲ ਹੈਗੀ ਸੀ ਜੀ, ਇਹੀ ਸ਼ੁਰੂਆਤ ਹੀ ਸੀ। ਬਟ ਸਾਨੂੰ ਉਸ ਟਾਈਮ ਇਹਦਾ ਲੱਗ ਨਹੀਂ ਰਿਹਾ ਸੀ, ਕਿਉਂਕਿ ਬੰਦੇ ਨੂੰ ਨਹੀਂ ਪਤਾ ਹੁੰਦਾ ਕਿ ਲਾਈਕ ਹੈ ਨਾ ਵੀ ਸਾਨੂੰ ਇਹ ਸੀ ਕਿ ਚਲੋ ਠੀਕ ਹੈ ਵੀ ਥੋੜ੍ਹੀ ਬਹੁਤ ਕਿਤੇ ਲੈਂਡਸਲਾਈਡ ਹੋਈ ਹੋਣੀ ਇੱਕ ਦੋ ਜਗ੍ਹਾ, ਕਿ ਚਲੋ ਠੀਕ ਹੈ ਸਿਸਟਮ ਸੈੱਟ ਕਰ ਦੇਗਾ ਅਤੇ ਉਸ ਤੋਂ ਬਾਅਦ ਆਪਾਂ ਇੱਥੋਂ ਨਿਕਲ ਜਾਂਗੇ ਹੈ ਨਾ। ਬਟ ਉਹ ਜਦੋਂ ਫਿਰ ਟਾਈਮ ਹੁਣ ਸੰਡੇ ਹੋਇਆ ਹੈ ਨਾ, ਫਿਰ ਉਸ ਤੋਂ ਬਾਅਦ ਮੰਡੇ ਆ ਗਿਆ। ਮੰਡੇ ਜਦੋਂ ਦੇਖਿਆ ਕਿ ਮੰਡੇ ਤਾਂ ਬਿਲਕੁਲ ਹੀ ਫਿਰ ਨਾ ਹੋਰ ਕਹਿ ਲਓ ਕਿ ਵਰਸਟ ਹੋ ਗਈ ਜਿਹੜੀ ਕੰਡੀਸ਼ਨ। ਅਤੇ ਜਦੋਂ ਫਿਰ ਮੰਡੇ ਈਵਨਿੰਗ ਜਿਹੜਾ ਇੱਕ ਅੱਧਾ ਨੈਟਵਰਕ ਸੀ ਕੋਈ ਸ਼ਾਇਦ ਵੋਡਾਫੋਨ ਆਈਡੀਆ ਦਾ, ਉਹ ਵੀ ਚਲਾ ਗਿਆ ਮੰਡੇ ਹੈ ਨਾ। ਅਤੇ ਫਿਰ ਹੌਲੀ ਹੌਲੀ ਜਦੋਂ ਫਿਰ ਚੀਜ਼ਾਂ ਦੇਖੀਆਂ, ਥੋੜ੍ਹਾ ਜਿਹਾ ਪੈਨਿਕ ਉੱਥੇ ਇੰਨਾ ਹੈ ਨਾ ਵੀ ਹੌਲੀ ਹੌਲੀ ਕ੍ਰੀਏਟ ਹੋ ਗਿਆ, ਕਿਉਂਕਿ ਥੋੜ੍ਹੇ ਜਿਹੇ ਜਿਹੜੇ ਹੋਟਲਸ ਵਗੈਰਾ ਸੀ ਹੈ ਨਾ, ਉਹਨਾਂ ਦੇ ਰੇਟ ਵੀ ਕਹਿ ਲਓ ਕਿ ਤੁਸੀਂ ਥੋੜ੍ਹੇ ਬਹੁਤ ਉਹ ਐਲੀਵੇਟ ਹੋਣ ਲੱਗ ਗਏ। ਜਾਂ ਫਿਰ ਕੁਛ ਇੱਕ ਚੀਜ਼ਾਂ ਜਿਵੇਂ ਚਾਹ ਦਾ ਕੱਪ ਵੀ ਜਾਂ ਕੌਫੀ ਦਾ ਕੱਪ ਵੀ ਹੈ ਨਾ, ਕਿਉਂਕਿ ਉਹਨਾਂ ਲੋਕਾਂ ਨੂੰ ਵੀ ਕੁਛ ਲਾਈਕ ਇੱਦਾਂ ਲੱਗ ਰਿਹਾ ਸੀ ਕਿ ਅਸੀਂ ਹੁਣ ਕਿ ਲੰਬੇ ਟਾਈਮ ਲਈ ਇੱਥੇ ਸਟਕ ਨੇ ਹੈ ਨਾ, ਕਿਉਂਕਿ ਤੁਹਾਨੂੰ ਦੱਸਿਆ ਕਿ ਕੋਈ ਲਾਈਕ ਕਨੈਕਟੀਵਿਟੀ ਕੋਈ ਨਹੀਂ ਸੀ ਹੈ ਨਾ। ਫਿਰ ਤਾਂ ਕਰਕੇ ਸਾਨੂੰ ਕੁਛ ਨਹੀਂ ਪਤਾ ਸੀ ਕਿ ਆਪਾਂ ਕਿਸ ਕੰਡੀਸ਼ਨ 'ਚ ਜਾਂ ਕਿਸ ਸਿਚੁਏਸ਼ਨ 'ਚ ਆਪਾਂ ਇਸ ਕੰਡੀਸ਼ਨ 'ਚ ਆਪਾਂ ਕਦੋਂ ਤੱਕ ਰਵਾਂਗੇ। ਤੇ ਪਰਿਵਾਰ ਨਾਲ ਬਾਈ, ਪਰਿਵਾਰ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਕਾਫੀ ਹੌਸਲਾ ਦੇਣ ਦਾ ਹੈ ਨਾ ਕੰਮ ਕਰਦਾ ਬੰਦੇ ਨੂੰ। ਤੁਹਾਡੀ ਇੱਕ ਗੁੱਡੀਆ ਹੈਗੀ ਛੋਟੀ, ਤੁਹਾਡੀ ਵਾਈਫ ਹੈਗੀ, ਤੁਹਾਡੇ ਮੰਮੀ ਡੈਡੀ ਨੇ, ਉਹਨਾਂ ਨਾਲ ਲਾਸਟ ਗੱਲ ਕਦੋਂ ਹੁੰਦੀ ਆ ਬਾਈ ਦੀ ਉੱਥੇ ਹਿਮਾਚਲ ਰਹਿੰਦੇ ਹੋਏ? ਮੇਰੀ ਵੀਰੇ ਲਾਸਟ ਗੱਲ ਉਹਨਾਂ ਨੇ ਜਿਵੇਂ ਹੈ ਨਾ ਆਪਣੀ ਹੋਈ ਸੀ ਸੰਡੇ ਗੱਲ ਹੋਈ ਸੀ। ਅਤੇ ਤੁਹਾਨੂੰ ਦੱਸਿਆ ਮੈਂ ਕਿ ਜਿਵੇਂ ਇੱਕ ਫੋਨ ਸੀ ਕਿਸੇ ਦਾ ਆਪਣੇ ਜਿਹੜੇ ਲਾਈਕ ਉੱਥੇ ਸਾਡੇ ਨਾਲ ਕਹਿ ਲਓ ਵੀ ਇੱਕ ਤਰੀਕੇ ਨਾਲ ਕੋਸ ਤੱਕ ਜਿਹੜਾ ਬੰਦਾ ਸੀ ਇੱਕ ਹੈ ਨਾ, ਅਤੇ ਉਹਦੇ ਕੋਲ ਵੋਡਾਫੋਨ ਆਈਡੀਆ ਦਾ ਨੰਬਰ ਸੀ। ਉੱਤੋਂ ਮੈਂ ਲਾਈਕ ਵਾਈਫ ਨਾਲ ਮੇਰੀ ਲਾਸਟ ਗੱਲ ਹੋਈ ਸੀ ਕਿ ਜਸਟ ਮੈਂ ਉਹਨੂੰ ਇੰਨਾ ਹੀ ਮੈਸੇਜ ਦੇ ਪਾਇਆ ਸੀ ਕਿ ਮੈਂ ਵੀ ਠੀਕ ਹੈ ਇੱਥੇ ਫਸ ਗਿਆ ਹਾਂ, ਬਟ ਮੈਂ ਸੇਫ ਹਾਂ ਹੈ ਨਾ। ਬਟ ਤੁਹਾਨੂੰ ਪਤਾ ਹੀ ਹੈ ਕਿ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ 'ਚ ਹੈ ਨਾ ਕਦੇ ਕਿਤੋਂ ਵੀਡੀਓਜ਼ ਜਾਂ ਕਿਤੇ ਵੀਡੀਓਜ਼, ਉਹ ਇੰਟੈਲੀਜੈਂਸ ਹੀ ਇੰਨੀ ਹੈ, ਤੁਸੀਂ ਇੱਕ ਵਾਰ ਫੇਸਬੁੱਕ 'ਤੇ ਕੋਈ ਵੀਡੀਓ ਦੇਖ ਲਓ, ਉਹਦੇ ਨਾਲ ਦੀਆਂ ਤੁਹਾਨੂੰ ਸੇਮ ਵੀਡੀਓ ਸਿਮਿਲਰ ਵੀਡੀਓਜ਼ ਅਗਰ ਤੁਸੀਂ ਹੜ੍ਹਾਂ ਵਾਲੀਆਂ ਦੇਖਣ ਲੱਗ ਜਾਂਦੇ, ਹੜ੍ਹਾਂ ਵਾਲੀਆਂ ਆਉਣੀਆਂ ਸਾਰੀਆਂ। ਅਤੇ ਓਬਵੀਅਸ ਜੀ ਮੇਰੀ ਵਾਈਫ ਜਾਂ ਮੇਰੇ ਜਿਹੜੇ ਪੇਰੈਂਟਸ ਸੀ ਉਹ ਵੀ ਇੱਥੇ ਉਹਨਾਂ ਕੋਲ ਤਾਂ ਨੈਟਵਰਕ ਹੈਗਾ ਸੀ ਹੈ ਨਾ, ਅਤੇ ਮੈਂ ਤਾਂ ਉੱਥੋਂ ਕੱਟ ਆਫ ਸੀ। ਉਸ ਤੋਂ ਬਾਅਦ ਮੇਰੀ ਉਹਨਾਂ ਨਾਲ ਗੱਲ ਨਹੀਂ ਹੋਈ। ਬਟ ਉਹ ਦੇਖ ਕੇ ਲਾਈਕ ਉਹ ਫਿਰ ਕਾਫੀ ਜ਼ਿਆਦਾ ਕਹਿ ਲਓ ਵੀ ਇੱਕ ਤਰ੍ਹਾਂ ਟਰੋਮਾਟਾਈਜ਼ਡ ਕੰਡੀਸ਼ਨ 'ਚ ਚਲੇ ਗਏ ਸੀ ਹੈ ਨਾ, ਕਿਉਂਕਿ ਚਲੋ ਇੱਕ ਦੋ ਦਿਨ ਤਾਂ ਮੇਰੀ ਵਾਈਫ ਨੂੰ ਲੱਗਾ ਕਿ ਨਹੀਂ ਮੇਰੀ ਗੱਲ ਹੋਈ ਹੈ, ਕਿ ਉਹ ਕਹਿ ਰਹੇ ਸੀ ਕਿ ਸੇਫ ਹੈ। ਅਤੇ ਬਟ ਹੁਣ ਜਦੋਂ ਇੰਨਾ ਟਾਈਮ ਲੰਘਦਾ ਗਿਆ, ਐਤਵਾਰ ਤੋਂ ਸੋਮਵਾਰ ਮੰਗਲਵਾਰ ਹੈ ਨਾ 2-3 ਦਿਨ ਜਦੋਂ ਲੰਘ ਗਏ, ਜਦੋਂ ਗੱਲ ਹੀ ਨਹੀਂ ਹੋ ਪਾ ਰਹੀ ਸੀ ਹੈ ਨਾ। ਇੱਕ ਹੁੰਦਾ ਨਾ ਕਿ ਲਾਈਕ ਇੱਕ ਵਾਰ ਬੰਦੇ ਨਾਲ ਬਸ ਗੱਲ ਹੋ ਜਾਏ ਕਿ ਵੀ ਅਸੀਂ ਸੇਫ ਹਾਂ ਹੈ ਨਾ, ਚਾਹੇ ਫਿਰ ਜਿੱਥੇ ਮਰਜ਼ੀ ਬੰਦਾ ਫਸਿਆ ਹੋਵੇ ਨਾ, ਬਟ ਉਹ ਗੱਲ ਹੀ ਨਹੀਂ ਹੋ ਪਾ ਰਹੀ ਸੀ। ਉਹਦੇ ਕਰਕੇ ਕਹਿ ਲਓ ਵੀ ਇੱਕ ਤਰੀਕੇ ਨਾਲ ਫਿਰ ਨਕਾਰਾਤਮਕ ਇੱਕ ਜਿਹੜੀ ਸੀਗੇ ਵੀ ਥੋਟਸ, ਜਿਹੜੇ ਵਿਚਾਰ ਹੈ ਉਹ ਘਰਦਿਆਂ ਦੇ ਮਨ 'ਚ ਆ ਰਹੇ ਸੀ ਕਿ ਪਤਾ ਨਹੀਂ ਕੀ ਹੋ ਗਿਆ ਹੋਣਾ ਕੀ ਨਹੀਂ ਹੈ ਨਾ। ਅਤੇ ਬਾਈ ਜਦੋਂ ਘਰਦਿਆਂ ਨਾਲ ਗੱਲ ਨਹੀਂ ਹੋ ਰਹੀ, ਤੁਸੀਂ ਆਮ ਉਹਦੇ ਨਾਲ ਟੁੱਟ ਜਾਂਦੇ ਹੋ ਆਮ ਦੁਨੀਆ ਨਾਲੋਂ, ਫਿਰ ਜਿਹੜੇ ਹੋਟਲ ਦੇ ਵਿੱਚ ਤੁਸੀਂ ਰੁਕੇ ਹੋਏ ਸੀ, ਹਾਂਜੀ, ਉੱਥੋਂ ਉਹ ਹੋਟਲ ਛੱਡਣ ਦਾ ਤੁਸੀਂ ਫੈਸਲਾ ਕਿਵੇਂ ਕਰਦੇ ਹੋ? ਕਿਵੇਂ ਤੁਹਾਨੂੰ ਕੋਈ ਪ੍ਰੋਵਾਈਡ ਕਰਵਾਇਆ ਜਾਂਦਾ, ਕੋਈ ਸਾਧਨ ਪ੍ਰੋਵਾਈਡ ਕਰਵਾਇਆ ਜਾਂਦਾ, ਜਾਂ ਕਿਵੇਂ ਤੁਸੀਂ ਉੱਥੋਂ ਛੱਡਦੇ ਹੋ, ਪੰਜਾਬ ਵੱਲ ਨੂੰ ਚਾਲੇ ਪਾਉਂਦੇ ਹੋ ਆਪਣਾ? ਹਾਂਜੀ ਸੰਸਾਰ ਵੀਰੇ, ਇੱਕ ਤਾਂ ਮੈਂ 'ਚ ਥੋੜ੍ਹਾ ਜਿਹਾ ਲਾਈਕ ਤੁਹਾਨੂੰ ਦੱਸਿਆ ਕਿ ਜਿਵੇਂ ਆਪਾਂ ਉੱਥੇ ਮੰਡੇ, ਫਿਰ ਆਪਾਂ 4 ਦਿਨ ਉੱਥੇ ਹੋਰ ਰਹੇ ਨਾ, ਥਰਸਡੇ ਕਹਿ ਲਓ ਇੱਕ ਤਰੀਕੇ ਨਾਲ ਵੀ। ਵੈਸੇ ਤਾਂ ਕਹਿੰਦੇ ਰੈਸਕਿਊ, ਬਟ ਰੈਸਕਿਊ ਸਾਡਾ ਆਪਣੇ ਆਪ ਹੀ ਰੈਸਕਿਊ ਸੀਗਾ, ਅਸੀਂ ਆਪੇ ਹੀ ਕੀਤਾ ਆਪਣੇ ਆਪ ਨੂੰ ਰੈਸਕਿਊ। ਪ੍ਰਸ਼ਾਸਨ ਨੇ ਨਹੀਂ ਕੀਤਾ? ਕਿਸੇ ਨੇ ਕੁਛ ਨਹੀਂ ਹੈਲਪ ਕੀਤੀ ਸਾਡੀ, ਪ੍ਰਸ਼ਾਸਨ ਨੇ ਨਾ, ਜਿਹੜੇ ਉੱਥੇ ਦੇ ਫਿਰ ਲੋਕਲਾਈਟ ਸੀਗੇ ਉਹਨਾਂ ਨੇ। ਅਤੇ ਹੋਰ ਸਭ ਤੋਂ ਬੜਾ ਜਿਹੜੀ ਗੱਲ ਦਾ ਜਿਹੜਾ ਇੱਕ ਵੀ ਮੈਨੂੰ ਵੀ ਹਮੇਸ਼ਾ ਦੁੱਖ ਰਹੂਗਾ ਹੈ ਨਾ ਇਹ ਚੀਜ਼ ਦਾ, ਕਿ ਦੇਖੋ ਆਪਾਂ ਇੱਕ ਇਨਸਾਨ ਆ ਆਪਾਂ ਸਾਰੇ ਹੈ ਨਾ, ਚਾਹੇ ਉੱਥੇ ਆਪਾਂ ਸਾਰੇ ਅਲੱਗ-ਅਲੱਗ ਇੱਕ ਆਪਣੀ ਸਟੇਟ ਤੋਂ ਲੋਕ ਸੀਗੇ ਉੱਥੇ, ਕਿ ਜਦੋਂ ਆਪਾਂ ਉੱਥੇ ਰੁਕੇ, ਜਿਹੜੇ ਆਪਾਂ ਹੋਟਲ 'ਚ ਰੁਕੇ ਹੋਏ ਸੀਗੇ ਨਾ, ਹੌਲੀ ਹੌਲੀ ਕਰਕੇ ਤੁਹਾਨੂੰ ਦੱਸਿਆ ਕਿ ਉੱਥੇ ਕਿਉਂਕਿ ਥੋੜ੍ਹਾ ਜਿਹਾ ਰਿਮੋਟ ਏਰੀਆ ਹੈ ਸਾਰਾ, ਤੁਸੀਂ ਵੈਸੇ ਉਧਰ ਮਨਾਲੀ ਜਾਂ ਕਿਤੇ ਉਹ ਤੋਂ ਉੱਪਰ ਗਏ ਹੋਣੇ ਆਸ-ਪਾਸ, ਉੱਥੇ ਵੈਸੇ ਹੀ ਥੋੜ੍ਹਾ ਜਿਹਾ ਜਿਹੜੇ ਪ੍ਰਾਈਜ਼ ਵਗੈਰਾ ਹੈ ਉਹ ਸਾਡੇ ਇੱਧਰ ਨਾਲੋਂ
ਚਾਹੇ ਉਹ ਸਿੰਪਲ ਛੋਟੀ ਜਿਹੀ ਦੁਕਾਨ ਹੀ ਹੈ ਚਾਹ ਦੀ, ਉਹਦਾ ਵੀ ਤੁਹਾਨੂੰ ਜਿਹੜਾ ਚਾਹ ਦਾ ਕੱਪ ਹੈ ਜਾਂ ਹੈ ਨਾ ਉਹ 50 ਰੁਪਏ ਦਾ ਮਿਲਣਾ, ਜਿਹੜਾ ਕਿ ਇੱਕ ਆਮ 5 10 ਜਾਂ 20 ਰੁਪਏ ਮੈਕਸਿਮਮ ਹੋਏਗਾ ਹੈ ਨਾ। ਤੇ ਓਬਵੀਅਸਲੀ ਗੱਲ ਹੈ ਉੱਥੇ ਵੀ ਇਹੀ ਸੀ, ਆਲਰੇਡੀ ਜਿਹੜੇ ਉਹਦੇ ਪ੍ਰਾਈਸ ਸੀ ਉਹ ਪਹਿਲਾਂ ਹੀ ਹਾਈ ਸੀਗੇ। ਤੇ ਬਟ ਜਦੋਂ ਆ ਫਿਰ ਜਿਹੜੀ ਆਪਦਾ ਆਈ ਹੈ ਨਾ, ਤੇ ਓਬਵੀਅਸਲੀ ਉੱਥੇ ਲਾਈਟ ਵਗੈਰਾ ਸਭ ਕੁਝ ਚਲੀ ਗਈ ਸੀ। ਫਿਰ ਕੁਝ ਗਿਣੇ ਚੁਣੇ ਉੱਥੇ ਕੈਫੇ ਸੀ, ਕਿਉਂਕਿ ਮੇਰਾ ਜਿਹੜਾ ਹੋਟਲ ਸੀ ਵੈਸੇ ਤਾਂ ਉਹ ਚਲੋ ਹੋਟਲ ਅੱਛਾ ਸੀ, ਬਟ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਇੰਨੇ ਟਾਈਮ ਲਈ ਇੱਥੇ ਕੱਟ ਲੱਗ ਜਾਏ, ਕੁਝ ਲੱਗ ਜਾਏਗਾ। ਤਾਂ ਉਹਨਾਂ ਦਾ ਜਿਹੜਾ ਜਨਰੇਟਰ ਸੀ ਉਹ ਖਰਾਬ ਸੀ, ਉਹਦੇ ਕਰਕੇ ਸਾਨੂੰ ਬਾਹਰ ਜਾਣਾ ਪੈ ਰਿਹਾ ਸੀ ਆਪਣਾ। ਇਲੈਕਟ੍ਰਿਸਿਟੀ ਵੈਸੇ ਤਾਂ ਚਲੋ ਉੱਥੇ ਫੋਨ ਦਾ ਤਾਂ ਕੰਮ ਹੀ ਕੋਈ ਨਹੀਂ ਸੀ, ਕਿਉਂਕਿ ਕਨੈਕਟੀਵਿਟੀ ਨਹੀਂ ਸੀ। ਬਟ ਉੱਥੇ ਹੁਣ ਤੁਹਾਨੂੰ ਪਤਾ ਹੀ ਹੈ, ਬੰਦੇ ਨੂੰ ਆਦਤ ਹੁੰਦੀ ਹੈ ਇੱਕ ਫੋਨ ਦੇ ਨਾਲ, ਅਸੀਂ ਇਨਸਾਨ ਵੈਸੇ ਹੀ ਯੂਜ਼ ਟੂ ਹੋ ਗਿਆ ਹੋਇਆ ਫੋਨ ਤੋਂ, ਹੈ ਨਾ। ਤੇ ਅਸੀਂ ਆਪਣਾ ਫੋਨ ਚਾਰਜ ਕਰਨ ਲਈ ਕਿ ਜਸਟ ਉੱਤੇ ਕੁਝ ਨਾ ਕੋਈ ਗੇਮ ਗੁੰਮ ਜਾਂ ਲੂਡੋ ਵਗੈਰਾ ਕੋਈ ਟਾਈਮ ਤਾਂ ਪਾਸ ਕਰਨਾ ਹੀ ਸੀ ਨਾ, ਕੁਛ ਨਹੀਂ ਹੈ ਬਿਲਕੁਲ ਬਾਈ। ਤੇ ਉਹ ਫੋਨ ਚਾਰਜ ਕਰਨ ਲਈ ਆਪਾਂ ਜਿਵੇਂ ਬਾਹਰ ਜਾ ਰਹੇ ਸੀ ਹੈ ਨਾ, ਕਿਸੇ ਇੱਕ ਉੱਥੇ ਕੈਫੇ ਸੀ ਜਿੱਥੇ ਜਿਹੜਾ ਉਹ ਜਨਰੇਟਰ ਨਾਲ ਚਲਾ ਰਿਹਾ ਸੀ ਹੈ ਨਾ। ਉਹ ਇਹ ਨਹੀਂ ਕਿ ਖਾਲੀ ਉਹ ਸਿਰਫ ਚਾਰਜਿੰਗ ਲਈ ਕਰ ਰਿਹਾ ਸੀ ਹੈ ਨਾ, ਜਾਂ ਤਾਂ ਇਹ ਹੁੰਦਾ ਕਿ ਇਕੱਲਾ ਚਾਰਜਿੰਗ ਲਈ ਹੁੰਦਾ। ਉਹ ਉਹਦੇ ਕੋਲ ਜਾ ਕੇ ਆਪਾਂ ਖਾਣਾ ਪੀਣਾ ਵੀ, ਉਹ ਵੀ ਤੁਹਾਨੂੰ ਦੱਸਿਆ ਕਿ 10 ਰੁਪਏ ਵਾਲੀ ਚੀਜ਼ 50 ਰੁਪਏ ਨੂੰ, 20 ਵਾਲੀ 100 ਨੂੰ। ਠੀਕ ਹੈ, ਜਦੋਂ ਆਪਾਂ ਪਹਿਲਾਂ ਹੀ ਇੰਨਾ ਜ਼ਿਆਦਾ ਪੇ ਕਰ ਰਹੇ, ਫਿਰ ਵੀ ਉਹ ਲੋਕ ਲਾਈਕ ਜਿਹੜੇ ਚਾਰਜਿੰਗ ਤੱਕ ਦੇ ਪੈਸੇ ਵੀ, ਫੋਨ ਚਾਰਜਿੰਗ ਤੱਕ ਦੇ ਵੀ ਪੈਸੇ ਲੈ ਰਹੇ ਸੀ। ਉਹ ਵੀ ਚਾਰਜ ਕਰਨ ਦੇ ਪੈਸੇ ਬਾਈ ਜੀ? ਜੀ ਐਗਜ਼ੈਕਟਲੀ ਵੀਰ ਜੀ। ਕਿੰਨੇ ਪੈਸੇ? 50 ਤੋਂ 100 ਰੁਪਏ ਲੈ ਰਹੇ ਸੀ ਪਰ ਪਰਸਨ। ਕਿੰਨੇ ਕੁ ਉਹ ਉਸ ਕੈਫੇ ਦੇ ਵਿੱਚ ਭੀੜ ਕਿੰਨੀ ਸੀ ਬਾਈ, ਕਿੰਨੇ ਕੁ ਬੰਦੇ ਹੋਣੇ? ਭੀੜ ਤਾਂ ਵੀਰੇ ਮੈਂ ਉਹੀ ਸੋਚਦਾ ਉਹਨਾਂ ਦੀ ਹੈ ਨਾ ਮੈਂਟੈਲਿਟੀ, ਕਿ ਅਸੀਂ ਟੋਟਲ ਲੋਕ ਹੀ ਉੱਥੇ ਜਿਹੜੇ ਫਸੇ ਹੋਏ ਸੀ ਉਸ ਪਰਟੀਕੂਲਰ ਏਰੀਆ 'ਚ, ਅਸੀਂ 70 ਜਾਂ 80 ਲੋਕ ਸੀ। ਹੁਣ 70 80 ਲੋਕਾਂ ਤੋਂ ਤੁਸੀਂ ਕਿੰਨੀ ਕੁ ਕਮਾਈ ਕਰ ਲਓਗੇ ਜਿਹੜੀ ਤੁਹਾਡੀ ਉਹਦੇ ਨਾਲ ਲਾਈਫ ਚੱਲ ਜਾਏਗੀ ਹੈ ਨਾ, ਵੀ ਤੁਸੀਂ 50 100 ਰੁਪਏ ਇਕੱਠਾ ਕਰਕੇ ਹੈ ਨਾ। ਤੇ ਉੱਤੋਂ ਜਾਂ ਤਾਂ ਬੰਦਾ ਇਹ ਹੋਵੇ ਬਿਲਕੁਲ ਫ੍ਰੀ ਆ ਕੇ ਬੈਠਾ ਹੋਵੇ, ਉਹਨਾਂ ਇਕੱਲਾ ਫੋਨ ਹੀ ਚਾਰਜ ਕਰਨਾ ਹੋਵੇ, ਔਰ ਸਭ ਤੋਂ ਵੱਡੀ ਗੱਲ ਜਾਂ ਤਾਂ ਇਹ ਹੋਵੇ ਕਿ ਸਭ ਕੁਝ ਨਾਰਮਲ ਚੱਲ ਰਿਹਾ ਹੈ ਨਾ। ਤੁਹਾਨੂੰ ਪਤਾ ਹੈ ਕਿ ਸਾਰੇ ਬੰਦੇ ਫਸੇ ਹੋਏ, ਔਰ ਓਬਵੀਅਸਲੀ ਗੱਲ ਹੈ ਤੁਹਾਨੂੰ ਪਤਾ ਅੱਜ ਕੱਲ੍ਹ ਡਿਜੀਟਲ ਜਿਹੜੀ ਪੇਮੈਂਟਸ ਦਾ ਜ਼ਮਾਨਾ ਹੈ ਨਾ, ਤਾਂ ਕੋਈ ਵੀ ਇੰਨਾ ਕੋਈ ਕੈਸ਼ ਲੈ ਕੇ ਚੱਲਦਾ ਨਹੀਂ ਹੈ। ਓਬਵੀਅਸਲੀ ਮੈਂ ਵੀ ਨਹੀਂ ਇੰਨਾ ਕੈਸ਼ ਲੈ ਕੇ ਚੱਲਿਆ ਸੀ, ਤੇ ਮੇਰੇ ਕੋਲ ਜਿਹੜੇ ਲਾਈਕ ਕੈਸ਼ ਸੀ ਉਹ 2 ਜਾਂ 3 ਦਿਨ 'ਚ ਮੰਡੇ ਟਿਊਜ਼ਡੇ ਤੱਕ ਖਤਮ ਹੋ ਚੁੱਕਾ ਸੀ ਹੈ ਨਾ। ਤੇ ਉਸ ਤੋਂ ਬਾਅਦ ਆਪਣੇ ਕੋਲ ਕੈਸ਼ ਨਹੀਂ ਸੀ। ਠੀਕ ਹੈ, ਤੇ ਬਹੁਤ ਹੀ ਫਿਰ ਆਪਾਂ ਕਹਿ ਲਓ ਕਿ ਉੱਥੇ ਇਹ ਚੀਜ਼ ਦਾ ਸਾਹਮਣਾ ਕਰਨਾ ਪਿਆ, ਕਦੇ ਫਿਰ ਕਿਸੇ ਤੋਂ ਉਧਾਰੇ ਮੰਗੋ ਪੈਸੇ, ਕਦੇ ਕਿਸੇ ਤੋਂ ਉਧਾਰੋ। ਅਸੀਂ ਲਾਈਕ ਟਰਾਈ ਕੀਤਾ, ਹੁਣ ਮਰਦਾ ਕੀ ਨਹੀਂ ਕਰਦਾ ਹੈ ਨਾ। ਆਪਾਂ ਟਰਾਈ ਕੀਤਾ ਆਪਣੇ ਵੱਲ ਤੋਂ, ਬਟ ਸਾਡੇ ਕੋਈ ਵੀ ਉੱਥੇ ਬੰਦਾ ਕੰਮ ਨਹੀਂ ਆਇਆ। ਕਿਸੇ ਬੰਦੇ ਨੇ ਇੱਕ ਲਾਈਕ ਆਨਾ ਤੱਕ ਨਹੀਂ, ਯਾਨੀ ਕਿ ਕਿਸੇ ਨੇ ਹੈਲਪ ਕੀਤੀ। ਅੱਛਾ। ਤੇ ਫਿਰ ਜਿਹੜਾ ਹੋਟਲੀਅਰ ਸੀ ਜਿਹਦੇ ਕੋਲ ਮੈਂ ਰੁਕਿਆ ਹੋਇਆ ਸੀ ਹੈ ਨਾ, ਹੁਣ ਜਾ ਕਹਿ ਲਓ ਕਿ ਉਹਦੀ ਮਜਬੂਰੀ ਸੀ, ਬਿਕੋਜ਼ ਉਹਦੇ ਆਲਰੇਡੀ ਮੈਂ ਦੇਣੇ ਸੀ ਪੈਸੇ ਜਿਹਦੇ ਮੈਂ ਰੁਕਿਆ ਹੋਇਆ ਸੀ। ਕਿਉਂਕਿ ਜਦੋਂ ਮੈਂ ਰਹਿਣਾ ਸੀ ਉਸ ਤੋਂ ਪਹਿਲਾਂ ਹੀ ਉਹਦੇ ਨਾਲ, ਜਦੋਂ ਸਭ ਕੁਝ ਨਾਰਮਲ ਸੀ, ਉਦੋਂ ਨੈਟਵਰਕ ਵਗੈਰਾ ਹੈਗਾ ਸੀ ਹੈ ਨਾ, ਤੇ ਉਦੋਂ ਉਹਦੇ ਨਾਲ ਗੱਲ ਹੋਈ ਸੀ ਕਿ ਮੇਰੇ ਕੋਲ ਕੈਸ਼ ਉਨਾ ਹੈ ਨਹੀਂ ਹੈ, ਤੇ ਮੈਂ ਤੈਨੂੰ ਆਨਲਾਈਨ ਪੇਮੈਂਟ ਕਰੂੰਗਾ ਹੈ ਨਾ। ਤੁਸੀਂ ਦੱਸ ਦਿੱਤਾ ਸੀ? ਹਾਂ, ਉਹ ਪਹਿਲਾਂ ਹੀ ਜਦੋਂ ਲਾਈਟ ਵਗੈਰਾ ਹੈਗੀ ਸੀ। ਹਾਂਜੀ। ਤੇ ਬਟ ਜਦੋਂ ਇਹ ਸਭ ਕੁਝ ਨਹੀਂ ਸੀ, ਫਿਰ ਉਹਨੂੰ ਵੀ ਪਤਾ ਲੱਗ ਗਿਆ ਕਿ ਇਹਨਾਂ ਦਾ ਮੈਨੂੰ ਪਹਿਲਾਂ ਹੀ ਕਿਹਾ ਸੀ ਹੈ ਨਾ ਕਿ ਵੀ ਇਹਦੇ ਕੋਲ ਵੀ ਆਪਣੇ ਕੋਲ ਕੈਸ਼ ਨਹੀਂ ਹੈ, ਮੈਂ ਤੁਹਾਨੂੰ ਡਿਜੀਟਲ ਪੇਮੈਂਟ ਕਰਾਂਗਾ ਹੈ ਨਾ। ਤੇ ਬਟ ਜਦੋਂ ਟਾਈਮ ਲੰਘ ਗਿਆ, ਹੁਣ ਮੇਰੇ ਕੋਲ ਵੀ ਕੈਸ਼ ਜਿੰਨਾ ਸੀ ਉਹ ਖਤਮ ਹੋ ਗਿਆ ਹੈ ਨਾ। ਤੇ ਆਪਾਂ ਨੂੰ ਓਬਵੀਅਸਲੀ ਗੱਲ ਹੈ ਬਾਹਰ ਖਾਣ ਪੀਣ ਲਈ ਜਾਂ ਕਿਸੇ ਹੋਰ ਆਪਣੀਆਂ ਜਿਹੜੀਆਂ ਡੇਲੀ ਦੀਆਂ ਹੈ ਨਾ ਨੀਡਸ ਹੈਗੀਆਂ, ਉਹਦੇ ਲਈ ਆਪਾਂ ਨੂੰ ਕੁਛ ਨਾ ਕੁਛ ਪੈਸੇ ਚਾਹੀਦੇ ਸੀ। ਤੇ ਫਿਰ ਮੈਂ ਉਸ ਬੰਦੇ ਤੋਂ ਉਧਾਰੇ ਮੰਗੇ, ਤੇ ਓਬਵੀਅਸਲੀ ਗੱਲ ਹੈ ਉਹ ਬਿਜ਼ਨਸਮੈਨ ਬੰਦਾ, ਉਹਨੇ ਤਾਂ ਮੈਨੂੰ ਕਿੱਥੇ ਦੇਣੇ ਸੀ ਉਧਾਰੇ ਹੈ ਨਾ ਪੈਸੇ। ਤੇ ਮੈਂ ਫਿਰ ਉੱਥੇ ਢੀਠੀ ਬਣਨਾ ਪਿਆ, ਤੇ ਮੈਂ ਫਿਰ ਉਹਨੂੰ ਕਿਹਾ ਕਿ ਨਹੀਂ, ਕਿ ਮੈਂ ਵੀ ਤੈਨੂੰ ਪੁੱਛ ਨਹੀਂ ਰਿਹਾ, ਤੈਨੂੰ ਦੱਸ ਰਿਹਾ ਕਿ ਮੈਂ ਤੇਰੇ ਤੋਂ ਪੈਸੇ ਲੈਣ ਵਾਲਾ ਹਾਂ। ਹੁਣ ਤੂੰ ਲੜਕੇ ਦੇਣੇ ਜਾਂ ਪਿਆਰ ਨਾਲ ਦੇਣੇ ਤਾਂ ਵੀ ਦੇਣੇ ਹੀ ਪੈਣੇ, ਮੇਰੇ ਕੋਲ ਹੋਰ ਓਬਵੀਅਸਲੀ ਗੱਲ ਹੈ ਕੋਈ ਆਪਸ਼ਨ ਹੀ ਨਹੀਂ ਸੀ। ਤੁਸੀਂ ਅੱਗੇ ਉਸ ਹੋਟਲ 'ਚ ਜਾਂਦੇ ਸੀ, ਉਸ ਸਟੇ ਦੇ ਵਿੱਚ ਜਾਂਦੇ ਰਹਿੰਦੇ ਸੀ? ਇਹ ਹੋਟਲ 'ਚ ਸਰ ਮੈਂ ਪਹਿਲੀ ਵਾਰ ਗਿਆ ਸੀ, ਤੇ ਬਟ ਉਹ ਬੰਦਾ ਫਿਰ ਵੀ ਮੈਂ ਕਹੂੰਗਾ ਕਿ ਬੜੇ ਲੋਕ ਉੱਥੇ ਇੱਦਾਂ ਦੇ ਮਿਲੇ ਜਿਹੜੇ ਕਿ ਲਾਈਕ ਮੈਨੂੰ ਲੱਗਿਆ, ਮੈਂ ਇਹੀ ਗੱਲ ਕਹੂੰਗਾ ਇਨਹਿਊਮਨ ਹੈ ਨਾ, ਕੋਈ ਇਨਸਾਨੀਅਤ ਨਹੀਂ ਸੀਗੀ। ਬਟ ਫਿਰ ਵੀ ਇਹ ਬੰਦਾ ਸੀ, ਇਹਨੇ ਆਪਣੀ ਹੈਲਪ ਕੀਤੀ। ਕਿੰਨੇ ਦਿੱਤੇ ਬਾਈ ਪੈਸੇ ਉਹਨੇ? ਇਸ ਤੋਂ ਮੈਂ ਵੀਰੇ ਟੋਟਲ 4000 ਰੁਪਏ ਉਧਾਰਾ ਲਿਆ ਸੀ। ਠੀਕ ਹੈ, ਤੇ ਉਹ ਮੈਂ ਹੁਣ ਜਿੱਦਾਂ ਹੀ ਆਪਾਂ ਇੱਥੇ ਆਏ ਨੈਟਵਰਕ 'ਚ ਆਇਆ, ਮੈਂ ਸੰਡੇ ਉਹਨਾਂ ਦਾ ਨੈਟਵਰਕ ਆ ਗਿਆ ਸੀ, ਉਹਨੂੰ ਕਾਲ ਕੀਤਾ, ਮੈਂ ਵਿਦਿਨ 2 ਮਿੰਟਸ ਹੈ ਨਾ ਉਹਨੂੰ ਨਾਲ ਦੀ ਨਾਲ ਪੈਸੇ ਟ੍ਰਾਂਸਫਰ ਕਰਤੇ। ਅੱਛਾ, ਤੁਸੀਂ ਜਿਹੜੀ ਗੱਲ ਦੱਸੀ ਆ ਬਾਈ, ਮੈਨੂੰ ਇਹ ਬੜੀ ਹੈਰਾਨਗੀ ਹੋਈ ਹੈ ਨਾ ਕਿ ਮੋਬਾਈਲ ਚਾਰਜ ਕਰਨ ਦੇ ਵੀ 50 ਤੋਂ 100 ਰੁਪਈਆ ਲਿਆ ਜਾਂਦਾ ਸੀ। ਜਦੋਂ ਉਹ ਇਹ ਪੈਸੇ ਚਾਰਜ ਕਰਦੇ ਸੀ, ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ? ਤੁਸੀਂ ਕਾਫੀ ਜਾਣੇ ਉੱਥੇ ਸਟਕ ਹੋਣੇ ਕਿ ਯਾਰ ਅਸੀਂ ਪਹਿਲਾਂ ਹੀ ਮੁਸ਼ਕਲ ਦੇ ਵਿੱਚ ਆ, ਯਾਰ ਤੁਸੀਂ ਹੈ ਨਾ ਇਹ ਕੰਮ ਨਾ ਕਰੋ, ਤੁਸੀਂ ਸਾਡੀ ਕੁਛ ਹੈਲਪ ਕਰ ਦਿਓ, ਤੁਹਾਡਾ ਕੀ ਜਾਣ ਲੱਗਿਆ? ਬਿਲਕੁਲ ਵੀਰੇ, ਤੁਹਾਨੂੰ ਪਤਾ ਹੀ ਹੈ ਪੰਜਾਬੀ ਬੰਦੇ ਹੈ ਨਾ, ਸਾਤੋਂ ਫਿਰ ਰਹਿ ਤਾਂ ਹੁੰਦਾ ਹੀ ਨਹੀਂ ਹੈ ਨਾ ਪੁੱਛਣ ਤੋਂ ਬਿਨਾਂ। ਤੇ ਓਬਵੀਅਸਲੀ ਹੋਰ ਤਾਂ ਕੋਈ ਨਹੀਂ ਪੁੱਛ ਰਿਹਾ ਸੀ, ਬਟ ਮੈਂ ਤਾਂ ਉਹਨੂੰ ਫਿਰ ਬੰਦੇ ਨੂੰ ਪੁੱਛ ਹੀ ਲਿਆ ਨਾ। ਮੈਂ ਕਿਹਾ ਯਾਰ ਵੀ ਇੰਨੀ ਵੀ ਕਾਹਦੀ ਲੁੱਟ ਮਚਾਈ ਹੋਈ ਹੈ ਨਾ, ਵੀ ਤੁਸੀਂ ਫੋਨ ਚਾਰਜ ਕਰਨ ਦੇ ਤੱਕ ਦੇ ਪਏ। ਉਹ ਫਿਰ ਉਹ ਬੰਦੇ ਨੇ ਵੀ ਵੈਸੇ ਆਪਣਾ ਇੱਕ ਜਿਹੜਾ ਪੱਖ ਰੱਖਣ ਦੀ ਲਾਈਕ ਹੈ ਨਾ ਕੋਸ਼ਿਸ਼ ਕੀਤੀ। ਉਹ ਕਹਿੰਦਾ ਕਿ ਨਹੀਂ, ਕਿ ਜਿਹੜਾ ਡੀਜ਼ਲ ਸੀ ਪਹਿਲਾਂ ਸਾਨੂੰ ਵੀ ਆਹ ਰੇਟ ਆ ਰਿਹਾ ਸੀ, ਹੁਣ ਸਾਨੂੰ ਉੱਥੋਂ ਮਹਿੰਗਾ ਪੈ ਰਿਹਾ ਹੈ ਨਾ। ਤੇ ਮੈਂ ਕਿਹਾ ਠੀਕ ਆ ਹੈ ਨਾ, ਵੀ ਮਹਿੰਗਾ ਪੈ ਰਿਹਾ, 100 ਆ ਰਿਹਾ ਸੀ ਤੁਹਾਨੂੰ 200 ਦਾ ਪੈ ਰਿਹਾ ਹੋਣਾ, 300 ਦਾ ਪੈ ਰਿਹਾ ਹੋਣਾ। ਬਟ ਮੈਂ ਕਿਹਾ ਤੁਸੀਂ ਆਪਣਾ ਮੈਨਿਊ ਦੇਖੋ, ਜਿਹੜੀ 10 ਵਾਲੀ ਚੀਜ਼ ਹੈ 20 ਵਾਲੀ ਚੀਜ਼ ਤੁਹਾਨੂੰ ਆਲਰੇਡੀ ਮੈਂ ਉਹ ਕਨਵੇ ਕਰ ਚੁੱਕਾ ਹੈ ਨਾ, ਕਿ ਉਹ ਪਹਿਲਾਂ ਹੀ ਤੁਸੀਂ 100 ਦੀ ਰੱਖੀ ਹੋਈ, ਤੁਸੀਂ ਉਹਦੇ 'ਚ ਹੀ ਇੰਨਾ ਮਾਰਜਨ ਰੱਖਿਆ ਹੋਇਆ। ਠੀਕ ਹੈ, ਤੇ ਤੁਸੀਂ ਫਿਰ ਫੋਨ ਚਾਰਜ ਕਰਨ ਦੇ ਵੀ ਪੈਸੇ ਲੈ ਰਹੇ ਹੈ ਨਾ। ਤੇ ਬਟ ਤੁਹਾਨੂੰ ਪਤਾ ਹੀ ਆ ਉੱਥੇ ਉਹ ਲੋਕਲ ਸੀਗੇ ਹੈ ਨਾ, ਉਹੀ ਗੱਲ ਵੀ ਕਿ ਮਾਈ ਪਲੇਸ ਮਾਈ ਰੂਲਸ
ਹੈ ਨਾ। ਤੇ ਉਹਨਾਂ ਨਾਲ ਫਿਰ ਅਸੀਂ ਉੱਥੇ ਹੁਣ ਇੱਕ ਤਰੀਕੇ ਨਾਲ ਕਹਿ ਲਓ ਆਊਟਸਾਈਡਰ ਸੀ ਅਸੀਂ, ਨਹੀਂ ਜ਼ਿਆਦਾ ਕਿਸੇ ਨਾਲ, ਹੈ ਨਾ। ਇੱਕ ਵੈਸੇ ਬੰਦਾ ਫਸਿਆ ਹੁੰਦਾ, ਅਗਲਾ ਕਹਿੰਦਾ ਯਾਰ ਕਿਉਂ ਕਿਸੇ ਨਾਲ ਲੜਨਾ ਇੱਥੇ। ਤੇ ਸੜਕਾਂ ਬਾਈ ਜਿਹੜੀਆਂ ਨੇ ਉਸ ਤੋਂ ਬਾਅਦ ਤੁਸੀਂ ਨਿਕਲਣ ਦਾ ਫੈਸਲਾ ਕਰਦੇ ਹੋ, ਤੁਹਾਨੂੰ ਹਾਲਾਂਕਿ ਤੁਸੀਂ ਕਹਿੰਦੇ ਹੋ ਪ੍ਰਸ਼ਾਸਨ ਨੇ ਕੋਈ ਹੈਲਪ ਨਹੀਂ ਕੀਤੀ, ਆਪਣੇ ਤੌਰ ਤੇ ਖੁਦ ਨੂੰ ਰੈਸਕਿਊ ਕਰਨ ਦੀ ਕੋਸ਼ਿਸ਼ ਕਰਦੇ ਹੋ, ਫਿਰ ਉਹ ਸਾਧਨ ਕੀ ਅਪਣਾਇਆ? ਸੜਕਾਂ ਕਿਉਂਕਿ ਖਤਮ ਸੀ, ਸਾਧਨ ਕੀ ਅਪਣਾਇਆ? ਲੱਤਾਂ। ਬਿਲਕੁਲ ਜੀ ਵੀਰੇ, ਲੱਤਾਂ ਹੀ ਕੰਮ ਆਈਆਂ। ਠੀਕ ਹੈ। ਤੇ ਕਹਿ ਲਓ ਇੱਕ ਉਹ ਪੁਰਾਣਾ ਜ਼ਮਾਨਾ ਜਿਹੜਾ ਆਪਣਾ ਕਹਿ ਲਓ ਆਪਾਂ ਕਹਿੰਦੇ ਬਾਬੇ ਆਦਮ ਵਾਲਾ ਜ਼ਮਾਨਾ, ਹੈ ਨਾ। ਉਹ ਵੀ ਜਿੱਥੇ ਲਾਈਟ ਵੀ ਨਹੀਂ ਸੀ, ਲਾਈਟ ਤੁਹਾਨੂੰ ਦੱਸਿਆ ਕੁਛ ਗਿਣਵੇਂ ਚੁਣਵੇਂ ਜਿਹੜੇ ਰੈਸਟੋਰੈਂਟ ਸੀ ਉੱਥੇ ਹੀ ਸੀ ਲਾਈਟ। ਤੇ ਉਹ ਵੀ ਤੁਹਾਨੂੰ ਦੱਸਿਆ ਕਿ ਫੋਨ ਚਾਰਜ ਤੱਕ ਦੇ ਪੈਸੇ ਲੈ ਰਹੇ ਸੀ। ਤੇ ਆਪਾਂ ਦਾ ਜਿੱਥੇ ਰਹਿ ਰਹੇ ਸੀ ਉੱਥੇ ਤਾਂ ਬਿਲਕੁਲ ਲਾਈਟ ਨਹੀਂ ਸੀ। ਫਿਰ ਉੱਥੇ ਰਾਤ ਨੂੰ ਮੋਮਬੱਤੀਆਂ 2 ਘੰਟੇ ਲਈ ਜਲਾਣੀਆਂ ਆਪਾਂ, ਫਿਰ ਆਪਣਾ ਖਾਣਾ ਖੂਣਾ ਖਾਣਾ ਤੇ ਖਾ ਕੇ ਸੋ ਜਾਣਾ ਗਰਮੀ ਦੇ ਵਿੱਚ। ਚਲੋ ਗਰਮੀ ਤਾਂ ਉੱਥੇ ਨਹੀਂ ਸੀ, ਮੌਸਮ ਤੁਹਾਨੂੰ ਪਤਾ ਪਹਾੜਾਂ 'ਚ ਥੋੜ੍ਹੀ ਜਿਹੀ ਠੰਡ ਹੀ ਹੁੰਦੀ, ਮੌਸਮ ਠੀਕ ਸੀ। ਤੇ ਰਹਿ ਗਈ ਗੱਲ ਰਸਤੇ ਦੀ, ਤੁਹਾਨੂੰ ਦੱਸਿਆ ਕਿ ਕਨੈਕਟੀਵਿਟੀ ਜ਼ੀਰੋ ਸੀ। ਠੀਕ ਹੈ। ਹੁਣ ਸਾਨੂੰ ਉੱਥੇ ਚਲੋ ਬਾਈ ਰੋਡ ਤਾਂ ਰਸਤੇ ਨੂੰ ਪਤਾ ਹੁੰਦਾ, ਬਟ ਰੋਡ ਤਾਂ ਖਤਮ ਹੀ ਸੀ ਉੱਥੇ, ਹੈ ਨਾ। ਤੇ ਦੂਜੀ ਗੱਲ ਸਾਨੂੰ ਪਤਾ ਹੀ ਨਹੀਂ ਸੀ ਕਿ ਕਿੰਨੇ ਖਤਮ ਹੈ, ਕੀ ਹਾਲਾਤ ਹੈ ਕੀ ਨਹੀਂ, ਹੈ ਨਾ। ਜਿੱਦਾਂ ਉਹ ਲੋਕਲ ਆ ਕੇ ਸਾਨੂੰ ਦੱਸ ਰਹੇ ਸੀ, ਹੈ ਨਾ। ਕਿਉਂਕਿ ਉਲਟਾ ਤੁਹਾਨੂੰ ਮੈਂ ਇਹ ਦੱਸਿਆ, ਇੱਕ ਤਾਂ ਹੁੰਦਾ ਵੀ ਫਾਈਨੈਂਸ਼ੀਅਲੀ ਕਿਸੇ ਦੀ ਹੈਲਪ ਕਰਨੀ, ਹੈ ਨਾ। ਇੱਕ ਹੁੰਦਾ ਵੀ ਇਮੋਸ਼ਨਲੀ ਹੈਲਪ ਕਰਨੀ, ਹੈ ਨਾ। ਫਾਈਨੈਂਸ਼ੀਅਲੀ ਤਾਂ ਉਹਨਾਂ ਨੇ ਚਲੋ ਵੀ ਕਿਸੇ ਨੇ ਹੈਲਪ ਨਹੀਂ ਕੀਤੀ। ਮੈਂ ਇੱਕ ਹੈ ਨਾ ਲਾਈਕ ਤੁਹਾਨੂੰ ਗੱਲ ਕਰਨੀ ਚਾਹਾਂਗਾ, ਚੈਟ ਕਰਨੀ ਚਾਹਾਂਗਾ, ਟੋਟਲ ਜਿਹੜੀ ਸਾਡੀ 6 ਬੰਦਿਆਂ ਨੇ ਹੈਲਪ ਕੀਤੀ, 6 ਚੋਂ ਸਿਰਫ ਇੱਕ ਬੰਦਾ ਸੀ ਜਿਹੜਾ ਬੰਦਾ ਉੱਥੇ ਦਾ ਲੋਕਲ ਸੀ ਜਿਹਨੇ ਹੈਲਪ ਕੀਤੀ। 5 ਹੋਟਲ ਵਾਲਾ ਬਿਲਕੁਲ ਹੋਟਲ ਵਾਲਾ। ਤੇ 5 ਬੰਦੇ ਜਿਹੜੇ ਸੀ ਉਹ ਬਾਹਰ ਦੇ ਸੀ, ਉਹਨਾਂ ਵਿੱਚੋਂ ਵੀ 2 ਨੇਪਾਲੀ ਸੀ। ਠੀਕ ਹੈ। ਇੱਕ ਬੰਦਾ ਬਿਹਾਰੀ ਸੀ, ਇੱਕ ਬੰਦਾ ਦਿੱਲੀ ਦਾ ਸੀ ਤੇ ਇੱਕ ਹਰਿਆਣਵੀ ਸੀ। ਬਾਕੀ ਹੋਰ ਸਾਡੀ ਕਿਸੇ ਨੇ ਬਾਂਹ ਨਹੀਂ ਫੜੀ। ਤੇ ਰਹਿ ਗਈ ਗੱਲ ਉਸ ਤੋਂ ਬਾਅਦ ਜਿਹੜਾ ਸਾਡਾ ਮੇਨ ਹੈ ਨਾ, ਹੁਣ ਉੱਥੋਂ ਆਪਾਂ ਟਰਾਈ, ਕਿਉਂਕਿ ਸਾਨੂੰ ਪਤਾ ਨਹੀਂ ਸੀ ਕਿੰਨਾ ਸੀ, ਉਹ ਲੋਕਲ ਡਰਾਈ ਜਾ ਰਹੇ ਸੀ ਕਿ ਨਹੀਂ ਬਾਹਰ ਤੋਂ ਬਹੁਤ, ਜੈਸੇ ਹਮ अपनी लैंग्वेज बोलते हैं ना कि बाहर तो बहुत भाई जी बाहर तो बहुत बाढ़ आ रखी है, ऐसे करके ख़त्म हो जाओगे आप, है ना, लॉक हो आप, ਜਿਹੜੀ ਆਪਣੇ ਐਕਸੈਂਟ ਬੋਲਦੀ ਹੈ। ਤੇ ਉਹ ਡਰਾਈ ਜਾਣ ਲਾਈਕ ਸਾਨੂੰ ਨਾ। ਤੇ ਉਹ ਮੈਨੂੰ ਮੈਂ ਆਪਣਾ ਜਿਹੜਾ ਨਾਲ ਸੀ ਇੱਕ ਮੁੰਡਾ ਹੋਰ ਆਪਣਾ ਫਸਿਆ ਜਿੱਥੇ, ਮੈਂ ਉਹਨੂੰ ਕਹਾਂ ਕਿ ਲਾਈਕ ਇਹਨਾਂ ਦਾ, ਮੈਂ ਕਿਹਾ ਵੀ ਸ਼ਾਇਦ ਇਹਨਾਂ ਦਾ ਟ੍ਰਿਕ ਹੋਣਾ ਡਰਾਉਣ ਦਾ ਕਿ ਫਸੇ ਰਹਿਣ ਇੱਥੇ, ਰੁਕੇ ਰਹਿਣ ਤੇ ਆਪਣਾ ਇਹਦਾ ਬਿਜ਼ਨਸ ਚੱਲ ਰਿਹਾ ਇਹਨਾਂ ਦਾ ਤਾਂ, ਹੈ ਨਾ, ਓਬਵੀਅਸ ਜੀ ਗੱਲ ਹੈ। ਤੇ ਫਿਰ ਬਟ ਫਿਰ ਵੀ ਤੇ ਇਹਨਾਂ ਦਿਨਾਂ 'ਚ ਕੋਈ ਉੱਥੇ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਪੁੱਜਿਆ, ਉੱਥੇ ਕੋਈ ਹੈਲਪ ਨਹੀਂ, ਕੋਈ ਕੁਛ ਨਹੀਂ ਉੱਥੇ। ਤੇ ਲੈ ਦੇ ਕੇ ਉੱਥੇ ਬੰਦਾ ਕੋਈ ਜਿਹੜਾ ਪੁਲਿਸ ਵਾਲਾ ਸੀ ਉਹ ਥਰਸਡੇ ਆਉਂਦਾ। ਥਰਸਡੇ ਵੀ ਤੁਹਾਨੂੰ ਮੈਂ ਕੀ ਦੱਸਾਂ ਕਿ ਉਹ ਥਰਸਡੇ ਬੰਦਾ, ਅਸੀਂ ਸੈਟਰਡੇ ਫਸੇ ਹੋਏ ਸੀ, ਸੈਟਰਡੇ ਤੋਂ ਬਾਅਦ ਥਰਸਡੇ ਆਇਆ ਪੁਲਿਸ ਵਾਲਾ। ਉਹ ਬੰਦਾ ਵੀ ਸਪੈਸ਼ਲ ਕੋਈ ਲਾਈਕ ਰੈਸਕਿਊ ਕਰਨ ਲਈ ਨਹੀਂ ਆਇਆ ਸੀ। 2 ਬੰਦੇ ਸੀ, ਉਹਨਾਂ ਨੇ ਕੀ ਰੈਸਕਿਊ ਕਰਨਾ ਸੀ ਵੈਸੇ ਵੀ, ਹੈ ਨਾ। ਉਹ ਬੰਦਾ ਕੋਈ ਉਹਨਾਂ ਨੂੰ, ਇੱਕ ਬੰਦਾ ਉੱਥੇ ਹੋਰ ਫਸਿਆ ਹੋਇਆ ਸੀ ਯੂਪੀ ਦਾ, ਲਖਨਊ ਦਾ। ਉਹ ਲਖਨਊ ਦੀ ਉਹਦੀ ਅਪਰੋਚ ਅੱਛੀ ਸੀ ਉਹਦੇ ਘਰਦਿਆਂ ਦੀ। ਤੇ ਉਹਦੇ ਘਰਦਿਆਂ ਨੇ ਜਿਹੜਾ ਗਵਰਨਰ ਆਫ ਹਿਮਾਚਲ ਹੈ ਆਫਿਸ 'ਚ, ਉੱਥੇ ਉਹਨਾਂ ਨੂੰ ਅਪਰੋਚ ਕੀਤਾ। ਤੇ ਉਹ ਤਦੇ ਹੀ ਪੁਲਿਸ ਵਾਲੇ ਉਹ ਬੰਦੇ ਦੇ ਪਿੱਛੇ ਲਾਈਕ ਉਹ ਅਪਰੋਚ ਕਰਕੇ ਉਹ ਪੁਲਿਸ ਵਾਲੇ ਉਹ ਤਾਂ ਆਏ ਸੀ ਸਪੈਸ਼ਲ। ਅੱਛਾ। ਯਾਨੀ ਕਿ ਉਹਨਾਂ ਦੀ ਕੋਈ ਮਨਸ਼ਾ ਨਹੀਂ ਸੀ, ਕੋਈ ਰੈਸਕਿਊ ਦੀ ਕੋਈ ਮਨਸ਼ਾ ਨਹੀਂ ਸੀ। ਅੱਛਾ, ਵੀ ਇੱਥੇ ਫਸੇ ਹੋਏ ਨੇ ਕੁਝ ਜਾਂ ਕੋਈ ਨਹੀਂ। ਉਹਨੇ ਉੱਥੇ ਆ ਕੇ ਸਿਰਫ ਉਹ ਬੰਦੇ ਦਾ ਨਾਮ ਪੁੱਛਿਆ। ਜਦੋਂ ਉੱਥੇ ਲੱਭਦੇ ਲਭਾਉਂਦੇ ਆਏ, ਉਹ ਇਹ ਕਹਿ ਲਓ ਵੀ ਫੋਰਚੂਨੇਟਲੀ ਉਹ ਬੰਦਾ ਜਿੱਥੇ ਮੇਰਾ ਹੋਟਲ ਸੀ, ਆਪਣਾ ਜਿਹੜੇ ਹੋਟਲ 'ਚ ਮੈਂ ਰੁਕਿਆ ਹੋਇਆ ਸੀ ਉੱਥੇ ਰੁਕਿਆ ਹੋਇਆ ਸੀ। ਤੇ ਜਦੋਂ ਪੁਲਿਸ ਵਾਲਿਆਂ ਨੇ ਫਿਰ ਉੱਥੇ ਆ ਕੇ ਗੱਲ ਕੀਤੀ, ਫਿਰ ਉਹ ਬੰਦੇ ਨੂੰ ਦੱਸਿਆ ਵੀ ਇੱਦਾਂ ਕਰਕੇ ਵੀ ਆਪਾਂ ਤੇਰੇ ਲਈ ਆਏ ਸਪੈਸ਼ਲ। ਠੀਕ ਹੈ। ਵੀ ਇੱਦਾਂ ਕਰਕੇ ਗਵਰਨਰ ਆਫਿਸ ਤੇਰੀ ਕਾਲ ਆਈ। ਤੇ ਚਲੋ ਉਹਨਾਂ ਨੇ ਚਲੋ ਆਪਣੀ ਵਾਰਤਾਲਾਪ ਦੀ ਗੱਲ ਖਤਮ ਕੀਤੀ। ਤੇ ਮੈਨੂੰ ਫਿਰ ਇਹ ਸੀ, ਮੈਂ ਕਿਹਾ ਇਹਨੂੰ ਪੁੱਛਾਂ ਵੀ ਤੂੰ ਆਇਆ ਕਿਵੇਂ ਆਇਆ ਨਾ। ਮੈਂ ਕਿਹਾ ਓਬਵੀਅਸ ਜੀ ਗੱਲ ਹੈ, ਮੈਂ ਕਿਹਾ ਇਹ ਵੀ ਤਾਂ ਆਇਆ ਤਾਂ ਆਪਾਂ ਵੀ ਜਾ ਸਕਦੇ ਹਾਂ ਨਾ। ਤੇ ਮੈਂ ਉਹਨੂੰ ਪੁੱਛਿਆ, ਉਹਨੂੰ ਦੱਸਿਆ ਬੰਦੇ ਨੇ ਕਿ ਆਪਾਂ ਅਰਾਊਂਡ ਵੀ 40 ਕਿਲੋਮੀਟਰ ਆਪਾਂ ਪੈਦਲ ਚੱਲ ਕੇ ਆਏ। ਤੇ ਮੈਂ ਉਹਨੂੰ ਇਹ ਵੀ ਪੁੱਛਿਆ ਕਿ ਬਾਈ ਤੂੰ ਵੀ ਯਾਰ ਇੰਨੇ ਦਿਨ ਹੋ ਗਏ ਨਾ ਵੀ ਤੁਹਾਡੀ ਕੋਈ ਹੈਲਪ ਹੀ ਨਹੀਂ ਪ੍ਰਸ਼ਾਸਨ ਵੱਲੋਂ, ਤੇ ਹੋਰ ਵੀ ਕੌਣ ਹੈਲਪ ਕਰੇਗਾ ਨਾ ਲੋਕਾਂ ਦੀ, ਜਦੋਂ ਪੁਲਿਸ ਨਹੀਂ ਹੈਲਪ ਕਰੇਗੀ ਤਾਂ ਕੌਣ। ਤੇ ਉਹਨੇ ਇਹ ਗੱਲ ਦੱਸੀ, ਕਹਿੰਦਾ ਕਿ ਯਾਰ ਦੇਖੋ ਸਾਡੇ ਹੀ ਬੱਚੇ ਹੈ ਕਿ ਹੈ ਨਾ 20-25 ਕਿਲੋਮੀਟਰ ਚੱਲ ਕੇ ਆਉਣਾ ਔਰ 20-25 ਕਿਲੋਮੀਟਰ ਵਾਪਸ ਜਾਣਾ। ਕਹਿੰਦਾ ਕਿ 50-60 ਕਿਲੋਮੀਟਰ ਦਾ ਹੈ ਨਾ ਸਾਨੂੰ ਵੀ ਵਾਕਵੇ ਸੀਗਾ ਆਉਣ ਜਾਣ ਦਾ। ਤੇ ਸਾਡੇ ਵੀ ਕਹਿ ਲਓ ਵੀ ਸਾਡਾ ਵੀ ਸਾਨੂੰ ਡਰ, ਸਾਡੇ ਹੱਥ ਖੜੇ ਨੇ, ਸਾਨੂੰ ਡਰ ਲੱਗ ਰਿਹਾ ਸੀ ਕਿ ਅੱਜ ਤਾਂ ਚਲੋ ਇਹ ਕਹਿ ਲਓ ਵੀ ਜਾਂ ਫਿਰ ਇੱਕ ਤਰੀਕੇ ਨਾਲ ਵੀ ਸਿਫਾਰਿਸ਼ ਆਈ ਕੋਈ, ਉਹਦੇ ਕਰਕੇ ਸਾਨੂੰ ਉਹ ਵੀ ਗਵਰਨਰ ਆਫਿਸ ਹੈ ਨਾ, ਛੋਟੀ ਮੋਟੀ ਗੱਲ ਨਹੀਂ ਸੀ ਕੋਈ। ਤੇ ਉਹਨਾਂ ਨੂੰ ਆਉਣਾ ਪਿਆ। ਫਿਰ ਮੁੱਕਦੀ ਗੱਲ ਕਿ ਉਹਨੇ ਜਦੋਂ ਦੱਸਿਆ ਕਿ ਵੀ ਆਪਾਂ ਆਹ ਰਸਤੇ ਤੋਂ ਆਏ ਤੇ ਆਪਾਂ ਠੀਕ ਆਏ। ਤੇ ਅਸੀਂ ਵੀ, ਮੇਰੇ ਨਾਲ ਇੱਕ ਮੁੰਡਾ ਹੋਰ ਸੀ ਆਪਣਾ ਇੱਧਰ ਦਾ ਹੀ ਮੁੰਡਾ, ਲੋਕਲ ਹੀ ਹੈ ਮੁੱਲਾਂਪੁਰ ਦਾ। ਤੇ ਫਿਰ ਮੈਂ ਉਹਨੂੰ ਲਾਈਕ ਉਹਨੂੰ ਵੀ ਨਾਲ ਮੋਟੀਵੇਟ ਕੀਤਾ। ਮੈਂ ਕਿਹਾ ਵੀ ਕੋਈ ਦਿੱਕਤ ਨਹੀਂ ਹੈ, ਮੈਂ ਕਿਹਾ ਜਦੋਂ ਇਹ ਆ ਸਕਦੇ ਤਾਂ ਆਪਾਂ ਕਿਉਂ ਨਹੀਂ ਸਕਦੇ, ਹੈ ਨਾ। ਤੇ ਮੈਂ ਕਿਹਾ ਉਹੀ ਪੰਜਾਬੀਆਂ ਵਾਲਾ ਖੂਨ ਜਿਹੜਾ ਉਹ ਆ ਗਿਆ ਕਿ ਕੋਈ ਗੱਲ ਨਹੀਂ ਯਾਰ ਦੇਖ ਲਾਂਗੇ। ਕੋਈ ਗੱਲ ਹੁਣ ਵੀਰੇ ਤੁਹਾਨੂੰ ਇਹ ਦੱਸਣਾ ਨਾ ਕਿ ਮੁਸੀਬਤ ਇਹ ਨਹੀਂ ਸੀ ਕਿ ਆਪਾਂ ਉੱਥੇ ਫਸੇ ਹੋਏ ਹਾਂ। ਮੁਸੀਬਤ ਇਹ ਸੀ ਕਿ ਸਾਡੇ ਕੋਲ ਇੱਕ ਤਾਂ ਨੈਟਵਰਕ ਨਹੀਂ ਸੀ ਤੇ ਪਲੱਸ ਕੈਸ਼ ਵੀ ਖਤਮ ਹੋ ਰਿਹਾ ਸੀ। ਠੀਕ ਹੈ। ਔਰ ਜੇਬ ਨਹੀਂ ਧੇਲਾ, ਫਿਰ ਕੀ ਦੇਖਣਾ, ਮੇਲਾ ਵਾਲਾ ਕੰਮ ਸੀ ਹੈ ਨਾ ਉੱਥੇ। ਤੇ ਉੱਥੇ ਫਿਰ ਜਦੋਂ ਇਹ ਗੱਲ ਹੋਈ ਤਾਂ ਅਸੀਂ ਆਪਣਾ ਕਹਿ ਲਓ ਇੱਕ ਦਿਨ ਦਾ ਟੈਂਟ ਫੋੜੀ ਚੱਕੀ ਤੇ ਨਿਕਲੋ ਫਿਰ। ਤੇ ਵਿੱਚ ਬੰਦਾ ਫਿਰ ਟਰਾਈ ਕਰਦੀ ਹੈ, ਚਲੋ ਵੀ ਹੋ ਸਕਦਾ ਵੀ ਇੱਕ ਵੀ ਟਰਾਈ ਹੋਰ ਮਾਰ ਕੇ ਸਾਡੀ ਕੋਈ ਹੈਲਪ ਕਰ ਦੇਵੇ, ਹੈ ਨਾ। ਇੱਕ ਉਮੀਦ, ਚਲੋ ਕਹਿ ਲਓ ਕਿ ਜਿਵੇਂ ਇੱਕ ਨੇ ਜੇਕਰ ਕੁਝ ਬੁਰਾ ਤੁਹਾਡੇ ਨਾਲ ਕਰ ਦਿੱਤਾ ਤਾਂ ਸਾਰੇ ਨਹੀਂ
ਹਨਾ ਬਿਲਕੁਲ। ਬੁਰੇ ਹੋ ਸਕਦੇ। ਉਮੀਦ ਤਾਂ ਐਦਾਂ ਹੈ ਜੀ, ਉਮੀਦ ਤਾਂ ਤੁਹਾਨੂੰ ਪਤਾ ਆਪਾਂ ਜਿਹੜੇ ਪੰਜਾਬੀ ਹੈ ਇਹ ਕੌਮ ਉਮੀਦ ਛੱਡਣ ਵਾਲੀ ਤਾਂ ਹੈ ਹੀ ਨਹੀਂ ਹੈ ਨਾ। ਤੇ ਅਸੀਂ ਉਮੀਦ ਤੱਕ ਐ ਕਹਿ ਲਓ ਕਿ ਮੈਂ ਅੱਧੇ ਪਿੰਡ ਤੋਂ ਉਧਾਰੇ ਪੈਸੇ ਮੰਗ ਕੇ ਦੇਖ ਲਏ ਹੋਏ ਸੀ ਹੈ ਨਾ, ਵੀ ਜਿੰਨਾ ਹੋ ਸਕਦਾ ਸੀ। ਅੱਛਾ, ਉਸ ਪਿੰਡ ਤੋਂ ਮੰਗ ਚੁੱਕੇ ਸੀ ਤੁਸੀਂ? ਹਾਂ, ਜਿੰਨੇ ਹੋ ਸਕਦੇ ਬੰਦੇ, ਅੱਧਾ ਪਿੰਡ ਜਾਣਨ ਲੱਗ ਪਿਆ ਸੀ ਸਾਨੂੰ ਹੈ ਨਾ, ਵੀ ਇਹ ਬੰਦੇ ਹੈਗੇ ਦੋ ਜਿਹੜੇ ਪੈਸੇ ਉਧਾਰੇ ਮੰਗੀ। ਹੋ ਸਕਦਾ ਬਾਕੀ ਆਪਣਾ ਕੈਸ਼ ਲੈ ਕੇ ਆਏ ਹੋਏ ਸੀ, ਸਾਡੇ ਕੋਲ ਉਹਨਾਂ ਕੈਸ਼ ਨਹੀਂ ਸੀ। ਤੇ ਅਸੀਂ ਫਿਰ ਕਹਿ ਲਓ ਵੀ ਅਸੀਂ ਫਿਰ ਉੱਥੋਂ ਆਪਣੀ ਪੈਦਲ ਯਾਤਰਾ ਸਟਾਰਟ ਕੀਤੀ। ਤੇ ਰਸਤੇ ਵਿੱਚ ਆਪਾਂ ਥੋੜ੍ਹਾ ਜਿਹਾ ਕਿਸੇ ਬੰਦੇ ਤੋਂ ਫਿਰ ਹੈਲਪ ਮੰਗੀ, ਵੀ ਯਾਰ ਵੀ ਸਾਨੂੰ ਕੁਛ ਦੱਸੋ, ਰਾਹ ਦੱਸੋ। ਤੇ ਉਹ ਬੰਦਾ ਵੈਸੇ ਸਾਨੂੰ ਸਮਝਾ ਰਿਹਾ ਸੀ, ਬਟ ਉਹ ਕਹਿੰਦਾ ਕਿ ਦੇਖੋ ਤੁਸੀਂ ਵੀ ਬਾਹਰ ਦੇ ਹੋ, ਤੁਹਾਨੂੰ ਮੇਨ ਰੋਡ ਤੋਂ ਚਲੋ ਤੁਹਾਨੂੰ ਪਤਾ ਲੱਗ ਜਾਏਗਾ, ਬਟ ਇਹ ਜਿਹੜਾ ਰਸਤਾ ਹੈ ਇਹ ਇੱਕ ਤੁਸੀਂ ਕਹਿ ਲਓ ਜਿਵੇਂ ਉਹਨਾਂ ਦਾ ਬੱਕਰੀਆਂ ਦਾ ਜਾਂ ਭੇਡਾਂ ਦਾ ਆਪਾਂ ਕਹਿੰਦੇ ਨਾ ਚਰਾਹ ਹੁੰਦਾ ਹੈ ਨਾ, ਉਹ ਚਰਾਹੇ ਵਾਲਾ ਰਸਤਾ ਸੀ ਉਹ। ਅੱਛਾ। ਤੇ ਉਹ ਸਾਨੂੰ ਸਮਝਾਤਾ ਰਿਹਾ ਸੀ, ਬਟ ਉਹਨੇ ਸਾਨੂੰ ਇੱਕ ਸਲਾਹ ਦਿੱਤੀ, ਕਹਿੰਦਾ ਵੀ ਸਾਡੇ ਇੱਥੇ ਇੱਕ ਉਹਨਾਂ ਨੂੰ ਕਹਿੰਦੇ ਉਹ ਪੋਟਰ, ਜਿਵੇਂ ਟਰਾਂਸਪੋਰਟਰ ਕਹਿੰਦਾ, ਉਹਨਾਂ ਦੀ ਸ਼ਾਰਟ ਫਾਰਮ ਹੈ ਪੋਟਰ ਹੈ ਨਾ, ਕਿ ਸਾਡੇ ਪੋਟਰ ਹੈਗੇ ਨੇ ਇੱਥੇ, ਤੁਸੀਂ ਉਹਨਾਂ ਦੇ ਨਾਲ ਗੱਲ ਕਰ ਲਓ ਹੈ ਨਾ। ਹੁਣ ਮੈਨੂੰ ਨਹੀਂ ਪਤਾ ਸੀ, ਦੱਸਿਆ ਉਹਨਾਂ ਕਹਿੰਦੇ ਵਿਆਹ ਬੰਦੇ ਪੋਟਰ ਇਹਨਾਂ ਨਾਲ ਗੱਲ ਕਰੋ। ਆਪਾਂ ਪੋਟਰਾਂ ਕੋਲ ਗਏ ਵੀ ਇੱਦਾਂ ਕਰਕੇ ਬਈ ਸਾਨੂੰ ਯਾਰ ਵੀ ਲਾਓ ਸਾਡੀ ਕਿਤੇ ਹੈ ਨਾ, ਵੀ ਬੰਨੇ ਲਾਓਗੇ ਤੇ ਸਾਡੀ ਬੰਨੇ ਲਾਓ, ਸਾਡੀ ਬੇੜੀ ਕਿਤੇ ਪਾਰ ਲਾਓ ਹੈ ਨਾ। ਤੇ ਉਹਦੇ ਨਾਲ ਜਦੋਂ ਫਿਰ ਗੱਲ ਹੋਈ ਪੋਟਰ ਨੇ, ਤੇ ਪੋਟਰ ਨੇ ਸਾਨੂੰ ਡਿਮਾਂਡ ਕੀਤੀ ਜੀ ਪਰ ਪਰਸਨ, ਪਹਿਲਾਂ ਕਹਿੰਦਾ ਵੀ 5000 ਰੁਪਏ ਲਵਾਂਗਾ ਮੈਂ ਪਰ ਪਰਸਨ। 5000? 5000 ਕਿੰਨੇ ਕਿਲੋਮੀਟਰ ਦਾ? ਕਿਲੋਮੀਟਰ ਤੱਕ ਕਹਿ ਲਓ ਤੁਸੀਂ ਹੈਗੇ ਸੀ ਅਰਾਊਂਡ 20 ਕਿਲੋਮੀਟਰ ਤੱਕ ਤਾਂ ਹੈਗਾ ਸੀ ਜਿਹੜੇ ਪੈਦਲ ਸੀ। ਠੀਕ ਹੈ, ਵਿੱਚ 3-4 ਕਿਲੋਮੀਟਰ ਦੀ ਜਿਹੜਾ ਸਾਨੂੰ ਬਾਅਦ 'ਚ ਜਾ ਕੇ ਪਤਾ ਲੱਗਿਆ ਕਿ ਟੈਕਸੀ ਵੀ ਸੀ। ਉਹ ਪੋਟਰ ਨੂੰ ਪਤਾ ਸੀ ਕਿ ਇੰਨੇ ਵੀ ਟੈਕਸੀ ਵੀ ਲੈਣੀ ਪੈਂਦੀ, ਇੰਨਾ ਕੁ ਪੈਦਲ ਆਉਣਾ ਪੈਂਦਾ। ਤੇ ਪੋਟਰ ਨੂੰ ਆਪਾਂ ਫਿਰ ਪੁੱਛਿਆ ਵੀ, ਉਹ ਕਹਿੰਦਾ ਕਿ ਤੁਹਾਡਾ ਮੈਂ ਭਾਰ ਵੀ ਨਾਲ ਚੱਕਾਂਗਾ ਜਿਹੜਾ ਸੀ। ਭਾਰ ਵੀ ਚਲੋ ਕਿੰਨਾ ਕੁ ਸਾਡੇ ਕੋਲ ਟੋਟਲੀ ਮੈਂ ਕਹਿੰਦਾ 20-25 ਕਿਲੋ ਭਾਰ ਸੀ ਦੋਨਾਂ ਕੋਲ ਮਿਲਾ ਕੇ ਸਾਡਾ ਹੈ ਨਾ। ਤੇ ਉਹ ਕਹਿੰਦਾ ਕਿ 20 ਕਿਲੋਮੀਟਰ ਜਿਹੜਾ 20 ਕਿਲੋ ਤੱਕ ਜਿਹੜਾ ਸੀ ਉਹਦੀ ਇੱਕ ਸਲੈਬ ਬਣੀ ਹੋਈ ਸੀ ਕਿ 20 ਕਿਲੋ ਤੱਕ ਆਪਾਂ 5000 ਲੈਣੇ, 20 ਕਿਲੋ ਤੋਂ 1 ਕਿਲੋ ਵੀ ਉੱਪਰ ਚਲਾ ਗਿਆ ਫਿਰ ਆਪਾਂ ਲੈਣਾ 10000 ਰੁਪਏ ਪਰ ਪਰਸਨ। ਪਰ ਪਰਸਨ ਜੇ 21 ਕਿਲੋ ਭਾਰ ਹੋ ਗਿਆ ਪੋਟਰ ਕੋਲ ਤਾਂ ਉਹ 10000 ਲਏਗਾ? ਬਿਲਕੁਲ ਬਿਲਕੁਲ। ਉਹ ਕਹਿੰਦਾ ਚਲੋ ਤੁਸੀਂ ਦੋ ਬੰਦੇ ਆ, ਤੇ ਕਹਿੰਦਾ ਤੁਸੀਂ ਵੀ ਸਾਨੂੰ ਵੀ ਉਹੀ ਬਾਰਗੇਨ, ਵੀ ਕਹਿੰਦਾ ਵੀ ਤੁਹਾਨੂੰ ਚਲੋ ਇੱਕ ਤਰੀਕੇ ਨਾਲ ਆਫਰ ਦੇ ਦਿੰਦਾ ਵੀ 8000 ਰੁਪਇਆ। ਉਹ ਮੈਂ ਕਿਹਾ ਜਿਵੇਂ ਹੈ ਨਾ ਤੁਹਾਨੂੰ ਦੱਸੀ ਮੈਂ ਗੱਲ ਹੈ ਨਾ ਵੀਰੇ ਆਫ ਦਾ ਰਿਕਾਰਡ, ਕਿ ਮੇਰੇ ਕੋਲ ਤਾਂ ਵੀ ਪੈਸੇ ਹੀ ਲੈ ਦੇ ਕੇ 1300 ਰੁਪਏ ਬਚਿਆ ਸੀ ਹੈ ਨਾ। ਤੇ ਉਹ ਤਾਂ ਫਿਰ ਜਮਾਂ ਹੀ ਫਿਰ ਵੀ ਕਹਿ ਲਓ ਵੀ ਉਹ ਤਾਂ ਸਿਰ ਤੋਂ ਹੀ ਲੰਘੀ ਗੱਲ ਹੈ ਨਾ, ਵੀ ਨਹੀਂ ਬਾਈ ਇਹ ਤਾਂ ਵੀ ਬਸ ਦੀ ਗੱਲ ਹੈ ਹੀ ਨਹੀਂ ਹੈ ਨਾ। ਤੇ ਉਹਨੂੰ ਬਾਈ ਜਦੋਂ ਥੋਤੋਂ 5000 ਮੰਗਿਆ, ਉੱਥੇ ਹੋਟਲ ਵਾਲੇ ਨੇ ਮੰਗੇ ਜਾਂ ਥੋਤੋਂ ਚਾਰਜਿੰਗ ਵਾਲੇ ਨੇ 100 ਰੁਪਈਆ ਜਾਂ 50 ਰੁਪਏ ਜਿੰਨੇ ਵੀ ਮੰਗੇ, ਫਿਰ ਉਸ ਟਾਈਮ ਪੰਜਾਬ ਕਿੰਨਾ ਯਾਦ ਆਇਆ? ਪੰਜਾਬ ਦਾ ਕੀ ਯਾਦ ਆਇਆ ਯਾਰ ਜੇ ਅਸੀਂ ਅੱਜ ਕੱਲ੍ਹ ਪੰਜਾਬ 'ਚ ਹੁੰਦੇ? ਬਿਲਕੁਲ ਵੀਰੇ, ਪੰਜਾਬ ਦੇਖੋ ਪੰਜਾਬ ਤਾਂ ਯਾਦ ਹੀ ਰਹਿੰਦਾ, ਦਿਲ 'ਚ ਹੀ ਆ ਪੰਜਾਬ ਤਾਂ ਹੈ ਨਾ, ਜਿਹੜਾ ਹਰ ਇੱਕ ਪੰਜਾਬੀ ਉਹਦੇ ਨਾ। ਬਟ ਉਸ ਟਾਈਮ ਇੱਕ ਵਾਕਈ ਇੱਕ ਤੁਸੀਂ ਕਹਿ ਲਓ ਨਾ ਕਿ ਇੱਕ ਗੱਲ ਇੱਕ ਹੁੰਦੀ ਨਾ ਵੀ ਕਲਿੱਕ ਕਰਨੀ ਜਾਂ ਹੈ ਨਾ ਆਪਣੇ ਆਪ ਨੂੰ ਇੱਕ ਵੀ ਗੱਲ ਫੀਲ ਹੋਈ ਪ੍ਰੋਪਰ ਅੰਦਰ ਪੰਜਾਬ ਫੀਲ ਹੋਇਆ ਆਪਣੇ ਹੈ ਨਾ, ਕਿ ਨਹੀਂ ਯਾਰ, ਕਿਉਂਕਿ ਇਹ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ ਵੀ ਕਿਤੇ ਚਾਹੇ ਉਹ ਪੰਜਾਬ 'ਚ ਆਪਦਾ ਆਉਂਦੀ ਹੈ ਚਾਹੇ ਕਿਤੇ ਵੀ ਆਉਂਦੀ ਹੈ ਨਾ, ਲੋਕੀ ਇਹ ਵੀ ਚੀਜ਼ ਕਹਿੰਦੇ ਨਹੀਂ ਵੀ ਲੋਕੀ ਵੀ ਪੰਜਾਬੀ ਜਿਹੜੇ ਇਹ ਗੱਲ ਦੀ ਧੌਂਸ ਮਾਰਦੇ, ਸ਼ੋਅ ਆਫ ਕਰਦੇ ਕਿ ਅਸੀਂ ਸੇਵਾ ਕਰਦੇ ਜਾਂ ਉਹ ਕਰਦੇ, ਵੀ ਜੇ ਸੇਵਾ ਕਿਸੇ ਦਾ ਗਣਾਉਣਾ ਹੈ ਨਾ। ਮੈਂ ਕਹਿੰਦਾ ਠੀਕ ਹੈ ਵੀ ਇਹ ਅਗਰ ਸ਼ੋਅ ਆਫ ਹੈ ਤਾਂ ਵੀ ਸਾਰੀ ਦੁਨੀਆ ਹੀ ਕਰੇ ਇੱਦਾਂ ਦੀ ਸ਼ੋਅ ਆਫ ਹੈ ਨਾ। ਠੀਕ ਹੈ, ਅਗਰ ਹੈ ਨਾ ਕਿਸੇ ਵੀ ਜਗ੍ਹਾ ਅਗਰ ਆਪਦਾ ਆਉਂਦੀ ਹੈ ਤਾਂ ਪਹਿਲੀ ਗੱਲ ਤਾਂ ਜਿਹੜੇ ਉੱਥੇ ਦੇ ਲੋਕਲ ਲੋਕ ਹੈ ਮੇਰੇ ਹਿਸਾਬ ਨਾਲ ਸਭ ਤੋਂ ਪਹਿਲਾਂ ਉਹਨਾਂ ਦੀ ਇੱਕ ਬਣਦਾ ਕਿ ਉਹ ਲੋਕ ਹੈਲਪ ਕਰਨਾ ਹੈ ਨਾ। ਅਤੇ ਓਬਵੀਅਸ ਦੀ ਗੱਲ ਹੈ ਪੰਜਾਬ ਉੱਥੇ ਯਾਦ ਆਇਆ। ਠੀਕ ਹੈ, ਬਹੁਤ ਹਰ ਇੱਕ ਚੀਜ਼ ਦੇਖ ਕੇ ਯਾਦ ਆ ਰਿਹਾ ਸੀ। ਜਿੱਥੇ ਚਾਹ ਦਾ ਕੱਪ 50 ਦਾ ਮਿਲ ਰਿਹਾ, ਸਾਡੇ ਤਾਂ ਇੱਥੇ ਲੰਗਰਾਂ 'ਚ ਚਾਹ ਤਾਂ ਛੱਡੋਗੇ, ਸਾਡੇ ਤਾਂ ਦੁੱਧ ਦੇ ਲੰਗਰ ਲੱਗ ਜਾਂਦੇ ਹੈ ਨਾ। ਠੀਕ ਹੈ, ਸਾਡੇ ਲੋਕ ਤਾਂ ਆਪਣਾ ਘਰ ਪੱਟ ਕੇ ਵੀ ਲਾਈਕ ਹੈ ਨਾ ਕਰਦੇ ਨੇ ਨਾ। ਉਹ ਤੁਸੀਂ ਅੱਜ ਕੱਲ੍ਹ ਇੱਕ ਦੇਖਿਆ ਹੋਣਾ ਇੱਕ ਛੋਟੀ ਜਿਹੀ ਵੀਡੀਓ ਵੀ ਇੱਕ ਵਾਇਰਲ ਹੋ ਰਹੀ ਬੱਚੇ ਦੀ ਹੈ ਨਾ, ਉਹ ਜਿਹੜੀ ਖੜਾ 'ਚ ਇੱਕ ਜਿਹੜੇ ਆਪਣਾ ਹੈਗੇ ਨੇ ਸਿੰਘ ਸਾਹਿਬ ਉਹਨਾਂ ਨੂੰ ਜਾ ਕੇ 10 ਰੁਪਏ ਦਾ ਸਿੱਕਾ ਦੇ ਰਿਹਾ ਨਾ ਕਿ ਬਾਬਾ ਜੀ ਮੇਰੀ ਸੇਵਾ ਲਾ ਦਿਓ ਹੈ ਨਾ। ਜਦ ਕਿ ਉਹ ਬੱਚਾ ਖੁਦ ਹੜ੍ਹ ਦੇ ਵਿੱਚ ਜਿਹੜਾ ਫਸਿਆ ਹੋਇਆ, ਉਹ ਖੁਦ ਲੋੜਵੰਦ ਹੈਗੇ ਨੇ ਉਹ। ਬਿਲਕੁਲ, ਫਿਰ ਤੁਸੀਂ ਸੋਚ ਸਕਦੇ ਹੋ ਜਿਹੜੇ ਜਜ਼ਬਾਤ ਹੈ ਸਾਡੀ ਕੌਮ ਦੇ ਪੰਜਾਬ ਦੇ, ਉਹ ਕਿਸ ਲੈਵਲ ਤੱਕ ਨੇ। ਬਿਲਕੁਲ। ਤੇ ਬਾਈ ਤੁਹਾਨੂੰ ਜਿਹੜੇ ਸਹੀ ਰਸਤਾ ਸੀ, ਜਿਹੜਾ ਸਿੱਧਾ ਰਸਤਾ ਸੀ, ਉੱਥੇ ਉਹ ਟੁੱਟ ਚੁੱਕਿਆ ਸੀ, ਤੁਸੀਂ ਖਤਮ ਹੋ ਚੁੱਕਿਆ ਸੀ। ਭੇਡਾਂ ਦਾ ਤੁਸੀਂ ਨੇ ਜ਼ਿਕਰ ਕੀਤਾ ਕਿ ਭੇਡਾਂ ਬੱਕਰੀਆਂ ਦਾ ਜਿਹੜਾ ਰਸਤਾ ਪਕੜੰਡੀਆਂ ਸੀ ਉੱਥੇ ਨੂੰ ਜਾਣਾ ਸੀ, ਪੈਸੇ ਤੁਹਾਡੇ ਕੋਲ ਹੈ ਨਹੀਂ ਸੀ, ਫਿਰ ਇਕੱਲਿਆਂ ਨੇ ਭੇਡਾਂ ਵਾਲਾ ਹੀ ਰਸਤਾ ਅਪਣਾਇਆ ਫਿਰ ਉਹੀ? ਬਿਲਕੁਲ ਵੀਰੇ, ਤੁਹਾਨੂੰ ਦੱਸਿਆ ਕਿ ਪੈਸੇ ਬਾਬੇ ਨਾਨਕ ਦਾ 1300 ਜੇਬ 'ਚ ਹੈਗਾ ਸੀ, ਅਤੇ ਲੈ ਕੇ ਬਾਬੇ ਨਾਨਕ ਦਾ ਨਾਮ ਫਿਰ ਆਪਾਂ ਚੱਲ ਪਏ ਉੱਥੋਂ। ਅਤੇ ਰਸਤੇ 'ਚ ਜਾਂਦੇ ਜਾਂਦੇ ਹੌਲੀ ਹੌਲੀ ਆਪਾਂ ਵੀ ਕਹਿ ਲਓ ਵੀ ਜਦੋਂ ਬੰਦਾ ਇੱਕ ਵਾਰੀ ਨਿਕਲ ਜਾਂਦਾ ਹੈ ਨਾ, ਫਿਰ ਕੋਈ ਨਾ ਕੋਈ ਤਾਂ ਟਿਕਾਣਾ ਲੱਗਦਾ ਹੀ ਆ ਬੰਦਾ ਹੈ ਨਾ ਕਿਤੇ ਨਾ ਕਿਤੇ ਪਾਸੇ। ਅਤੇ ਆਪਾਂ ਲੰਘਦੇ ਰਹੇ ਥੋੜ੍ਹਾ ਬਹੁਤ, ਉੱਥੇ ਜਾ ਕੇ ਆਪਾਂ ਨੂੰ ਪਤਾ ਲੱਗਦਾ ਰਿਹਾ ਹੈ ਤਾਂ ਥੋੜ੍ਹਾ ਜਿਹਾ ਰਸਤਾ ਬਿਲਕੁਲ ਛੋਟਾ ਜਿਹਾ ਕਹਿ ਲਓ ਵੀ ਇੰਨਾ 3 ਫੁੱਟ ਦਾ ਰਸਤਾ ਸੀ ਜਿੱਥੋਂ ਆਪਾਂ ਜਾ ਰਹੇ ਸੀ। ਇੱਕ ਪਾਸੇ ਖਾਈ ਸੀ, ਅਤੇ ਨਿਕਲਦੇ ਨਿਕਲਦੇ ਆਪਾਂ ਫਿਰ ਇੱਕ ਜਗ੍ਹਾ ਫਿਰ ਮਨੀਕਰਨ ਤੋਂ ਥੋੜ੍ਹੀ ਜਿਹੀ ਪਹਿਲਾਂ ਜਗ੍ਹਾ ਆਉਂਦੀ, ਉੱਥੇ ਆਪਾਂ ਨਿਕਲੇ। ਉੱਥੇ ਫਿਰ ਬਸ ਸਾਨੂੰ ਥੋੜ੍ਹਾ ਜਿਹਾ 3 ਕਿਲੋਮੀਟਰ ਅੱਗੇ ਹੋਰ ਟੈਕਸੀ ਕਰਕੇ ਜਾਣਾ ਪੈਣਾ ਸੀ ਹੈ ਨਾ। ਅੱਛਾ, ਅਤੇ ਜਦੋਂ ਉਹ 3 ਫੁੱਟ ਦਾ ਰਸਤਾ ਜਿਹੜਾ ਤੁਸੀਂ ਜਾ ਰਹੇ ਸੀ 15-16 ਕਿਲੋਮੀਟਰ ਦਾ ਤੁਸੀਂ ਨੇ ਕੱਢਿਆ, ਜਿੰਨਾ ਵੀ ਰਸਤਾ ਉਹ ਟਰੈਵਲ ਕੀਤਾ, ਹਾਂਜੀ,
ਇੱਕ ਤਾਂ ਛੋਟਾ ਰਸਤਾ, ਇੱਕ ਅਣਜਾਣ ਸ਼ਹਿਰ, ਅਣਜਾਣ ਲੋਕ, ਅਣਜਾਣ ਵਾਤਾਵਰਨ। ਬਿਲਕੁਲ ਉਹ ਫਿਰ ਮਨ 'ਚ ਡਰ ਨਹੀਂ ਆਇਆ ਕਿ ਯਾਰ ਜੇ ਕੋਈ ਅਣਹੋਣੀ ਹੋ ਗਈ, ਬੱਚਿਆਂ ਤੋਂ ਦੂਰ ਹੋ ਸਕਦਾ, ਮੇਰੀ ਜਾਨ ਜਾ ਸਕਦੀ ਆ? ਨਹੀਂ, ਡਰ ਤਾਂ ਦੇਖੋ ਬਿਲਕੁਲ ਆਇਆ ਹੀ, ਔਰ ਡਰ ਤਾਂ ਪਹਿਲਾਂ ਹੀ ਲੱਗ ਰਿਹਾ ਸੀ ਹੁਣ ਨਾ, ਕਿਉਂਕਿ ਇੱਕ ਹੁੰਦਾ ਕਿ ਬੰਦਾ 1 ਜਾਂ 2 ਦਿਨ ਲਈ ਸਟਕ ਹੋਵੇ ਕਿਤੇ, ਹੈ ਨਾ। ਹੁਣ ਤੁਹਾਨੂੰ ਦੱਸਿਆ ਕਿ ਸਭ ਤੋਂ ਵੱਡੀ ਜਿਹੜੀ ਸਾਡੀ ਪ੍ਰੋਬਲਮ ਸੀ ਕਿ ਸਾਡੀ ਕਨੈਕਟੀਵਿਟੀ ਨਹੀਂ ਹੋ ਪਾ ਰਹੀ ਸੀ। ਉਹਦੇ ਕਰਕੇ ਸਾਨੂੰ ਪਹਿਲੇ 2 ਦਿਨ ਤਾਂ ਮਜ਼ਾ ਆ ਰਿਹਾ ਸੀ ਉੱਥੇ ਨੇਚਰ ਦੇਖ ਕੇ। ਉਸ ਤੋਂ ਬਾਅਦ ਤਾਂ ਫਿਰ ਤੁਹਾਨੂੰ ਪਤਾ ਹੀ ਆ, ਪਹਾੜ ਵੀ ਬੰਦੇ ਨੂੰ ਬੋਰਿੰਗ, ਜ਼ਹਿਰ ਵਰਗੇ ਲੱਗਣ ਲੱਗ ਪੈਂਦੇ, ਹੈ ਨਾ। ਅਤੇ ਫਿਰ ਹੌਲੀ ਹੌਲੀ ਕਰਕੇ ਫਿਰ ਵੀ ਇਹੀ ਸੀ, ਹੁਣ ਕਿਸੇ ਨਾ ਕਿਸੇ ਤਰੀਕੇ ਘਰ ਪੁੱਜੀਏ, ਹੈ ਨਾ। ਵੀ ਡਰ ਤਾਂ ਲੱਗ ਹੀ ਰਿਹਾ ਸੀ, obvious ਹੀ ਗੱਲ ਹੈ, ਕਿਉਂਕਿ ਤੁਸੀਂ ਇਕੱਲੇ ਜਾ ਰਹੇ ਹੋ, ਹੈ ਨਾ। ਹੁਣ ਉੱਥੇ ਕੋਈ ਜੰਗਲੀ ਜਾਨਵਰ ਜਾਂ ਕੁਛ ਵੀ ਹੋ ਸਕਦਾ, ਹੈ ਨਾ। ਅਤੇ ਬਟ ਇਹ ਸੀ ਵੀ ਨਹੀਂ, ਹੁਣ ਪੁੱਜਣਾ ਆ, ਜਿੱਦਾਂ ਮਰਜ਼ੀ ਕਰਕੇ ਵੀ ਦੇਖੀ ਜਾਏਗੀ। ਫਿਰ ਉਹ ਯਾਨੀ ਕਿ ਕਿਤੇ ਕਹਿ ਲਓ ਵੀ ਬਈ ਰਿਸਕ ਜਾਂ ਕਹਿ ਲਓ ਕੁਛ ਵੀ ਆਪਣਾ ਨੂੰ ਵੀ ਬਲਾਈਂਡਲੀ ਆਪਾਂ ਜਾ ਰਹੇ ਸੀ, ਸਾਨੂੰ ਕੁਛ ਨਹੀਂ ਪਤਾ ਸੀ ਅੱਗੇ ਕੀ ਹੋਣਾ ਕੀ ਨਹੀਂ ਹੋਣਾ। ਅੱਛਾ ਬਾਈ, ਜਦੋਂ ਤੁਸੀਂ ਉਹ ਰਸਤਿਆਂ ਦੇ ਵਿੱਚੋਂ ਡਿੱਗਦੇ ਢਹਿੰਦੇ ਹੌਸਲੇ ਹਿੰਮਤ ਦੇ ਨਾਲ ਸੜਕ ਤੱਕ ਪਹੁੰਚਦੇ ਹੋ, ਸੜਕ ਦੇਖਿਆ, ਕੀ ਉਮੀਦ ਲੱਗੀ ਕਿ ਹੁਣ ਬਚ ਗਏ ਆ, ਜਾਂ ਹਲੇ ਸੀ ਵੀ ਨਹੀਂ, ਹਲੇ ਮੁਸ਼ਕਲਾਂ ਹੋਰ ਵੀ ਆਉਣਗੀਆਂ? ਸੜਕ ਤਾਂ ਜਿਵੇਂ ਤੁਹਾਨੂੰ ਦੱਸਿਆ ਕਿ ਸੜਕ ਤਾਂ ਉੱਥੇ ਹੈ ਹੀ ਨਹੀਂ ਸੀ ਪਹਿਲੀ ਗੱਲ ਤਾਂ, ਹੈ ਨਾ। ਸੜਕ ਸਾਰੀ ਲਗਭਗ ਸਾਰੀ ਸੜਕ ਲੈਂਡ ਕ੍ਰੈਸ਼ ਹੋ ਗਈ ਹੋਈ ਸੀ ਕਿਤੇ ਨਾ ਕਿਤੇ, ਯਾਨੀ ਕਿ ਸੜਕ ਬਲੌਕ ਸੀ ਲਗਭਗ ਸਾਰੀ। ਅਤੇ ਜਦੋਂ ਆਪਾਂ ਲੈ ਦੇ ਕੇ ਇੱਕ ਯਾਨੀ ਕਿ ਕਹਿ ਲਓ ਤੁਸੀਂ ਜਿੱਥੇ ਵੀ ਥੋੜ੍ਹੇ ਜਿਹੇ ਲੋਕ ਸੀ, ਜਿੱਥੇ ਵੀ ਅੱਗੇ ਐਕਚੁਅਲੀ 3-4 ਕਿਲੋਮੀਟਰ ਥੋੜ੍ਹਾ ਜਿਹਾ ਰੋਡ ਸਹੀ ਸੀ, ਅਤੇ ਉੱਥੇ ਤੱਕ ਫਿਰ ਆਪਾਂ ਨੂੰ ਟੈਕਸੀ ਮਿਲ ਸਕਦੀ ਸੀ, ਹੈ ਨਾ। ਬਟ ਗੱਲ ਫਿਰ ਉੱਥੇ ਹੀ ਆ ਗਈ, ਕੈਸ਼ ਸਾਡੇ ਕੋਲ ਕੈਸ਼ ਹੋਣਾ ਲਿਮਿਟਡ ਸੀ, ਬਟ ਅੱਗੇ ਪਤਾ ਨਹੀਂ ਸੀ ਕਿ ਹੋਰ ਕਿੰਨਾ ਖਰਚਾ ਆਉਣਾ। ਅਤੇ ਫਿਰ ਉਹ ਟੈਕਸੀ ਵਾਲੇ ਨਾਲ ਸਾਡੀ ਇੱਕ ਉੱਥੇ ਟੈਕਸੀ ਵਾਲਾ ਨੇਪਾਲੀ ਸੀ, ਅਤੇ ਉਹਦੇ ਨਾਲ ਫਿਰ ਆਪਾਂ ਲਾਈਕ ਪੁੱਛਿਆ ਵੀ ਬਾਈ, ਕਿਉਂਕਿ ਆਪਾਂ ਥੋੜ੍ਹਾ ਜਿਹਾ ਪੈਦਲ ਤਾਂ ਚੱਲਣਾ ਸੀ, ਹੁਣ ਅੱਗੇ ਵੀ ਹੋਰ ਪੈਦਲ ਚੱਲਣਾ ਸੀ, ਬਟ ਆਪਾਂ ਚੱਲ ਕੇ ਆਏ ਥੋੜ੍ਹਾ ਥੱਕ ਗਏ ਹੋਏ ਸੀ। ਅਤੇ ਫਿਰ ਮੁੰਡਾ ਜਿਹੜਾ ਮੇਰੇ ਇੱਕ ਨਾਲ ਮੈਨੂੰ ਉੱਥੇ ਟੱਕਰਿਆ ਹੋਇਆ ਸੀ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਆਪਾਂ ਦੇਖ ਲੈਂਦੇ ਟਰਾਈ ਕਰਕੇ ਬਗਰ, ਹੈ ਨਾ, ਵੀ ਆਪਣਾ ਬਣਦਾ ਹੈ ਨਾ ਵੀ ਟੈਕਸੀ ਦਾ। ਅਤੇ ਟੈਕਸੀ ਦਾ ਆਪਾਂ ਉਹ ਬੰਦੇ ਤੋਂ ਪੁੱਛਿਆ, ਅਤੇ ਉਹ ਨੇਪਾਲੀ ਨੇ ਸਾਨੂੰ ਦੱਸਿਆ ਵੀ ਮੈਂ 500-600 ਰੁਪਏ ਲਵਾਂਗਾ, ਹੈ ਨਾ। ਉਹੀ 3 ਕਿਲੋਮੀਟਰ ਦਾ, 4 ਕਿਲੋਮੀਟਰ ਦਾ। 3-4 ਕਿਲੋਮੀਟਰ ਦਾ 500-600 ਰੁਪਏ, ਮਤਲਬ ਇੰਨੇ ਰੇਟ ਜਿਹੜੇ ਨੇ ਟੈਕਸੀਜ਼ ਦੇ ਵੀ, ਆਮ ਬੱਸ ਕਿਰਾਇਆ ਵੀ, ਜਿਹੜਾ ਆਮ ਕਿਰਾਇਆ ਵੀ, ਉਹ ਬਿਲਕੁਲ ਇੰਨਾ ਹਾਈਕ ਹੋ ਚੁੱਕਿਆ ਸੀ। ਬਿਲਕੁਲ ਜੀ, ਅਲਟੋ ਗੱਡੀ ਸੀ ਉਹਦੇ ਕੋਲ। ਅਤੇ ਫਿਰ ਬਟ ਉਹ ਬੰਦਾ ਯਾਨੀ ਕਿ ਇਨ ਦਾ ਐਂਡ ਵੀ ਇਹ ਹੁੰਦਾ ਵੀ ਹੈ ਨਾ, ਵੀ ਤੁਸੀਂ ਕਿਸੇ ਚੀਜ਼ ਨੂੰ ਹੈ ਨਾ ਉਹਦੇ ਕਵਰ ਤੋਂ ਜੱਜ ਨਹੀਂ ਕਰ ਸਕਦੇ, ਹੈ ਨਾ, ਕਿਸੇ ਕਿਤਾਬ ਨੂੰ। ਫਿਰ ਜਦੋਂ ਉਹ ਬੰਦੇ ਨਾਲ ਮੇਰੀ ਗੱਲ ਹੋਈ ਹੈ ਨਾ, ਫਿਰ ਮੈਂ ਉਹਨੂੰ ਦੱਸਿਆ ਵੀ ਸਾਰੀ ਆਪਣੀ ਸਟੋਰੀ ਸੁਣਾਈ ਕਿ ਆਪਾਂ ਵੀ ਆਹ ਹੈ ਵੀ ਮੇਰੇ ਕੋਲ ਤਾਂ ਯਾਰ ਪੈਸੇ ਹੀ ਇੰਨੇ ਨੇ, ਹੈ ਨਾ। ਅਤੇ ਫਿਰ ਉਹ ਬੰਦੇ ਨੇ ਬੜੀ ਦਲੇਰੀ ਦਿਖਾਈ, ਯਾਨੀ ਕਿ ਉਹ ਬੰਦਾ ਵੀ ਜਿਹੜਾ ਦੱਸਿਆ ਨਾ ਵੀ ਉਹ ਜਿਹੜੇ ਟੋਟਲ ਬੰਦੇ ਸੀ ਜਿਨ੍ਹਾਂ ਨੇ ਹੈਲਪ ਕੀਤੀ, ਉਹਨਾਂ 'ਚੋਂ ਇੱਕ ਬੰਦਾ ਇਹ ਸੀ। ਅਤੇ ਉਹ ਕਹਿੰਦਾ ਵੀ ਬਾਈ ਜੀ, ਕਹਿੰਦਾ ਵੀ ਕੋਈ ਦਿੱਕਤ ਹੀ ਨਹੀਂ ਹੈ, ਕਹਿੰਦਾ, ਹੈ ਨਾ, ਵੀ ਮੈਂ ਆਪਕੋ ਐਸੇ ਹੀ ਛੋੜ ਕੇ ਆਊਂਗਾ, ਹੈ ਨਾ। ਅੱਛਾ, ਕਹਿੰਦਾ ਫ੍ਰੀ ਛੱਡ ਕੇ ਆਊਂ? ਫ੍ਰੀ ਛੱਡ ਕੇ ਆਊਂਗਾ, ਹੈ ਨਾ। ਯਾਨੀ ਕਿ ਉਹ ਪਹਿਲਾ ਬੰਦਾ ਸਾਨੂੰ ਇੱਕ ਬਈ ਟੱਕਰਿਆ ਜਿਹੜੇ ਨੇ ਹੈਲਪ ਕੀਤੀ, ਉਹ ਸਾਨੂੰ ਛੱਡ ਕੇ ਆਇਆ ਫ੍ਰੀ 'ਚ। ਬਟ ਮੈਂ ਫਿਰ ਵੀ ਉਹਨੂੰ ਕਿਹਾ, ਮੈਂ ਕਿਹਾ ਨਹੀਂ ਬਾਈ, ਮੈਂ ਕਿਹਾ ਤੂੰ ਆਪਣਾ ਨੰਬਰ ਦੇ ਮੈਨੂੰ, ਜਿਹੜਾ ਤੇਰਾ ਗੂਗਲ ਪੇ ਜਾਂ ਕੁਛ ਵੀ ਚੱਲਦਾ, ਜਾ ਕੇ ਮੈਂ ਕਿਹਾ ਪੈਸੇ ਪਾਊਂਗਾ। ਉਹ ਤੋਂ ਨੰਬਰ ਉਹਦਾ ਲੈ ਕੇ ਆਇਆ ਹੋਇਆ ਮੈਂ, ਅਤੇ ਮੈਂ 2 ਦਿਨ ਦਾ ਉਹਦਾ ਟਰਾਈ ਕਰੀ ਜਾ ਰਿਹਾ ਨੰਬਰ, ਹਜੇ ਤੱਕ ਮੈਨੂੰ ਲੱਗਦਾ ਸ਼ਾਇਦ ਉੱਥੇ ਨੈਟਵਰਕ ਨਹੀਂ ਆਇਆ, ਤਾਂ ਉਹਦਾ ਲੱਗ ਨਹੀਂ ਰਿਹਾ। ਫਿਰ ਉਹ ਬੰਦੇ ਦੇ ਲਾਈਕ ਮੈਂ ਜ਼ਰੂਰ ਪੈਸੇ ਮੋੜੂੰਗਾ, ਜਿਹੜਾ ਬੰਦਾ ਔਖੇ ਟਾਈਮ 'ਚ ਕੰਮ ਆਇਆ। ਅਤੇ ਉਹ ਜਿੱਥੇ ਆਪਾਂ ਨੂੰ ਛੱਡ ਗਿਆ ਫਿਰ ਟੈਕਸੀ 'ਤੇ, ਹੈ ਨਾ, ਉੱਥੋਂ ਅੱਗੇ ਫਿਰ ਸਾਡੀ ਪੈਦਲ ਯਾਤਰਾ ਸਟਾਰਟ ਹੋ ਜਾਂਦੀ। ਟਾਈਮ ਫਿਰ ਰਾਤ ਦੇ ਅਸੀਂ ਜਿਵੇਂ ਉੱਥੋਂ ਪੁਲਿਸ ਵਾਲੇ ਆਏ ਸੀ, ਜਦੋਂ ਆਪਾਂ ਉੱਥੋਂ ਆਪਣਾ ਸਟਾਰਟ ਕੀਤਾ ਜਰਨੀ, ਹੈ ਨਾ, ਜਿਹੜੀ ਵਾਕਵੇ ਪੈਦਲ ਯਾਤਰਾ ਸਟਾਰਟ ਕੀਤੀ ਸੀ, ਉਹ ਅਸੀਂ ਲਗਭਗ 11:30-12 ਵਜੇ ਕੀਤੀ ਸੀ ਦੁਪਹਿਰ ਦੇ। ਹਾਂਜੀ। ਅਤੇ ਸਾਨੂੰ ਪੈਦਲ ਚੱਲਦੇ ਸਾਨੂੰ ਫਿਰ 8:30 ਵੱਜ ਚੁੱਕੇ ਸੀ ਰਾਤ ਦੇ, ਜਦੋਂ ਆਪਾਂ ਮਨੀਕੰਡ ਸਾਹਿਬ ਤੋਂ ਕਹਿ ਲਓ ਥੋੜ੍ਹਾ ਜਿਹਾ ਪਿੱਛੇ ਪੁੱਜੇ। ਅਤੇ ਮਨੀਕੰਡ ਸਾਹਿਬ ਫਿਰ ਪੁੱਜੇ ਆਪਾਂ, ਅਤੇ ਪਹਿਲਾਂ ਤਾਂ ਆਪਾਂ ਜਾ ਕੇ ਦੇਖਿਆ ਉੱਥੇ ਕਿ ਮਨੀਕੰਡ ਸਾਹਿਬ ਵੀ ਉੱਥੇ ਵੀ ਲੰਗਰ ਵਗੈਰਾ ਦੀ ਉੱਥੇ ਵਿਵਸਥਾ ਹੈਗੀ ਸੀ, ਬਟ ਉੱਥੇ ਰਸ਼ ਹੀ ਬਹੁਤ ਜ਼ਿਆਦਾ ਸੀ। ਅਤੇ ਉੱਥੇ ਥੋੜ੍ਹਾ ਜਿਹਾ ਕਿਉਂਕਿ ਉਸ ਤੋਂ 1 ਦਿਨ ਪਹਿਲਾਂ ਹੀ ਜਾਂ 2 ਦਿਨ ਪਹਿਲਾਂ ਹੀ ਜਿਹੜਾ ਉਹ ਪੁਲ ਸੀ ਮਨੀਕੰਡ ਸਾਹਿਬ, ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ, ਉਹਦਾ ਥੋੜ੍ਹਾ ਜਿਹਾ ਹੈ ਨਾ ਟੁੱਟਿਆ ਸੀ, ਥੋੜ੍ਹਾ ਜਿਹਾ ਕਿ ਕਾਫੀ ਟੁੱਟਿਆ ਸੀ ਵੈਸੇ ਆਲੇ ਦੁਆਲਿਓਂ, ਕਿ ਥੋੜ੍ਹਾ ਜਿਹਾ ਮੈਸਅਪ ਜਿਹਾ ਹੋ ਰੱਖਿਆ ਸੀ। ਅਤੇ ਫਿਰ ਮੈਂ ਨਾਲ ਦੇ ਨੂੰ ਕਿਹਾ ਸੀ, ਥੱਕੇ ਹੀ ਬਹੁਤ ਜ਼ਿਆਦਾ ਸੀ, ਹੈ ਨਾ। ਅਤੇ ਤੁਹਾਨੂੰ ਪਤਾ ਕਿ ਥੋੜ੍ਹਾ ਜਿਹਾ ਮੈਂ ਸੋਚਿਆ, ਮੈਂ ਕਿਹਾ ਕਿ ਮੈਂ ਉਹਨੂੰ ਉਹ ਏਰੀਆ 'ਚ ਮੈਂ ਪਹਿਲਾਂ ਵੀ ਜਿਵੇਂ ਜਾਂਦਾ ਰਹਿਣਾ, ਹੈ ਨਾ। ਅਤੇ ਮੈਂ ਨਾਲ ਦੇ ਨੂੰ ਕਿਹਾ, ਮੈਂ ਕਿਹਾ ਯਾਰ ਵੀ 2 ਕਿਲੋਮੀਟਰ ਆਪਾਂ ਨੂੰ ਹੋਰ ਅੱਗੇ ਪੈਦਲ ਜਾਣਾ ਪੈਣਾ, ਕਿ ਮੇਰੀ ਇੱਕ ਜਗ੍ਹਾ ਹੈਗੀ ਹੈ, ਮੈਂ ਉੱਥੇ ਪਹਿਲਾਂ ਵੀ ਰੁਕਿਆ ਹੋਇਆ ਉਹਨਾਂ ਕੋਲ, ਹੈ ਨਾ, 2-4 ਵਾਰ, ਅਤੇ ਆਪਾਂ ਉੱਥੇ ਚੱਲਦੇ ਹਾਂ। ਮੈਨੂੰ ਲਾਈਕ ਇੱਕ ਵੀ ਉਮੀਦ ਦੀ ਕਿਰਨ ਕਹਿ ਲਓ ਕਿ ਸੀ ਵੀ ਚੱਲ ਵੀ ਪੈਸੇ ਘੱਟ ਹੈ ਵੀ, ਹੈ ਨਾ, ਆਪਣੇ ਕੋਲ ਵੀ ਚੱਲ ਹੋ ਸਕਦਾ ਕਿ ਉਹਨਾਂ ਨੂੰ ਆਪਾਂ ਉਧਾਰ ਕਰ ਲਈਏ। ਅੱਛਾ ਬਾਈ, ਉਹਨਾਂ ਕੋਲ ਕਿੰਨੇ ਸਮੇਂ ਤੋਂ ਤੁਸੀਂ ਰੁਕ ਰਹੇ ਸੀ ਉਸ ਹੋਟਲ ਦੇ ਵਿੱਚ, ਜਾਂ ਉਸ ਜਿਹੜੀ ਸਟੇ ਦੇ ਵਿੱਚ, ਹੋਮ ਸਟੇ ਦੇ ਵਿੱਚ, ਕਿੰਨੇ ਸਮੇਂ ਤੋਂ ਤੁਸੀਂ ਉੱਥੇ ਰੁਕ ਰਹੇ ਸੀ ਬਾਈ? ਮੈਂ ਵੀਰੇ ਲਗਭਗ ਉਹਨਾਂ ਕੋਲ ਯਾਨੀ ਕਿ ਪਿਛਲੇ 3-4 ਸਾਲਾਂ ਤੋਂ ਯਾਨੀ ਕਿ ਉਹਨਾਂ ਕੋਲ ਜਾ ਰਿਹਾ ਮੈਂ। ਔਰ ਮੈਂ ਨਹੀਂ ਲਾਈਕ ਜਿਵੇਂ ਮੈਂ ਗਿਆ ਤਾਂ ਜਿਵੇਂ ਤੁਹਾਡੇ ਵਰਗਾ ਵੀਰ ਨੇ ਕਿਸੇ ਨੇ ਪੁੱਛ ਲਿਆ ਵੀ ਆਪਾਂ ਮਨੀਕਰਨ ਜਾਣਾ, ਉਹ ਵਾਲੇ ਪਾਸੇ ਜਾਣਾ, ਮੈਂ ਉਹਨਾਂ ਨੂੰ ਉਹੀ ਰਿਕਮੈਂਡ ਕਰਦਾ ਸੀ ਕਿ ਤੁਸੀਂ ਉਹਨਾਂ ਕੋਲ ਜਾਓ, ਹੈ ਨਾ। ਪ੍ਰੋਪਰ ਨੰਬਰ ਹੈਗੇ WhatsApp ਵਗੈਰਾ 'ਤੇ, ਹੈ ਨਾ। ਕਈ ਵਾਰ ਗੱਲਬਾਤ ਉਨੀ ਗੱਲਬਾਤ ਨਹੀਂ, ਬਟ ਠੀਕ ਹੈ ਇੰਨੀ ਕੁ ਗੱਲਬਾਤ ਹੈਲੋ ਹਾਈ ਹੋ ਜਾਂਦੀ ਸੀ। ਕਈ ਵਾਰ ਜਿਹਦੇ WhatsApp 'ਤੇ ਸਟੇਟਸ ਦੇਖ ਲਿਆ ਅਗਲੇ ਨੇ, ਉਹ ਥੰਬਸ ਅਪ ਕਰ ਦੇਣਾ, ਇੱਦਾਂ ਹੀ ਯਾਨੀ ਕਿ ਇੰਨਾ ਕੁ ਰਾਬਤਾ ਹੈਗਾ ਸੀ। ਬਟ ਮੈਂ ਰੈਗੂਲਰ ਉਹਨਾਂ ਕੋਲ ਜਾਂਦਾ ਸੀ ਪਿਛਲੇ 3-4 ਸਾਲਾਂ। ਅੱਛਾ, ਤੁਸੀਂ ਗੱਲ ਕਹੀ ਕਿ ਰੈਕਮੈਂਡ ਕਰ ਦਿੰਦਾ ਸੀ। ਹਾਂਜੀ, ਤੁਸੀਂ ਸੀ ਸ਼ਬਦ ਵਰਤਿਆ ਬਾਈ, ਨਹੀਂ ਅਗਲਾ ਕਹਿੰਦਾ ਕਿ ਯਾਰ ਮੈਂ ਰੈਕਮੈਂਡ ਕਰ ਦਿੰਦਾ, ਬਿਲਕੁਲ, ਹੈ ਨਾ।
ਇਹ ਸੀ ਦੀ ਕੀ ਕਹਾਣੀ ਆ ਬਾਈ? ਉੱਥੇ ਵੀ ਕੁਛ ਨਾ ਕੁਛ ਬਣਿਆ, ਕੁਛ ਨਾ ਕੁਛ ਵਾਪਰਿਆ। ਬਿਲਕੁਲ ਵੀਰੇ, ਇੱਕ ਨਾ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਠੀਕ ਹੈ ਉਹਨਾਂ ਦਾ ਆਪਣਾ ਬਿਜ਼ਨਸ ਹੈ ਨਾ, ਠੀਕ ਹੈ ਉਹ ਬਿਜ਼ਨਸ ਕਰ ਰਹੇ ਨੇ ਹੈ ਨਾ, ਬਟ ਇੱਕ ਬਿਜ਼ਨਸ, ਇੱਕ ਕਹਿੰਦੇ ਨਾ ਵੀ ਇੱਕ ਬਿਜ਼ਨਸ ਐਥਿਕਸ ਹੁੰਦੇ ਆ ਨਾ, ਕਿ ਇੱਕ ਹੁੰਦੀ ਬਿਜ਼ਨਸ ਦੀ ਮਲਟੀਪਲੀਕੇਸ਼ਨ ਹੈ ਨਾ, ਠੀਕ ਹੈ। ਹੁਣ ਜਿੱਦਾਂ ਤੁਹਾਨੂੰ ਦੱਸਿਆ ਕਿ ਮੈਂ ਜਦੋਂ ਉੱਥੇ ਜਾਂਦਾ ਸੀ ਹੈ ਨਾ, ਅਤੇ ਓਬੀਅਸ ਜੀ ਗੱਲ ਹੈ ਮੈਂ ਅੱਗੇ ਹੋਰ ਵੀ ਰਿਕਮੈਂਡ ਕਰਦਾ ਸੀ ਉਹਨਾਂ ਕੋਲ, ਅਤੇ ਮੈਂ ਉਸ ਦਿਨ ਕੋਈ ਆਸ ਲੈ ਕੇ ਗਿਆ ਸੀ ਉਹਨਾਂ ਕੋਲ, ਠੀਕ ਹੈ। ਨਹੀਂ ਤਾਂ ਤੁਹਾਨੂੰ ਦੱਸਿਆ ਕਿ ਜਦੋਂ ਬੰਦਾ ਕੋਈ ਵੀ ਉੱਥੇ ਟੂਰਿਸਟ ਜਾਂਦਾ, ਸਾਰੇ ਬੰਦੇ ਜਿਹੜੇ ਖੁਸ਼ ਨੇ ਘਰੋਂ ਉਹ ਉਹੀ ਜਾਂਦੇ ਨੇ ਉੱਥੇ ਹੈ ਨਾ, ਔਰ ਸਾਰੇ ਬੰਦੇ ਉੱਥੇ ਪੈਸੇ ਖਰਚ ਕੇ ਹੀ ਆਉਂਦੇ ਨੇ ਹੈ ਨਾ, ਪੈਸੇ ਖਰਚਣ ਹੀ ਜਾਂਦੇ ਨੇ। ਅੱਜ ਤੱਕ ਤੁਸੀਂ ਕਿੰਨੀਆਂ ਕੁ ਪਹਿਲਾਂ ਵੀਡੀਓਜ਼ ਦੇਖ ਲਈਆਂ, ਕਿੰਨੇ ਕੱਪਾ ਰੌਲਾ ਪਾਉਂਦੇ ਦੇਖ ਲਏ, ਕੋਈ ਵੀ ਬੰਦਾ ਕਿ ਨਹੀਂ ਹਿਮਾਚਲ 'ਚ ਬਹੁਤ ਰੇਟ ਹੈ ਜੀ ਹੈ ਨਾ, ਜਾਂ ਫਲਾਣਾ, ਕਿਸੇ ਨੇ ਅੱਜ ਤੱਕ ਕੋਈ ਰੌਲਾ ਨਹੀਂ ਪਾਇਆ। ਬਟ ਆਪਦਾ ਦੇ ਟਾਈਮ ਹੈ ਨਾ, ਜਦੋਂ ਇਹ ਚੀਜ਼ ਹੋਰ ਵੀ ਉੱਥੇ ਬੱਤਰ ਹੁੰਦੀ ਦੇਖੀ, ਤਾਂ ਉਹ ਫਿਰ ਇਹ ਚੀਜ਼ ਦਾ ਫਿਰ ਮਾੜਾ ਲੱਗਿਆ, ਅਤੇ ਗੱਲ ਮੈਂ ਕਿਸੇ ਹੋਰ ਪਾਸੇ ਲੈ ਗਿਆ। ਜਦੋਂ ਉਹ ਬੰਦਿਆਂ ਜਿਹੜੇ ਮੈਨੂੰ ਬੰਦੇ ਜਾਣਦੇ ਸੀ, ਉਹਨਾਂ ਦੇ ਮੈਂ ਲਾਈਕ ਹੋਮ ਸਟੇ ਕਹਿੰਦੇ ਇਹਨਾਂ ਨੂੰ ਨਾ, ਥੋੜ੍ਹੇ ਜਿਹੇ ਉੱਥੇ ਵੈਸੇ ਵੀ ਵਾਜਿਬ ਰੇਟ ਹੁੰਦੇ, ਜਿਵੇਂ ਹੋਟਲ 'ਚ 2000-2500 ਦਾ ਰੂਮ ਹੁੰਦਾ, ਉੱਥੇ 1000-1200 'ਚ ਆਪਾਂ ਨੂੰ ਆਮ ਰੂਮ ਮਿਲ ਜਾਂਦਾ। ਆਮ ਦਿਨਾਂ ਦੇ ਵਿੱਚ 1000-1200 ਰੁਪਈਆ ਉਸ ਹੋਮ ਸਟੇ ਦਾ ਰੇਟ ਹੁੰਦਾ, ਮਿਲ ਜਾਂਦਾ ਜੀ ਬਿਲਕੁਲ। ਅਤੇ ਮੈਂ ਫਿਰ ਉਹਨਾਂ ਕੋਲ ਗਿਆ, ਅਤੇ ਉਹਨਾਂ ਕੋਲ ਜਦੋਂ ਗਿਆ ਫਿਰ ਮੈਂ ਪਹਿਲਾਂ ਤਾਂ ਭੁੱਖ ਲੱਗੀ ਹੋਈ ਸੀ ਹੈ ਨਾ, ਅਤੇ ਮੈਂ ਕਿਹਾ ਪਹਿਲਾਂ ਤਾਂ ਚਲੋ ਆਪਾਂ ਨੂੰ ਦੁੱਧ ਵਗੈਰਾ ਪਿਲਾਓ ਤੁਸੀਂ ਹੈ ਨਾ, ਅਤੇ ਕਿਉਂਕਿ ਜਦੋਂ ਮੈਂ ਉੱਥੇ ਗਿਆ ਮੇਰਾ ਹੁਣ ਪਿਛਲੇ 5-6 ਦਿਨ ਦਾ ਐਕਸਪੀਰੀਅੰਸ ਠੀਕ ਨਹੀਂ ਰਿਹਾ ਸੀ, ਤਜਰਬਾ ਠੀਕ ਨਹੀਂ ਰਿਹਾ ਸੀ ਲੋਕਲਾਈਟਸ ਨਾਲ, ਅਤੇ ਮੈਂ ਉੱਥੇ ਜਾ ਕੇ ਪਹਿਲਾਂ ਉਹਨਾਂ ਨੂੰ ਦੱਸਿਆ ਨਹੀਂ ਕਿ ਮੇਰੇ ਕੋਲ ਪੈਸੇ ਲਿਮਟਿਡ ਨੇ। ਅੱਛਾ, ਮਤਲਬ ਦੱਸਿਆ ਨਹੀਂ ਤੁਹਾਨੂੰ, ਪੂਰਾ ਯਕੀਨ ਸੀ ਕਿ ਇੱਥੇ ਵੀ ਉਹੀ ਕੁਝ ਹੋਏਗਾ ਜਿਹੜਾ ਮੇਰੇ ਨਾਲ ਪਿੱਛੇ ਹੋ ਰਿਹਾ? ਬਿਲਕੁਲ ਯਕੀਨ ਨਹੀਂ, ਹਜੇ ਤੱਕ ਤਾਂ ਸ਼ੱਕ ਹੀ ਸੀ ਹੈ ਨਾ, ਵੀ ਨਹੀਂ ਹੋ ਸਕਦਾ ਇੱਥੇ ਵੀ ਹੈ ਨਾ, ਕਿਉਂਕਿ ਤੁਹਾਨੂੰ ਦੱਸਿਆ ਨਾ ਕਿ ਉਮੀਦ ਤਾਂ ਬੰਦੇ ਨੂੰ ਇੱਕ ਰਹਿੰਦੀ ਹੈ ਨਾ ਕਿ ਉਹ, ਔਰ ਦੂਜੀ ਗੱਲ ਕਿ ਮੈਨੂੰ ਜਾਣਦੇ ਸੀ ਉਹ ਹੈ ਨਾ, ਕਿ ਮੈਨੂੰ ਥੋੜ੍ਹਾ ਜਿਹਾ ਲੱਗ ਰਿਹਾ ਸੀ ਕਿ ਨਹੀਂ ਇਹ ਵੀ ਬੰਦੇ ਹੈਲਪ ਕਰ ਦੇਣਗੇ ਹੈ ਨਾ। ਮੈਨੂੰ ਤਾਂ ਬਲਕਿ ਇਹ ਸੀ, ਮੈਂ ਤਾਂ ਇੰਨੀ ਆਸ ਲਾਈ ਬੈਠਾ ਸੀ ਕਿ ਮੈਂ ਇਹਨਾਂ ਨਾਲ, ਚਲੋ ਇਹ ਤਾਂ ਮੈਂ ਇਹਨਾਂ ਕੋਲ ਰਹਿ ਕੇ ਤਾਂ ਜਾਵਾਂਗਾ ਹੀ, ਠੀਕ ਹੈ, ਅਤੇ ਕਿ ਮੈਂ ਇਹਨਾਂ ਤੋਂ ਪੈਸੇ ਵੀ ਹੋਰ ਉਧਾਰੇ ਮੰਗ ਕੇ ਲੈ ਕੇ ਜਾਵਾਂਗਾ, ਠੀਕ ਹੈ, ਕਿਉਂਕਿ ਮੇਰੇ ਕੋਲ ਦੱਸਿਆ ਵੀ ਅੱਗੇ ਕੁਛ ਨਹੀਂ ਪਤਾ ਸੀ ਕਿ ਕੀ ਲਾਈਕ ਸਿਚੁਏਸ਼ਨ ਹੈਗੀ ਅੱਗੇ, ਤਾਂ ਮੈਨੂੰ ਤਾਂ ਜਿੰਨਾ ਕੈਸ਼ ਆਉਂਦਾ ਉਨਾ ਹੀ ਥੋੜ੍ਹਾ ਸੀ ਹੈ ਨਾ। ਅਤੇ ਜਦੋਂ ਉੱਥੇ ਫਿਰ ਗੱਲਬਾਤ ਹੋਈ, ਉਹਨਾਂ ਨੇ ਦਾਲ, 4 ਫੁਲਕੇ, ਅਤੇ ਇੱਕ ਕਹਿ ਲਓ ਜਿਵੇਂ ਆਪਣਾ ਰੇੜੂਆ ਬਣਾਉਂਦੇ ਨੇ ਕੜੀ ਜਿਹਨੂੰ ਆਪਾਂ ਕਹਿੰਦੇ ਹੈ ਨਾ, ਇੱਕ ਕੌਲੀ कड़ी दी। तो फिर मैनू कहते भाई जी, उन्हें आपे गल कर ली, भाई जी कहते फिर रूम का किराया ना आपसे उतना ही लेंगे जितना पहले लेते थे, है ना। अपने वाल तो ये कह रहे थे भी टेंशन ना लो, भी हम भी आप बढ़ाते नहीं, थोड़ा उन्हें ही रखना है ना। मैं क्या भाई, मैं तो भी सोच रहा था यार भी इन्ने फसे हुए आए आप है ना, भी तुसी मेरी हैल्प करोगे, भी तुसी मैनू चलो भी मैं फ्री वाला, तो मैं हम जो तुसी कहता भी तो मैं यूज़ ही नहीं करूँगा, तुसी मैनू फ्री च रखोगे, भी एज ए गैसट रखोगे, मैनू ये भी घट्टो घट्ट तुसी मैनू भी ਹੈਲਪ ਕਰ ਦੋਗੇ ਔਰ ਉਧਾਰ ਕਰ ਲਓਗੇ ਮੇਰੇ ਨਾਲ, ਹੈ ਨਾ। ਅੱਛਾ, ਮਤਲਬ ਤੁਹਾਡੀ ਉਹ ਉਧਾਰ ਵਾਲੀ ਉਮੀਦ ਤਾਂ ਉਹ ਤਾਂ ਉਸੇ ਟਾਈਮ ਟੁੱਟ ਗਈ ਜਦੋਂ ਉਸਨੇ ਕਿਹਾ ਕਿ ਹਮ ਆਪਸੇ ਉਤਨਾ ਹੀ ਕਿਰਾਇਆ लेंगे जितना पहले लेते थे। ਬਿਲਕੁਲ ਜੀ ਬਿਲकुल, ਕਹਿੰਦਾ ਵੀ ਉਤਨਾ ਹੀ ਲੈ ਲੈਂਗੇ, ਹੈ ਨਾ। ਅਤੇ ਫਿਰ ਮੈਂ ਕਿਹਾ ਚਲੋ ਠੀਕ ਹੈ ਜੀ। ਅਤੇ ਜਦੋਂ ਅਗਲੇ ਦਿਨ ਸਵੇਰੇ ਫਿਰ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਦੱਸੋ ਵੀ ਤੁਹਾਡੇ ਕਿੰਨੇ ਪੈਸੇ ਹੋਏ। ਹਾਲਾਂਕਿ ਪੈਸੇ ਮੇਰੇ 'ਚ ਦੱਸਿਆ ਫਿਰ ਉਹੀ ਬਾਬੇ ਵਾਲਾ ਜਿਹੜਾ 1300 ਹੀ ਚੱਲ ਰਿਹਾ ਸੀ। ਅਤੇ ਜਦੋਂ ਸਵੇਰੇ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਜੀ ਵੀ ਸਾਡਾ ਹੋ ਗਿਆ 1500 ਰੁਪਇਆ। ਠੀਕ ਹੈ ਜੀ। ਅਤੇ ਉਹੀ 1000 ਰੁਪਇਆ ਕਹਿ ਲਓ ਵੀ ਰੂਮ ਦਾ, ਠੀਕ ਹੈ। 4 ਅਸੀਂ ਕੱਪ ਦੁੱਧ ਦੇ ਪੀਤੇ ਸੀ, 50 ਰੁਪਏ ਕੱਪ ਦੁੱਧ ਦਾ, ਅਤੇ ਜਿਹੜੀ ਉਹ ਇੱਕ ਕੌਲੀ ਦਾਲ ਦੀ, 4 ਰੋਟੀਆਂ, ਅਤੇ ਪਲੱਸ ਉਹ ਇੱਕ ਕਹਿ ਲਓ ਤੁਸੀਂ ਕੜੀ ਦੀ ਕੌਲੀ, ਹੈ ਨਾ, ਉਹਦਾ ਉਹਨਾਂ ਨੇ 300 ਰੁਪਇਆ ਬਾਈ ਟੋਟਲ 15। ਮਤਲਬ ਕਿ 4 ਰੋਟੀਆਂ ਦਾ, ਜਿਹੜੀਆਂ ਇੱਥੇ ਆਮ ਹੀ ਪੰਜਾਬ ਦੇ ਵਿੱਚ ਜਿਹੜੇ ਲੰਗਰ ਲੱਗਦੇ ਰਹਿੰਦੇ ਨੇ, ਕੜੀ ਦਾ ਹੋਵੇ, ਇੱਥੋਂ ਤੱਕ ਪਨੀਰ ਤੱਕ ਦੀਆਂ ਸਬਜ਼ੀਆਂ ਵੀ ਜਿਹੜੀਆਂ ਨੇ ਬਣ ਜਾਂਦੀਆਂ ਨੇ, ਉਹ ਉੱਥੇ ਫਿਰ ਪੰਜਾਬ ਯਾਦ ਆਉਂਦਾ ਹੋਣਾ ਕਿ ਯਾਰ ਸਾਡੇ ਪੰਜਾਬ ਦੇ ਵਿੱਚ ਤਾਂ ਵੀ ਲੰਗਰ ਲੱਗੇ ਹੋਏ ਹੋਣਗੇ, ਸਾਡੇ ਪੰਜਾਬ ਦੇ ਵਿੱਚ ਤਾਂ। ਬਿਲਕੁਲ, ਲੰਗਰ ਵੀ ਤਾਂ ਤੁਸੀਂ ਇਹ ਦੇਖ ਲਓ ਕਿ ਜਿਹੜੇ ਇਹ ਵਾਲੇ ਰੇਟ ਹੁੰਦੇ ਨੇ ਨਾ, ਇਹ ਮੇਰੇ ਹਿਸਾਬ ਨਾਲ ਜਿਹੜੇ ਇੱਕ ਅੱਛੇ ਲੈਵਲ ਦੇ ਰੈਸਟੋਰੈਂਟ ਹੈ ਉਹਨਾਂ ਦੇ ਰੇਟ ਹੁੰਦੇ। ਚਲੋ ਛੱਡੋ, ਆਪਾਂ ਕਿਸੇ ਨਾਲ ਕੰਪੇਅਰ ਤਾਂ ਕਿਸੇ ਨੂੰ ਕੀ ਕਰਨਾ ਹੈ ਨਾ ਆਪਾਂ, ਹੈ ਨਾ। ਬਟ ਇੱਕ ਮੈਂ ਗੱਲ ਕਹਿਣਾ ਕਿ ਮੈਂ ਇਹ ਨਹੀਂ ਕਹਿੰਦਾ ਚਲੋ ਉਹਨਾਂ ਨੇ ਰੂਮ ਦੇ ਪੈਸੇ ਲੈ ਲਏ, ਅਗਰ ਉਹ ਇੰਨਾ ਇਮੋਸ਼ਨਲ ਹੁੰਦੇ ਲੋਕ, ਉਹ ਜਜ਼ਬਾਤੀ ਇੰਨੇ ਕੁ ਹੁੰਦੇ, ਦਾਲ ਦੀ ਇੱਕ ਕਟੋਰੀ ਦਾ, ਜਿਵੇਂ ਮੇਰਾ ਰਾਬਤਾ ਸੀ ਪਿਛਲੇ 3-4 ਸਾਲਾਂ ਤੋਂ ਉਹਨਾਂ ਨਾਲ, ਇੱਕ ਬੰਦੇ ਨੂੰ ਐਜ਼ ਏ ਕਹਿ ਲਓ ਵੀ, ਹੈ ਨਾ, ਵੀ ਉਹ ਫਰੀ 'ਚ ਖਿਲਾ ਸਕਦੇ ਸੀ ਆਪਾਂ ਨੂੰ, ਜਾਂ ਹੈਲਪ ਕਰ ਸਕਦੇ ਸੀ। ਜਿਵੇਂ ਬਾਈ ਆਪਣਾ ਇੱਕ ਤੁਹਾਡੇ ਨਾਲ ਜਿਹੜੇ ਇੱਥੇ ਨੇ, ਅਤੇ ਉਹਨਾਂ ਨੇ ਇੱਕ ਗੱਲ ਕਹੀ ਆਪਾਂ ਨੂੰ, ਹੈ ਨਾ, ਕਿ ਵੀ ਬਾਈ ਯਾਰ ਜਰਨੈਲ, ਜਿਵੇਂ ਇੱਥੇ ਜਿਵੇਂ ਆਪਾਂ ਕੋਈ ਮੇਲਾ ਜਾਂ ਕੋਈ ਆਪਣਾ ਘੁੰਮ ਰਹੇ ਹੋਈਏ ਨਾ, ਜੇ ਆਪਾਂ ਨੂੰ ਕੋਈ ਬੰਦਾ ਮਿਲ ਜਾਵੇ ਨਾ, ਜੇ ਆਪਾਂ ਨੂੰ ਬੰਦਾ ਕੋਈ 2-3 ਵਾਰ ਜਿਹਦੇ ਨਾਲ ਦੁਆ ਸਲਾਮ ਹੋ ਜਾਵੇ, ਹੈ ਨਾ, ਕਿ ਆਪਾਂ ਤਾਂ ਉਹਦੇ ਨਾਲ ਹੀ ਇੱਕ ਰਿਸ਼ਤੇਦਾਰੀ ਜੀ ਬਣਾ ਕੇ ਬਹਿ ਜੰਨੇ, ਹੈ ਨਾ, ਤੇ ਉਹ ਪਿਆਰ ਪੈ ਜਾਂਦਾ। ਹਾਂ, ਜਿਹਨਾਂ ਨਾਲ ਦੁਆ ਸਲਾਮ ਹੀ ਹੋਵੇ, ਉਹ ਬੰਦਿਆਂ ਨੂੰ ਤਾਂ ਫਿਰ ਵੀ ਮੈਂ ਪਿਛਲੇ 3-4 ਸਾਲਾਂ ਤੋਂ ਮੈਂ ਕਹਿ ਰੋ ਵੀ ਜਾਣ ਚੰਗੀ ਤਰ੍ਹਾਂ ਜਾਣਦਾ ਸੀ, ਹੈ ਨਾ। ਅਤੇ ਫਿਰ ਜਦੋਂ ਸਵੇਰੇ ਉਹਨਾਂ ਨੇ ਮੇਰੇ ਤੋਂ ਟੋਟਲ ਬਿੱਲ ਬਣਾਇਆ, ਮੈਂ ਦੱਸਿਆ ਉਹਨਾਂ ਨੂੰ, ਮੈਂ ਕਿਹਾ ਭਰਾ ਵੀ ਮੇਰੇ ਕੋਲ ਪੈਸੇ ਨਹੀਂ ਹੈ ਨਾ, ਸਾਫ਼ ਜੀ ਗੱਲ ਹੈ ਨਾ। तो वो कहते भी भाई जी पैसे तो हमें भी चाहिए, हमें तो पैसे तो, है ना।
ਮੈਂ ਕਿਹਾ ਹੁਣ ਬਈ ਕੀ ਕਰੋਗੇ, ਮੈਂ ਕਿਹਾ ਤੁਸੀਂ ਹੁਣ ਲੜੋਗੇ, ਤੁਸੀਂ ਕੀ ਕਰੋਗੇ, ਇਸ ਤੋਂ ਬਾਅਦ ਕੀ ਹੋ ਸਕਦਾ, ਮੈਂ ਕਿਹਾ ਮੈਂ ਰਹਿ ਲਿਆ ਖਾ ਲਿਆ। ਮੈਂ ਕਿਹਾ ਰਹਿ ਲਿਆ ਖਾ ਲਿਆ, ਔਰ ਮੈਂ ਇਸ ਤੋਂ ਬਾਅਦ ਮੈਂ ਕਿਹਾ ਇੰਨੀ ਉੱਚ ਫਸਿਆ ਹੋਇਆ ਮੈਂ, ਹੈ ਨਾ ਮੈਂ ਇਸ ਤੋਂ ਬਾਅਦ ਤਾਂ ਕੀ ਮੁਸੀਬਤ ਹੋ ਸਕਦੀ, ਤੁਸੀਂ ਵੀ ਲੜ ਲਓ ਜੇ ਲੜਨਾ ਹੀ ਹੈ ਨਾ। ਬਟ ਖੈਰ ਇੰਨੇ ਜ਼ਿਆਦਾ ਯਾਨੀ ਕਿ ਬੰਦੇ ਇੰਨੇ ਜ਼ਿਆਦਾ ਬੇਵਕੂਫ ਨਹੀਂ ਸੀਗੇ, ਇੰਨੇ ਜ਼ਿਆਦਾ ਉਹ ਨਹੀਂ ਸੀਗੇ, ਤੇ ਉਹਨਾਂ ਨੇ ਪਟਲੇ ਫੇਰ ਨਹੀਂ ਉਹ ਕਹਿੰਦੇ ਕਿ ਨਹੀਂ ਵੀ ਭਾਈ ਜੀ ਵੀ ਥੋੜੇ ਸੇ ਪੈਸੇ ਆਪ ਜਾ ਕੇ डाल देना, ਥੋੜੇ ਸੇ ਪੈਸੇ ਅਬ डाल दो। ਤੇ ਮੈਂ ਵੀ ਲੈ ਦੇ ਕੇ ਦੇਖਿਆ, ਮੈਂ ਕਿਹਾ ਨਹੀਂ ਹਟਣਾ ਨਹੀਂ ਇੱਦਾਂ। ਤੇ ਮੈਂ ਉਹਨਾਂ ਨੂੰ ਫਿਰ ਜਿੰਨਾ ਮੇਰੇ ਤੋਂ ਹੋ ਸਕਦਾ ਸੀ, ਮੈਂ ਕਿਹਾ ਚਲੋ ਅੱਗੇ ਵਾਸਤੇ ਬਚਾ ਕੇ ਰੱਖਣੇ, ਮੈਂ 500-700 ਰੁਪਏ ਉਹਨਾਂ ਨੂੰ ਦੇ ਦਿੱਤਾ, ਤੇ ਬਾਕੀ ਉਹਨਾਂ ਦਾ ਨੰਬਰ ਮੇਰੇ ਕੋਲ ਹੈਗਾ ਹੀ ਸੀ। ਤੇ ਮੈਂ ਕਿਹਾ ਵੀ ਚੱਲਦੇ ਹਾਂ ਬਾਈ ਆਪਾਂ ਹੁਣ, ਤਾਂ ਤੁਹਾਨੂੰ ਜਾ ਕੇ ਪਾ ਦੂੰਗਾ। ਤੇ ਬਟ ਇੱਕ ਗੱਲ ਹੋਰ ਮੇਰੇ ਦਿਲ ਵੱਡ ਹੋਇਆ, ਜਦੋਂ ਉੱਥੋਂ ਫਿਰ ਆਪਾਂ ਆਉਣ ਲੱਗੇ ਨਾ, ਉਹਨਾਂ ਨੇ ਇੱਕ ਚੱਲਦੇ ਗੱਲ ਦੇ ਟੌਂਟ ਜੀ ਮਾਰੀ ਸਾਨੂੰ ਨਾ, ਕਹਿੰਦਾ ਬਾਈ ਜੀ ਕਿ ਵਿਸ਼ਵਾਸ ਮਤ ਤੋੜ ਦੇਣਾ ਹਮਾਰਾ, ਹੈ ਨਾ। ਤੇ ਮੈਨੂੰ ਬੜਾ ਫਿਰ ਉਹ ਗੱਲ ਦਾ ਦੁੱਖ ਲੱਗਿਆ। ਮੈਂ ਕਿਹਾ ਵਿਸ਼ਵਾਸ ਮੈਂ ਨਹੀਂ ਤੁਹਾਡਾ ਤੋੜ ਰਿਹਾ ਹੈ ਨਾ, ਉਹ ਨਾ ਹੀ ਤੋੜੂੰਗਾ ਜਾ ਕੇ, ਬਟ ਤੁਸੀਂ ਮੇਰਾ ਤੋੜ ਚੁੱਕੇ ਹੋਏ ਹੈ ਨਾ। ਜਿਹੜਾ ਮੈਂ ਲੈ ਕੇ ਆਇਆ ਸੀ ਨਾ ਆਪਣੇ, ਹੈ ਨਾ ਵੀ ਕਿ ਮੇਰੇ ਕੋਲ ਬੰਦੇ 3-4 ਸਾਲ, ਉਹ ਬੰਦਾ ਜਿਹੜਾ ਮੇਰੇ ਨਾਲ ਫਸਿਆ ਹੋਇਆ ਸੀ ਨਾ, ਜਿਹੜਾ ਮੇਰੇ ਨਾਲ ਸੀ, ਉਹਨੂੰ ਤਾਂ ਮੰਨਦਾ ਹੋਇਆ ਖੂਬੀਆਂ ਛੱਡ ਰਿਹਾ ਸੀ ਨਾ। ਮੈਂ ਕਿਹਾ ਨਹੀਂ ਬੰਦੇ ਵੀ ਕੋਈ ਚੱਕਰ ਨਹੀਂ, ਆਪਣੇ ਉੱਥੇ ਹੈਲਪ ਹੋ ਜਾਏਗੀ ਆਪਣੀ, ਹੈ ਨਾ, ਬੰਦੇ ਮੈਨੂੰ ਜਾਣਦੇ ਆ, ਹੈ ਨਾ। ਤੇ ਮੈਂ ਕਿਹਾ ਤੁਸੀਂ ਤਾਂ ਜਮਾਂ ਹੀ ਵੀ ਕਹਿ ਲਓ ਵੀ ਥੱਲੇ ਹੀ ਲਾਤਾ, ਹੈ ਨਾ। ਤੇ ਕਹਿੰਦੇ ਨਹੀਂ ਭਾਈ ਜੀ ਐਸੇ ਆ ਵੀ ਹਮਾਰੀ ਵੀ ਮਜਬੂਰੀ ਹੈ। ਮੈਂ ਕਿਹਾ ਮਜਬੂਰੀ ਤੁਹਾਡੀ ਕਾਹਦੀ ਮਜਬੂਰੀ, ਤੁਸੀਂ ਘਰੇ ਬੈਠੇ ਘੱਟੋ ਘੱਟ ਯਾਰ ਤੁਹਾਨੂੰ ਖਾਣ ਨੂੰ ਰੋਟੀ ਮਿਲ ਰਹੀ, ਸਭ ਕੁਛ, ਹੋਰ ਕੀ ਮਜਬੂਰੀ ਹੈ, ਨੈਟਵਰਕ ਨਹੀਂ ਆ ਰਿਹਾ, ਠੀਕ ਹੈ। ਉੱਥੇ ਤੱਕ ਜਾਣੀ ਮਨੀਕਰਨ ਤੋਂ ਅੱਗੇ ਤੱਕ ਟੱਚਵੁੱਡ ਉੱਥੇ ਪਾਣੀ ਆ ਰਿਹਾ ਸੀ, ਉੱਥੇ ਨੈਟਵਰਕ ਔਰ ਬਿਜਲੀ ਨਹੀਂ ਆ ਰਹੀ ਸੀ। ਮੈਂ ਕਿਹਾ ਤੁਹਾਡੇ ਪਾਣੀ ਆ ਰਿਹਾ, ਰੋਟੀ ਮਿਲ ਰਹੀ, ਹੋਰ ਮੈਂ ਕਿਹਾ ਐਨੀ ਆਪ ਦਾ ਟਾਈਮ ਕੀ ਚਾਹੀਦਾ, ਹੈ ਨਾ। ਤੇ ਕਹਿੰਦਾ ਮਤਲਬ ਉੱਥੋਂ ਆਪਾਂ ਫਿਰ ਨਿਕਲ ਗਏ। ਅੱਛਾ ਤੁਸੀਂ ਉੱਥੋਂ ਨਿਕਲ ਗਏ ਬਾਈ, ਇੰਨੀਆਂ ਮੁਸ਼ਕਲ ਦੀਆਂ ਘੜੀਆਂ ਜਿਹੜੀਆਂ ਨੇ ਆਈਆਂ ਹੋਈਆਂ ਸੀ ਨਾ ਤੁਹਾਨੂੰ, ਕਿਉਂਕਿ ਪੰਜਾਬ ਮਸ਼ਹੂਰ ਆ, ਪੰਜਾਬ ਜਿਹੜਾ ਇਹ ਫੇਮਸ ਆ ਕਿ ਜੇ ਕਿਤੇ ਮੁਸ਼ਕਲ ਪੈਂਦੀ ਆ ਦੁਨੀਆ ਦੇ ਕਿਸੇ ਕੋਨੇ 'ਚ ਹੋਵੇ, ਪੰਜਾਬੀ ਆਪਣੇ ਟਰੈਕਟਰਾਂ ਦੇ ਮੂੰਹ, ਆਪਣੀਆਂ ਟਰਾਲੀਆਂ ਦੇ ਮੂੰਹ ਜਿਹੜੇ ਨੇ ਉਸ ਵੱਲ ਨੂੰ ਕਰ ਦਿੰਦੇ ਨੇ, ਪੰਜਾਬੀ ਚਲੇ ਜਾਂਦੇ। ਤੁਹਾਨੂੰ ਇਹ ਉਮੀਦ ਸੀ ਕਿ ਯਾਰ ਪੰਜਾਬੀ ਆਉਣਗੇ, ਜਾਂ ਤੁਸੀਂ ਦੇਖਿਆ ਹੋਵੇ ਯਾਰ ਪੰਜਾਬੀ ਨਹੀਂ ਆਏ, ਵੀ ਇਹ ਤਾਂ ਲੋਕ ਆਉਣੇ ਚਾਹੀਦੇ ਸੀ, ਇਹਨਾਂ ਲੋਕਾਂ ਦੇ ਵਿਚਾਰਿਆਂ ਤਾਂ ਇੰਨੀ ਮੁਸੀਬਤ ਪਈ ਆ। ਬਿਲਕੁਲ ਤੁਹਾਨੂੰ ਉਮੀਦ ਸੀ ਵੀ ਆਉਣਗੇ, ਜਾਂ ਆਏ ਨਹੀਂ ਹਾਲੇ ਤੱਕ? ਇਹ ਗੱਲ ਤਾਂ ਵੀਰੇ ਜਦੋਂ ਨਾ ਉੱਥੇ ਆ ਸਾਰਾ ਕੁਝ ਦੇਖਿਆ ਨਾ ਆਪਾਂ ਕਿ ਹਰ ਇੱਕ ਚੀਜ਼ 'ਚ ਹੀ ਬਈ ਕਹਿ ਲਓ ਕਿ ਬਿਜ਼ਨਸ ਆ ਰਿਹਾ ਸੀ, ਚਾਹੇ ਉਹ ਪਾਣੀ ਦੀ ਬੋਟਲ ਹੈ, ਚਾਹੇ ਉਹ ਚਾਹ ਦਾ ਕੱਪ ਹੈ, ਚਾਹੇ ਉਹ ਫੋਨ ਚਾਰਜਿੰਗ ਤੱਕ ਲੈ ਲਓ ਤੁਸੀਂ, ਹੈ ਨਾ। ਤੇ ਉੱਥੇ ਹੀ ਮੈਂ ਇਹ ਸੋਚ ਰਿਹਾ ਸੀ, ਮੈਂ ਕਿਹਾ ਯਾਰ, ਤੇ ਆਪਾਂ ਉਹਨਾਂ ਨੂੰ ਵੀ ਸੁਣਾ ਰਹੇ ਸੀ ਗੱਲਾਂ, ਓਬੀਅਸ ਗੱਲ ਹੈ ਨਾ, ਕਿ ਯਾਰ ਵੀ ਦੇਖੋ ਵੀ ਜਿਹੜਾ ਆਪਣਾ ਪੰਜਾਬ ਹੈ ਨਾ, ਵੀ ਉੱਥੇ ਜਾ ਕੇ ਦੇਖੋ ਤੁਸੀਂ, ਜੇ ਉੱਥੇ ਕਿਤੇ ਇੱਦਾਂ ਦੀ ਪ੍ਰੋਬਲਮ ਹੁੰਦੀ ਵੀ ਅਸੀਂ ਲੋਕਾਂ ਨੂੰ ਹੱਥਾਂ 'ਤੇ ਚੱਕ ਲੈਣਾ ਸੀ, ਹੈ ਨਾ, ਵੀ ਜਿੰਨਾ ਹੋ ਸਕਦਾ ਆਪਾਂ ਵੱਧ ਤੋਂ ਵੱਧ ਹੈਲਪ ਕਰਨੀ ਸੀ, ਹੈ ਨਾ। ਅਤੇ ਮੈਂ ਉਹਨਾਂ ਲੋਕਾਂ ਨੂੰ ਇਹ ਵੀ ਕਿਹਾ, ਮੈਂ ਕਿਹਾ ਵੀ ਸਾਡੇ ਵਾਲੇ ਜਿਹੜੇ ਹੈਗੇ ਨਾ, ਉਹ ਆਪ ਕਿਸੇ ਨਾ ਕਿਸੇ ਆਪ ਦਾ ਇਹਦਾ ਮਤਲਬ ਫਸੇ ਹੋਏ ਹੈ, ਕਿਉਂਕਿ ਆਈ ਵਾਜ਼ ਨਾਟ ਸ਼ਿਓਰ ਹੈ ਨਾ ਵੀ ਆਪਣੇ ਇੱਧਰ ਕੀ ਚੱਲ ਰਿਹਾ ਕੀ ਨਹੀਂ ਹੈ। ਬਟ ਮੈਨੂੰ ਇਹ ਪੱਕਾ ਯਕੀਨ ਸੀ, ਮੈਂ ਉਹਨਾਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਪੱਕਾ ਯਕੀਨ ਹੈ ਕਿ ਸਾਡੇ ਲੋਕ ਆਪ ਕਿਤੇ ਪਾਸੇ ਫਸੇ ਹੋਏ, ਸਾਡੇ ਪੰਜਾਬੀ, ਨਹੀਂ ਤਾਂ ਹੁਣ ਤੱਕ ਇੱਥੇ ਉਹਨਾਂ ਨੇ ਪਹੁੰਚ ਕੋਈ ਨਾ ਕੋਈ ਕੁਛ ਨਾ ਕੁਛ ਤਾਂ ਇੱਥੇ ਪੁੱਜ ਜਾਣਾ ਸੀ, ਕੁਛ ਨਾ ਕੁਛ, ਹੈ ਨਾ, ਵੀ ਇੱਦਾਂ ਦੀ ਗੱਲ ਨਹੀਂ ਹੈ। ਤੇ ਉਹੀ ਗੱਲ ਫਿਰ ਉਹੀ ਯਾਦ ਆਈ ਆਪਣੇ, ਹੈ ਨਾ, ਵੀ ਦੇਸ਼ ਹੀ ਕਹੂੰਗਾ ਮੈਂ ਹੁਣ ਨਾ, ਆਪਣਾ ਪੰਜਾਬ ਦੇਸ਼ ਹੀ ਹੈ ਆਪਣਾ, ਹੈ ਨਾ। ਤੇ ਪੰਜਾਬ ਦੇਸ਼ ਦੀ ਉੱਥੇ ਵਾਕਈ ਯਾਦ ਆਈ ਉਸ ਟਾਈਮ ਕਿ ਨਹੀਂ ਯਾਰ, ਕਿ ਆਪਣੇ ਲੋਕ ਹੀ, ਆਪਣੇ ਜਿਹੜੇ ਜਜ਼ਬਾਤ ਹੈ, ਪੰਜਾਬੀਅਤ ਹੀ ਹੈ। ਬਿਲਕੁਲ। ਤੇ ਬਾਈ ਫਿਰ ਉੱਥੋਂ ਪੈਦਲ ਚਾਲੇ ਪਾਉਂਦੇ ਹੋ ਉਸ ਹੋਟਲ ਦੇ ਵਿੱਚੋਂ, ਉਸ ਪੈਦਲ ਚਾਲੇ ਪਾਉਂਦੇ ਹੋ? ਰਸਤਾ ਕਿਉਂਕਿ ਕਾਫੀ ਖਰਾਬ ਸੀ। ਬਿਲਕੁਲ ਵੀਰੇ, ਉਸ ਹੋਟਲ ਤੋਂ ਬਾਅਦ ਵੀ ਰਸਤਾ ਤੁਹਾਨੂੰ ਮੈਂ ਇਹ ਦੱਸੂੰਗਾ ਕਿ ਰਸਤਾ ਉਸ ਤੋਂ ਬਾਅਦ ਉਨਾ ਜ਼ਿਆਦਾ ਖਰਾਬ ਨਹੀਂ ਸੀ, ਥੋੜੀ ਫੇਰ ਅੱਗੇ ਟੈਕਸੀ ਜਾ ਰਹੀ ਸੀ, ਹੈ ਨਾ। ਬਟ ਗੱਲ ਫੇਰ ਮੁੜ ਕੇ ਉੱਥੇ ਹੀ ਆ ਗਏ, ਨੋਟ ਸਾਡੇ ਕੋਲ ਪੈਸੇ ਨਹੀਂ ਸੀ। ਤੇ ਆਪਾਂ ਫਿਰ ਨਾਲ ਦੇ ਨੂੰ ਕਿਹਾ, ਮੈਂ ਕਿਹਾ ਹੁਣ ਤਾਂ ਆਪਣੇ ਕੋਲ ਯਾਰ ਇਹਨਾਂ ਨੇ ਵੀ ਲੈ ਲਏ ਪੈਸੇ, ਹੈ ਨਾ, ਹੁਣ ਤਾਂ ਆਪਣੇ ਕੋਲ ਲੈ ਦੇ ਕੇ ਫਿਰ ਉਹੀ ਕਹਿ ਲਓ, ਉਹਨਾਂ ਨੇ ਜਿਵੇਂ 500-700 ਰੁਪਏ ਲੈ ਲਿਆ, ਆਪਣੇ ਕੋਲ ਉਹੀ 600 ਰੁਪਏ 500-600 ਰੁਪਏ ਬਚਿਆ ਸੀ, ਹੈ ਨਾ। ਤੇ ਆਪਾਂ ਉੱਥੋਂ ਫਿਰ ਪੈਦਲ ਚੱਲੇ ਸਟਾਰਟ, ਹਾਲਾਂਕਿ ਉੱਥੋਂ ਟੈਕਸੀ ਸੀਗੀਆਂ, ਉੱਥੋਂ ਅੱਗੇ 10 ਕਿਲੋਮੀਟਰ, ਫਿਰ 12 ਕਿਲੋਮੀਟਰ ਅੱਗੇ ਹੋਰ ਹੈਗਾ ਸੀ ਰਸਤਾ, ਜਰੀ ਕਰਕੇ ਇੱਕ ਜਗ੍ਹਾ ਆਉਂਦੀ, ਜਰੀ ਮਨੀਕਰਨ ਤੋਂ 12 ਕਿਲੋਮੀਟਰ ਅੱਗੇ, ਉਹ ਜਰੀ ਜਿਹੜੀ ਜਗ੍ਹਾ ਇੱਦਾਂ ਦੀ ਸੀ, ਉਹ ਕ੍ਰੋਸ ਕਰਕੇ ਫਿਰ ਉੱਥੇ ਨੈਟਵਰਕ ਆ ਰਿਹਾ ਸੀ। ਜਿਵੇਂ ਸਾਨੂੰ ਉੱਥੇ ਲੋਕਾਂ ਨੇ ਦੱਸਤਾ ਸੀ, ਉੱਥੇ ਲੋਕਲ ਕਿ ਜਰੀ ਹੈ 12 ਕਿਲੋਮੀਟਰ ਜਗ੍ਹਾ ਵੀ ਉੱਥੇ ਨੈਟਵਰਕ ਜ਼ੋਨ ਹੈਗੀ, ਉੱਥੇ ਨੈਟਵਰਕ ਆ ਰਿਹਾ। ਤੇ ਮੈਂ ਫਿਰ ਆਪਣੇ ਨਾਲ ਦੇ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਯਾਰ ਵੀ ਇੱਕ ਵਾਰ ਆਪਾਂ ਨੈਟਵਰਕ ਜ਼ੋਨ 'ਚ ਪੁੱਜੀਏ, ਹੈ ਨਾ, ਤੇ ਆਪਾਂ ਪੈਦਲ ਚੱਲਦੇ ਹਾਂ, ਤੇ ਨੈਟਵਰਕ ਜ਼ੋਨ 'ਚ ਆਪਾਂ ਪੁੱਜ ਕੇ ਕੰਟੈਕਟ ਕਰਦੇ ਹਾਂ ਘਰਦਿਆਂ ਨਾਲ। ਤੇ ਪੈਸਿਆਂ ਦੀ ਗੱਲ ਮੈਂ ਕਿਹਾ ਇੱਦਾਂ ਹੈ, ਜਿਹੜੇ ਆਪਣੇ ਕੋਲ ਪੈਸੇ ਫਿਲਹਾਲ ਹੈਗੇ, ਮੈਂ ਕਿਹਾ ਆਪਾਂ ਬਚਾ ਕੇ ਹੀ ਰੱਖਦੇ ਹਾਂ ਯਾਰ, ਮੈਂ ਕਿਹਾ। ਤੇ ਮੈਂ ਕਿਹਾ ਅੱਗੇ ਜਾ ਕੇ ਪਤਾ ਨਹੀਂ, ਕਿਉਂਕਿ ਇੰਨੀ ਜ਼ਿਆਦਾ ਹੈ ਨਾ ਵੀ ਡਿਜ਼ਾਸਟਰ ਹੋ ਰੱਖਿਆ ਕਿ ਕੀ ਪਤਾ ATM ਵਗੈਰਾ ਦਾ ਕੁਛ ਚੱਲ ਰਿਹਾ ਹੋਵੇ, ਨਾ ਚੱਲ ਰਿਹਾ ਹੋਵੇ। ਤੇ ਫਿਰ ਆਪਾਂ ਉੱਥੋਂ ਵੀ ਪੈਦਲ ਚੱਲੇ ਅੱਗੇ 12 ਕਿਲੋਮੀਟਰ ਲਈ ਸਟਾਰਟ ਕਰਤੇ। ਤੇ ਬਾਈ ਪੈਦਲ ਚਾਲੇ ਸਟਾਰਟ ਕਰਤੇ ਤੁਸੀਂ, ਮੈਨੂੰ ਆਫ ਦਾ ਰਿਕਾਰਡ ਇੱਕ ਗੱਲ ਦੱਸਦੇ ਸੀ ਕਿ ਬਾਈਕ ਪਹਾੜਾਂ ਉੱਪਰ ਦੀ ਚੜਾਉਣ ਦਾ ਵੀ ਕੁਝ ਇਹ ਸੀਨ ਸੀ, ਉਹ ਪੈਸੇ ਲੈ ਰਹੇ ਸੀ, ਇਹ ਕੀ ਕਹਾਣੀ? ਉਹ ਕਾਫੀ ਹੈ ਨਾ ਭਾਵੁਕ ਕਰਨ ਵਾਲੀ ਵੀ ਗੱਲ ਆ ਕਿ ਕਿੱਦਾਂ ਕੁਝ ਗਲਤ ਲੋਕਾਂ ਦੇ ਵੱਲੋਂ ਸਾਡੇ ਪੰਜਾਬੀ ਮੁੰਡਿਆਂ ਦਾ, ਸਾਡੀ ਸੰਗਤ ਦਾ ਉੱਥੇ ਮਨੀਕਰਨ ਸਾਹਿਬ ਮੱਥਾ ਟੇਕਣ ਗਿਆ ਦਾ ਯੂਜ਼ ਵੀ ਕੀਤਾ ਗਿਆ। ਬਿਲਕੁਲ ਵੀਰੇ, ਇਹ ਗੱਲ ਆਪਣੀ ਉੱਥੇ ਵੀ ਜਿਵੇਂ ਹੈ ਨਾ, ਜਦੋਂ ਆਪਾਂ ਫਸੇ ਸੀਗੇ ਨਾ, ਉੱਥੇ ਸਾਰੇ ਆਪਣੀਆਂ ਗੱਪਾਂ ਮਾਰ ਰਹੇ ਸੀ, ਹੈ ਨਾ, ਹਰ ਕਿਸੇ ਨੂੰ ਕੋਈ ਨਾ ਕੋਈ ਗੱਲ। ਤਾਂ ਉੱਥੇ ਹੌਲੀ ਹੌਲੀ ਗੱਲ ਜਿਵੇਂ ਇੱਕ ਮੈਂ ਅਲੱਗ ਹੀ ਦੇਖਿਆ ਉਹਨਾਂ ਦਾ,
ਹੋਰ ਵੀ ਸਟੇਟ ਦੇ ਲੋਕ ਸੀਗੇ, ਸਾਰੇ ਪਾਸੇ ਦੇ ਲੋਕ ਸੀਗੇ, ਬਟ ਇੱਕ ਪਤਾ ਨਹੀਂ ਪੰਜਾਬੀਆਂ ਨੂੰ ਲੈ ਕੇ ਇੱਕ ਹੈ ਨਾ, ਮੈਂ ਹੁਣ ਸਿੱਧੇ ਸ਼ਬਦਾਂ 'ਚ ਹੀ ਕਹਾਂਗਾ ਕਿ ਇੱਕ ਨਫ਼ਰਤ ਮੈਨੂੰ ਕਿਤੇ ਨਾ ਕਿਤੇ ਉਹਨਾਂ ਦੇ ਦਿਮਾਗ ਦੇ ਕਿਸੇ ਕੋਨੇ 'ਚ ਆਪਣੇ ਪੰਜਾਬੀਆਂ ਨਾਲ ਲੱਗੀ। ਯਾਨੀ ਕਿ ਉਹ ਡਿਸਪਾਈਟ ਚਾਹੇ ਕੋਈ ਪੰਜਾਬੀ ਹੈ, ਚਾਹੇ ਕੋਈ ਕਹਿਣ ਦਾ ਮਤਲਬ ਵੀ ਪੰਜਾਬੀ ਤਾਂ ਚਲੋ ਹੈ ਨਾ, ਚਾਹੇ ਕੋਈ ਸਿੱਖ ਹੈ, ਚਾਹੇ ਹਿੰਦੂ ਹੈ, ਚਾਹੇ ਮੁਸਲਮਾਨ ਹੈ, ਉਹਨਾਂ ਨੂੰ ਸਿਰਫ ਜਿਹੜਾ ਪੰਜਾਬੀ ਸੀ ਹੈ ਨਾ, ਉਹਦੇ ਨਾਲ ਕਹਿ ਲਓ ਵੀ ਇੱਕ ਤਰੀਕੇ ਨਾਲ ਕੁਛ ਨਾ ਕੁਛ ਤਾਂ ਦਿੱਕਤ ਹੈਗੀ ਸੀ। ਅਤੇ ਫਿਰ ਜਦੋਂ ਗੱਲ ਆ ਗਈ ਇਹੀ ਵੀ ਗੱਲ ਇਹ ਬਹੁਤ ਜ਼ਿਆਦਾ ਛੇੜ ਰਹੀ ਸੀ ਉਹ ਕਿ ਵੀ ਤੁਹਾਡੇ ਉੱਥੋਂ ਲੋਕ ਆਉਂਦੇ ਨੇ ਇੱਥੇ ਆ ਕੇ ਖੱਪ ਪਾਉਂਦੇ ਨੇ ਹੈ ਨਾ, ਜਾਂ ਫਲਾਣਾ ਕਰਦੇ ਨੇ ਮੈਂ ਕਿਹਾ ਯਾਰ ਮੈਨੂੰ ਘੱਟੋ ਘੱਟ 15 ਸਾਲ ਹੋ ਗਏ ਇੱਥੇ ਆਉਂਦਿਆਂ ਨੂੰ, ਅਤੇ ਮੈਨੂੰ ਤਾਂ ਅੱਜ ਤੱਕ ਵੀ ਇੱਦਾਂ ਦਾ ਕੋਈ ਨਾ ਤਾਂ ਮੈਂ ਖੱਪ ਪਾਈ ਕਦੇ ਹੈ ਨਾ ਕੋਈ ਬੰਦਾ ਮੈਂ ਖੱਪ ਪਾਉਂਦਾ ਦੇਖਿਆ। ਠੀਕ ਹੈ ਵੀ ਇੱਥੇ ਕਿਸੇ ਨੇ ਖੱਪ ਪਾਈ ਵੀ ਹੋਣੀ ਤਾਂ ਤੁਸੀਂ ਅਗਰ ਵੀ ਇੰਨੀ 1% ਕਿਸੇ ਬੰਦੇ ਨੇ ਪਾਤੀ ਹੋਣੀ ਤਾਂ ਤੁਸੀਂ 99% ਜਿਹੜੀ ਕਮਿਊਨਿਟੀ ਹੈ ਉਹਨੂੰ ਪੂਰੀ ਦੀ ਪੂਰੀ ਨੂੰ ਜੱਜ ਨਹੀਂ ਨਾ ਕਰ ਸਕਦੇ ਤੁਸੀਂ ਉਹ ਬੰਦੇ ਦੇ ਹਿਸਾਬ ਨਾਲ ਹੈ ਨਾ। ਓਬਵੀਅਸ ਜੀ ਗੱਲ ਹੈ ਉਹਨਾਂ ਦੇ ਲੋਕ ਵੀ ਹੈ ਨਾ, ਉਹ ਜਿਹੜੇ ਉਹਨੇ ਇੱਕ ਖਰਾਬ ਕਿਤੇ ਨਾ ਕਿਤੇ ਪਾਸੇ ਹਰ ਜਗ੍ਹਾ ਲੋਕ ਕੁਛ ਨਾ ਕੁਛ ਪਰਸੈਂਟੇਜ ਖਰਾਬ ਹੁੰਦੀ ਹੋਈ ਹੈ, ਅਤੇ ਉਹ ਲੈ ਦੇ ਕੇ ਇਹਨਾਂ ਨੂੰ ਵੀ ਜਿਹੜੇ ਕਹਿੰਦੇ ਤੁਹਾਡੇ ਵੀ ਆਉਂਦੇ ਨੇ ਤੁਹਾਡੇ ਹੈ ਨਾ ਵੀ ਮਨੀਕਰਨ ਸਾਹਿਬ ਆਉਂਦੇ ਨੇ ਤੁਹਾਡੇ ਬਾਈਕਸ ਵਗੈਰਾ 'ਤੇ ਬੰਦੇ ਤੁਹਾਡੇ ਆਉਂਦੇ ਨੇ, ਇਹ ਆ ਕੇ ਖੱਪ ਆਉਂਦੇ ਨੇ ਹੈ ਨਾ ਇਹ। ਅਤੇ ਮੈਂ ਕਿਹਾ ਯਾਰ ਵੀ ਇਹ ਆ ਕੇ ਨਸ਼ੇ ਕਰਦੇ ਨੇ, ਸ਼ਰਾਬ ਪੀਂਦੇ ਨੇ ਹੈ ਨਾ, ਅਤੇ ਮੈਂ ਕਿਹਾ ਇਹ ਤਾਂ ਗੱਲ ਕਦੇ ਹੋ ਹੀ ਨਹੀਂ ਸਕਦੀ ਕਿ ਬੰਦੇ ਜਿਹੜੇ ਮਨੀਕਰਨ ਸਾਹਿਬ ਆ ਰਹੇ ਉਹ ਬੰਦੇ ਇਹ ਕੰਮ ਕਰਨਗੇ, ਸ਼ਰਾਬ ਪੀਣਗੇ ਜਾਂ ਕੋਈ ਨਸ਼ਾ ਪੱਤਾ ਕਰਨਗੇ ਨਾ। ਮੈਂ ਕਿਹਾ ਇਹ ਤੁਸੀਂ ਤਾਂ ਲਾਈਕ ਬਾਅਦ 'ਚ ਕੋਈ ਐਕਸ਼ਨ ਲਓਗੇ, ਇਹ ਜਿਹੜੇ ਸਾਡੇ ਲੋਕ ਹੈ ਉਹਨਾਂ ਨੇ ਵੜ ਦੇਣੇ ਜਾਂ ਕਹਿ ਲਓ ਕੁਛ ਵੀ ਹੈ ਵੀ ਉਹਨਾਂ ਨੇ ਪਹਿਲਾਂ ਐਕਸ਼ਨ ਲੈਣਾ ਵੀ, ਕਿਉਂਕਿ ਓਬਵੀਅਸਲੀ ਮੈਂ ਕਿਹਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਠੀਕ ਹੈ, ਇੱਕ ਵੀ ਕਿਸੇ ਹਰ ਇੱਕ ਲਈ ਉਹਨਾਂ ਲਈ ਵੀ ਉਹ ਵੀ ਬਹੁਤ ਲੋਕ ਸਪਿਰਿਚੁਅਲ ਨੇ ਵੈਸੇ, ਬਟ ਮੈਂ ਉਹਨਾਂ ਨੂੰ ਜਸਟ ਇਹ ਗੱਲ ਮੈਂ ਇਸ ਤਰੀਕੇ ਨਾਲ ਮੈਂ ਉਹਨਾਂ ਨੂੰ ਨਾ ਐਡਵੋਕੇਟ ਕੀਤੀ ਵੀ ਨਹੀਂ ਇਹ ਤੁਸੀਂ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਗਲਤਫਹਿਮੀ ਹੈ, ਹੋ ਸਕਦਾ ਵਿੱਚ ਕੋਈ ਕੁਛ ਅੰਸ਼ ਹੁੰਦੇ ਆ ਆਪਣੇ ਵੀ ਜਿਹੜੇ ਕੁਛ ਉਹ ਸਾਡੇ ਤੁਹਾਨੂੰ ਪਤਾ ਕਿਤੇ ਮੇਲਿਆਂ 'ਚ ਹੋਲੇ ਮਹੱਲੇ 'ਚ ਜਾਂ ਵਿਸਾਖੀ 'ਚ ਵੀ ਦੇਖਣ ਨੂੰ ਮਿਲਦਾ ਹੈ ਕਿ ਕੋਈ ਸਲਾਂਸਰ ਖੋਲ੍ਹਿਆ ਰੌਲਾ ਪਾਉਂਦੇ, ਉਹ ਇੱਕ ਉਮਰ ਹੁੰਦੀ ਉਹ ਕੁਛ ਉਮਰ ਦੇ ਜਿਹੜੇ ਹੁੰਦੇ ਨੌਜਵਾਨ ਉਹ ਕਰਦੇ ਨੇ, ਬਟ ਉਹ ਸਾਰੇ ਨਹੀਂ ਹੁੰਦੇ ਹੈ ਨਾ। ਅਤੇ ਗੱਲ ਮੁੱਕਦੀ ਫਿਰ ਉਹ ਜਦੋਂ ਆਪਾਂ ਅੱਗੇ ਗਏ ਹੈ ਨਾ, ਆਪਾਂ ਪੈਦਲ ਗਏ ਅੱਗੇ, ਤਾਂ ਫਿਰ ਜਿਹੜੀ ਅੱਗੇ ਉਹ ਜਰੀ ਵਾਲਾ ਰਸਤਾ ਸੀ ਉਹ ਉੱਥੇ ਉਹਨਾਂ ਨੇ ਇੱਕ NDRF ਦੀ ਟੀਮ ਪੁੱਜ ਚੁੱਕੀ ਸੀ, ਉਹਨਾਂ ਨੇ ਫਿਰ ਉੱਥੇ ਪਗਡੰਡੀ ਬਣਾਤੀ ਹੋਈ ਸੀ ਉੱਪਰ ਦੀ ਪੈਦਲ ਚੱਲਣ ਲਈ। ਅਤੇ ਉਹ ਜਿਹੜੀ ਪਗਡੰਡੀ ਸੀ ਹੁਣ ਜਿਹੜੇ ਉੱਥੇ ਲੋਕ ਤੁਹਾਨੂੰ ਪਤਾ ਬਾਈਕ 'ਤੇ ਵੀ ਆਈ ਹੋਈ ਸੀ ਹੈ ਨਾ, ਅਸੀਂ ਤਾਂ ਖੈਰ ਪੈਦਲ ਹੀ ਸੀਗੇ ਤਾਂ ਆਪਾਂ ਨੂੰ ਤਾਂ ਪਤਾ ਲਈ ਆਪਾਂ ਨੂੰ ਪੈਦਲ ਹੀ ਜਾਣਾ ਪੈਣਾ, ਅੱਗੇ ਤਾਂ ਆਪਾਂ ਤਾਂ ਅੱਗੇ ਬੱਸ ਬੁੱਸ ਹੀ ਕਰਨੀ ਸੀ ਹੈ ਨਾ। ਅਤੇ ਉਹ ਜਿਹੜੇ ਬਾਈਕ 'ਤੇ ਆਏ ਹੋਏ ਸੀ ਬੰਦਾ ਫਿਰ ਬਾਈਕ ਵਾਲਾ ਥੋੜ੍ਹਾ ਤੁਹਾਨੂੰ ਪਤਾ ਹੀ ਹੈ ਹਰ ਇੱਕ ਕੋਈ ਬਾਈਕ ਵਾਲਾ ਜਿਹੜਾ ਮਡੀਓਕਰ ਜਿਹੇ ਬੰਦਾ ਹੁੰਦਾ ਹੈ ਨਾ, ਹਾਲਾਂਕਿ ਗੱਡੀ ਵਾਲੇ ਨੂੰ ਨਹੀਂ ਗੱਡੀ ਪਿਆਰੀ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਜਿੰਨੀ ਬਾਈਕ ਵਾਲੇ ਨੂੰ ਬਾਈਕ ਪਿਆਰੀ ਹੁੰਦੀ। ਅਤੇ ਉਹ ਫਿਰ ਕੋਸ਼ਿਸ਼ ਕਰ ਰਹੇ ਸੀ ਬਾਈਕ ਵਾਲੇ ਕਿ ਆਪਾਂ ਵੀ ਕਿਸੇ ਤਰੀਕੇ ਨਾਲ ਬਾਈਕ ਵੀ ਲੈ ਕੇ ਜਾਣੀ। ਫਿਰ ਲੋਕਲ ਜਿਹੜੇ ਲੋਕ ਸੀ ਉਹਨਾਂ ਨੇ ਉੱਥੇ ਵੀ ਯਾਨੀ ਕਿ ਉਹਨਾਂ ਨੇ ਦੇਖਿਆ ਵੀ ਇੱਥੇ ਵੀ ਕਮਾਈ ਦਾ ਸਾਧਨ ਬਣ ਸਕਦਾ ਹੈ ਨਾ, ਅਤੇ ਉਹਨਾਂ ਨੇ ਉਹ ਲੋਕਾਂ ਨੂੰ ਥੋੜ੍ਹਾ ਬਹੁਤ ਪ੍ਰਵੋਕ ਕੀਤਾ ਜਿਹੜੇ ਮੁੰਡੇ ਆਪਣੇ ਬਾਈਕ 'ਤੇ ਗਏ ਹੋਏ ਸੀ। ਹਾਲਾਂਕਿ ਅਸੀਂ ਉਹਨਾਂ ਨੂੰ ਮਨਾ ਕਰਦੇ ਰਹੇ ਮੁੰਡਿਆਂ ਨੂੰ ਨਾ ਕਿ ਬਈ ਨਹੀਂ ਬਾਈ ਹੈ ਨਾ, ਉਹਨਾਂ ਨੇ ਪ੍ਰਵੋਕ ਕੀਤਾ ਜਿਹੜਾ ਉੱਥੇ ਪੈਦਲ ਜਾਣਾ ਹੀ ਬੜਾ ਮੁਸ਼ਕਿਲ ਸੀ, ਬਾਰਿਸ਼ ਪਈ ਹੋਈ ਸੀ, ਥੋੜ੍ਹਾ ਜਿਹਾ ਸਲਿੱਪਰੀ ਸੀ ਸਾਰਾ ਉਹ ਹੈ ਨਾ, ਅਤੇ ਉਹ 3 ਕਿਲੋਮੀਟਰ ਆਪਾਂ ਨੂੰ ਉੱਪਰ ਦੀ ਪਹਾੜ ਦੀ ਜਾਣਾ ਪੈਣਾ ਸੀ ਘੁੰਮ ਕੇ, ਅਤੇ ਉੱਥੇ ਪੈਦਲ ਜਾਣਾ ਬਹੁਤ ਮੁਸ਼ਕਿਲ ਸੀ। ਅਤੇ ਬਟ ਉਹਨਾਂ ਨੇ ਪ੍ਰਵੋਕ ਕਰਕੇ ਉਹਨਾਂ ਮੁੰਡਿਆਂ ਨੂੰ ਕਿਹਾ ਵੀ ਤੁਹਾਨੂੰ ਬਾਈਕ ਆਪਾਂ ਚੜ੍ਹਾਵਾਂਗੇ ਵੀ ਤੁਹਾਤੋਂ ਆਪਾਂ ਉਹਦਾ ਰੇਟ ਚੱਲ ਰਿਹਾ ਸੀ 3000 ਤੋਂ ਲੈ ਕੇ 5000 ਦੇ ਵਿੱਚ। 3 ਕਿਲੋਮੀਟਰ ਬਾਈਕ ਲੈ ਕੇ ਜਾਣ ਦਾ ਰੇਟ 3000 ਤੋਂ ਬਿਲਕੁਲ 5000 ਬਿਲਕੁਲ ਹੈਗਾ। ਤਾਂ ਵੈਸੇ ਕੰਮ ਤਾਂ ਬਹੁਤ ਜ਼ਿਆਦਾ ਉਹ ਡੇਂਜਰਸ ਸੀ, ਖਤਰਨਾਕ ਸੀ, ਕਿਉਂਕਿ ਉਹ ਬਾਈਕ ਪੂਰੀ ਸਮਝ ਕੇ ਨਾ ਉੱਥੇ ਪੈਦਲ ਚੱਲਣ ਨੂੰ ਜਗ੍ਹਾ ਨਹੀਂ ਸੀ ਔਰ ਤੁਸੀਂ ਬਾਈਕ ਲੈ ਕੇ ਜਾਣੀ। ਫਿਰ ਉਹ ਜਿਹਦੀ ਬਾਈਕ ਹੈ ਨਾ, 2 ਬੰਦੇ ਉਹ ਹੋਣਗੇ, ਜਿਹੜਾ ਇੱਕ ਬੰਦਾ ਉੱਥੇ ਦਾ ਲੋਕਲ ਹੈ, ਜਿਹੜੇ ਬੰਦੇ ਨੇ ਪੈਸੇ ਲੈਣੇ ਹਨ ਉਹ ਲਾਈਕ ਉਹਨੂੰ ਕੁਛ ਰੱਸਾ ਪਾ ਕੇ ਜਾਂ ਕੁਛ ਪ੍ਰੋਪਰ ਤਰੀਕੇ ਨਾਲ ਉਹ ਲੈ ਕੇ ਉਹ ਅੱਗੇ ਖਿੱਚ ਰਿਹਾ, ਉਹ ਪਿੱਛੋਂ ਮੁੰਡੇ ਧੱਕਾ ਲਾ ਰਹੇ। ਅਤੇ ਉਹ ਮੁੱਕਦੀ ਗੱਲ ਜੀ ਇੱਕ ਹੋ ਚਲੋ ਇਹ ਤਾਂ ਚਲੋ ਹੋ ਗਿਆ ਹੈ ਨਾ। ਅਤੇ ਰਸਤੇ 'ਚ ਜਦੋਂ ਹਾਫਵੇ ਪਹੁੰਚ ਜਾਂਦੀ ਸੀ ਨਾ ਬਾਈਕ ਹੈ ਨਾ, ਤਾਂ ਉੱਥੇ ਜਾ ਕੇ ਉਹਨਾਂ ਦੀ ਨਾ ਹੋ ਜਾਂਦੀ ਸੀ ਹਰ ਇੱਕ ਬੰਦੇ ਦੀ, ਕਿੰਨਾ ਕੁ ਜ਼ੋਰ ਹੁੰਦਾ ਕਿਸੇ ਹੈ ਨਾ। ਅਤੇ ਜਦੋਂ ਰਸਤੇ 'ਚ ਪੁੱਜ ਜਾਂਦੇ ਸੀ, ਰਸਤੇ 'ਚ ਜਾ ਕੇ ਜਦੋਂ ਅੱਧ ਰਸਤੇ ਪੁੱਜ ਗਏ ਅਤੇ ਅੱਧ ਰਸਤੇ ਇਹ ਵੀ ਚੀਜ਼ਾਂ ਉੱਥੇ ਦੇਖਣ ਨੂੰ ਮਿਲੀਆਂ, ਅਤੇ ਜਦੋਂ ਉੱਥੇ ਪੁੱਜ ਗਏ ਉਹ ਕਹਿੰਦੇ ਨਹੀਂ ਬਾਈ ਕਿ ਆਪਾਂ ਨਹੀਂ ਹੁਣੀ ਤੋਂ ਅੱਗੇ ਲੈ ਕੇ ਜਾ ਸਕਦੇ। ਜਿਹੜੇ ਬੰਦਾ ਲਾਈਕ ਪੈਸੇ ਚਾਰਜ ਕਰ ਰਿਹਾ ਸੀ ਕਿ ਮੈਂ ਉਹ ਮਨਾ ਕਰ ਦਿੰਦਾ ਉੱਥੇ ਜਾ ਕੇ ਅੱਧ ਵਿਚਾਲੇ ਕਿ ਆਪਾਂ ਨਹੀਂ ਜੀ ਹੁਣ ਆਪਾਂ ਨਹੀਂ ਬਾਈ ਜੀ ਹਮ ਨਹੀਂ ਲੈ ਕੇ ਜਾ ਸਕਦੇ ਐਸੇ ਹੈ ਨਾ, ਆਪਣੀ ਐਕਸੈਂਟ 'ਚ ਬੋਲਦੇ। ਅਤੇ ਉਹ ਬੰਦਾ ਵਿਚਾਰਾ ਜਿਹੜਾ ਹੁਣ ਸਾਡੇ ਉੱਥੇ ਫਸੇ ਹੋਏ ਸੀ ਪੰਜਾਬੀ ਬਾਈ ਹੈ ਨਾ, ਉਹਨੇ ਯਾਰ ਇਹੀ ਕਿਹਾ ਵੀ ਬਾਈ ਯਾਰ ਹੁਣ ਮੈਂ ਤੋਂ ਅੱਗੇ ਮੈਂ ਨਾ ਤਾਂ ਪਿੱਛੇ ਮੁੜ ਜਾਊਗਾ ਨਾ ਮੈਂ ਅੱਗੇ ਜਾਣ ਜਾਊਗਾ। ਉਹ ਕਹਿੰਦੇ ਬਈ ਨਹੀਂ ਬਾਈ ਜੀ ਆਪ ਜੈਸੇ ਮਰਜ਼ੀ ਕरो, पीछे लेके जाओ आगे लेके जाओ, हम नहीं लेके जा सकते। कहते ਹੁਣ हल की है, हल ये भी 3000 रुपये होर लगेगा एक्स्ट्रा। ਅੱਧ ਵਿਚਾਲੇ ਮਤਲਬ 3000 ਜੇ ਰੇਟ ਕਰਕੇ ਲੈ ਗਏ ਉਨੇ ਹੀ ਰੁਪਈਏ ਉਹਨਾਂ ਨੇ ਅੱਧ ਵਿਚਾਲੇ ਮੰਗਣੇ ਨੇ। ਬਿਲਕੁਲ ਤੁਹਾਡੇ ਸਾਹਮਣੇ ਮੰਗਿਆ ਕੋਈ? ਬਿਲਕੁਲ ਡਬਲ ਕਰਤੇ ਜੀ, ਬਿਲਕੁਲ ਸਾਡੇ ਸਾਹਮਣੇ। ਤੁਹਾਨੂੰ ਮੈਂ ਇਹ ਦੱਸਿਆ ਨਾ ਕਿ ਥੋੜ੍ਹੇ ਉੱਥੇ ਨੈਟ ਇੱਕ ਥੋੜ੍ਹੀ ਜਿਹੀ ਇਲੈਕਟ੍ਰੀਸਿਟੀ ਵਗੈਰਾ ਨਹੀਂ ਸੀ, ਫੋਨ ਵਗੈਰਾ ਚਾਰਜ ਆਪਣੇ ਨਹੀਂ ਸੀ, ਨਹੀਂ ਤਾਂ ਇਹ ਮੈਂ ਹੋ ਸਕਦਾ ਕਿ ਕੈਮਰੇ 'ਚ ਵੀ ਮੈਂ ਜ਼ਰੂਰ ਇਹ ਚੀਜ਼ਾਂ
ਹੈ ਨਾ ਰਿਕਾਰਡ ਕਰਦਾ ਇਹ ਚੀਜ਼ਾਂ, ਬਟ ਰਿਕਾਰਡ ਕਰਨ ਦਾ ਫਾਇਦਾ ਨਹੀਂ, ਤੁਹਾਨੂੰ ਪਤਾ ਉਹਦੇ ਲੋਕਲ ਉੱਥੇ ਬੈਠੇ ਹੋਏ ਸੀ, ਉਹਨਾਂ ਨੇ ਸਾਡੇ ਨਾਲ ਲੜਨਾ ਸੀ। ਬਟ ਇਹ ਤਾਂ ਜਿਹੜੀ ਗੱਲ ਹੈਗੀ ਆ ਉਹ ਤਾਂ ਪਤਾ ਹੀ ਆ, ਤੁਸੀਂ ਵੀਡੀਓ 'ਚ ਬਾਕੀ ਹੋਰ ਵੀ ਪਾਸੇ ਦੇਖਿਓ, ਕਿਸੇ ਨਾ ਕਿਸੇ ਨੇ ਜ਼ਰੂਰ ਪਾਈ ਹੋਣੀ ਇਹ ਵਾਲੀ ਵੀਡੀਓ, ਹੈ ਨਾ ਇੱਦਾਂ ਦੀ। ਅਤੇ ਉਹ ਗੱਲ ਦਾ ਬੜਾ ਦੁੱਖ ਲੱਗਿਆ ਕਿ ਹੈ ਨਾ ਵੀ ਪਹਿਲੀ ਗੱਲ ਤਾਂ ਤੁਸੀਂ ਕਿਸੇ ਨੂੰ ਹੈ ਨਾ ਵੀ 5000 ਹੀ ਬਹੁਤ ਬੜੀ ਗੱਲ ਹੈ ਨਾ, ਵਿਚਾਰੇ ਜਿਹੜੇ ਕੋਈ ਫਸਿਆ ਹੋਇਆ ਤੁਸੀਂ ਉੱਤੋਂ ਪੈਸੇ ਲੈ ਰਹੇ ਹੋ। ਪਹਿਲੀ ਗੱਲ ਤਾਂ ਤੁਸੀਂ ਹਰ ਇੱਕ ਬੰਦੇ ਨੂੰ ਇਹ ਸਮਝਾਓ ਵੀ ਨਹੀਂ ਯਾਰ ਬਾਈਕ ਇੱਥੇ ਹੈ, ਮੇਰਾ ਘਰ ਹੈਗਾ ਜਾਂ ਕੁਛ ਹੈਗਾ। ਪੁਲਿਸ ਨੂੰ ਵੀ ਉੱਥੇ ਇਹ ਚੀਜ਼ ਦਾ ਸਾਥ ਦੇਣਾ ਚਾਹੀਦਾ ਸੀ, ਪ੍ਰਸ਼ਾਸਨ ਨੂੰ ਵੀ ਸਾਥ ਦੇਣਾ ਚਾਹੀਦਾ ਸੀ। ਪੁਲਿਸ ਵੀ ਉੱਥੇ ਖੜ੍ਹ ਕੇ ਇਹ ਤਮਾਸ਼ਾ ਦੇਖ ਰਹੇ ਸੀ ਕਿ ਚੜ੍ਹਾ ਰਹੇ ਨੇ ਉੱਪਰ। ਪੁਲਿਸ ਦੇ ਸਾਹਮਣੇ ਹੋ ਰਿਹਾ ਸੀ ਇਹ ਸਾਰਾ, ਲੁੱਟ ਜਿਹੜੀ ਹੈ ਪੁਲਿਸ ਦੇ ਸਾਹਮਣੇ ਮਚਾਈ ਜਾ ਰਹੀ ਸੀ। ਲੁੱਟ ਐਕਚੁਅਲੀ ਇਹਨੂੰ ਆਪਾਂ ਲੁੱਟ ਨਹੀਂ ਕਹਿ ਸਕਦੇ, ਕਿਉਂਕਿ ਮਿਊਚੁਅਲ ਕੰਸੈਂਟ ਸੀ ਦੋਨੋਂ ਪਾਸਿਓਂ। ਆਪਣੇ ਬੰਦੇ ਹੀ ਮੰਨ ਰਹੇ ਸੀ ਕਿ ਆਪਾਂ ਠੀਕ ਆ ਤੁਹਾਨੂੰ 3000 5000 ਰੁਪਏ ਦੇਵਾਂਗੇ, ਇੱਕ ਬਾਈਕ ਪਿਆਰੀ ਸੀ, ਅਗਲਾ ਕਹਿੰਦਾ ਵੀ ਲੈ ਕੇ ਜਾਓਗੇ, ਹੈ ਨਾ। ਬਟ ਲੁੱਟ ਉਹ ਮੈਂ ਕਹਿ ਸਕਦਾ ਲੁੱਟ ਜਿਹੜੇ ਰਸਤੇ 'ਚ ਜਾ ਕੇ ਉਹ ਮੁੱਕਰ ਜਾਂਦੇ ਸੀ ਕਿ ਨਹੀਂ ਆਪਾਂ 5000 ਰੁਪਏ ਹੋਰ ਲਵਾਂਗੇ। ਉਹ ਜਿਹੜਾ ਰਸਤੇ 'ਚ ਅੱਧ ਵਿਚਾਲੇ ਤਾਂ ਨਾ ਉੱਥੇ ਪੁਲਿਸ ਸੀ ਨਾ ਕੋਈ ਸੀ, ਹੈ ਨਾ। ਬਟ ਪੁਲਿਸ ਵਾਲਿਆਂ ਨੂੰ ਨੀਚੇ ਐਕਸ਼ਨ ਇਹ ਲੈਣਾ ਚਾਹੀਦਾ ਸੀ ਕਿ ਨਹੀਂ ਬਾਈਕ ਇੱਥੋਂ ਤਾਂ ਬੰਦਾ ਮਸਾਂ ਹੀ ਚੜ੍ਹ ਰਿਹਾ, ਤੁਸੀਂ ਬਾਈਕ ਨਹੀਂ ਇੱਥੋਂ ਲੈ ਕੇ ਜਾ ਸਕਦੇ, ਹੈ ਨਾ। ਅਤੇ ਮੁੱਕਦੀ ਗੱਲ ਜਦੋਂ ਆਪਾਂ ਫਿਰ ਇਹ ਵਾਲਾ ਇੰਸੀਡੈਂਟ ਵੀ ਰਸਤੇ 'ਚ ਦੇਖਿਆ, ਹੈ ਨਾ। ਚਲੋ ਆਪਾਂ ਉੱਥੇ ਹਰ ਇੱਕ ਨੂੰ ਆਪਣੀ ਆਪਣੀ ਪਈ ਹੋਈ ਸੀ, ਹੈ ਨਾ। ਅਤੇ ਜਦੋਂ ਉੱਥੇ ਅੱਧ ਵਿਚਾਲੇ ਫਸੇ ਸੀ ਆਪਣਾ ਉਹਨਾਂ ਨੂੰ ਛੱਡ ਕੇ ਆਪਾਂ ਅੱਗੇ ਆ ਗਏ, ਅਤੇ ਉਸ ਤੋਂ ਆਪਾਂ ਕਹਿਣਾ ਮਤਲਬ ਉੱਥੋਂ ਆਪਾਂ ਬਾਹਰ ਆ ਗਏ ਉਸ ਪਕੜਨ ਦੀ। ਹਾਂਜੀ। ਅਤੇ ਉਸ ਤੋਂ ਬਾਅਦ ਫਿਰ ਆਪਾਂ ਨੂੰ ਫਿਰ ਅੱਗੇ 2-3 ਕਿਲੋਮੀਟਰ ਕਹਿਣ ਦਾ ਮਤਲਬ ਪੈਦਲ ਜਾਣਾ ਪੈਣਾ ਸੀ ਜਾਂ ਟੈਕਸੀ 'ਚ ਜਾਣਾ ਪੈਣਾ ਸੀ। ਅੱਛਾ ਬਾਈ, ਉਹ 3 ਕਿਲੋਮੀਟਰ ਦਾ ਜਿਹੜਾ ਸਫ਼ਰ ਸੀ ਉਹ ਤੁਸੀਂ ਔਖੇ ਸੌਖੇ ਹੋ ਕੇ ਕੱਢਤਾ। ਤੁਸੀਂ ਕਿਹਾ ਟੈਕਸੀ ਜਾਂ ਫਿਰ ਪੈਦਲ। ਬਿਲਕੁਲ। ਰੋਡ ਕੁਛ ਠੀਕ ਸੀ, ਉਹ ਟੈਕਸੀਆਂ ਕਿੱਦਾਂ ਦੀਆਂ ਸੀ, ਉਹ ਗੱਡੀਆਂ ਕਿੱਦਾਂ ਦੀਆਂ ਸੀ? ਕਿਉਂਕਿ ਤੁਸੀਂ ਦੱਸਦੇ ਸੀ ਕਿ ਉਹਨਾਂ ਦੀ ਹਾਲਤ ਵੀ ਕੋਈ ਜ਼ਿਆਦਾ ਵਧੀਆ ਨਹੀਂ ਸੀ। ਹਾਂਜੀ, ਐਕਚੁਅਲੀ ਉਹੀ ਸੀ ਕਿ ਪੈਸਾ ਫੇਕ ਤਮਾਸ਼ਾ ਦੇਖਣ ਵਾਲੀ ਗੱਲ ਸੀ। ਉਹ ਜਦੋਂ ਆਪਾਂ ਜਿਹੜਾ ਫਿਰ ਉਹ ਰਸਤਾ ਸੀ ਜਰੀ ਵਾਲਾ, ਹੈ ਨਾ, ਜਿਹੜਾ ਉਹ ਪੈਦਲ ਪਗਡੰਡੀ ਸੀ, ਉਹ ਆਪਾਂ ਕ੍ਰਾਸ ਕਰਕੇ ਉਸ ਤੋਂ ਬਾਅਦ ਸਾਨੂੰ ਫਿਰ 10 ਕਿਲੋਮੀਟਰ ਰਹਿ ਗਿਆ ਸੀ, ਜਿਹੜਾ ਮੇਨ ਭੁੰਤਰ ਕਹਿ ਲਓ ਇੱਕ ਦਿਨ ਮਨਾਲੀ ਹਾਈਵੇ ਤੱਕ ਪੁੱਜਣਾ ਸੀ ਆਪਾਂ, ਹੈ ਨਾ। ਅਤੇ ਆਪਾਂ ਜਦੋਂ ਉੱਥੇ ਨੀਚੇ ਉਤਰੇ, ਜਿਹੜਾ ਮੇਰੇ ਨਾਲ ਦਾ ਮੁੰਡਾ ਸੀ ਥੋੜ੍ਹਾ ਜਿਹਾ ਅੱਗੇ ਚਲਾ ਗਿਆ ਅਤੇ ਮੈਂ ਪਿੱਛੇ ਜਾ ਰਿਹਾ ਸੀ। ਅਤੇ ਉਹ ਬਾਈ ਜਿਵੇਂ ਅੱਗੇ ਗਿਆ, ਹੈ ਨਾ, ਅਤੇ ਅੱਗੇ ਫਿਰ ਜਿਵੇਂ ਆਪਣੇ ਹੁੰਦੇ ਨਹੀਂ ਇੱਥੇ ਮਹਿੰਦਰਾ ਪਿਕਅਪ, ਉਹ ਜਿਹਨਾਂ 'ਚ ਆਪਣੇ ਡੰਗਰ ਵਗੈਰਾ ਪਸ਼ੂ ਵਗੈਰਾ, ਹੈ ਨਾ, ਆਪਣਾ ਲੱਦਦੇ, ਅਤੇ ਉਹਦੇ 'ਚ ਬੰਦੇ ਦੇਖੇ ਆਪਾਂ ਪਿੱਛੇ, ਹੈ ਨਾ। ਉਹ ਸਾਫ਼ ਦੇਖ ਕੇ ਲੱਗ ਰਿਹਾ ਸੀ ਕਿ ਇਹੀ ਡਿਜ਼ਾਸਟਰ ਦੇ ਜਿਹੜੇ ਆਪਣੇ ਵਿਕਟਮ ਹੈ ਵਿਚਾਰੇ, ਹੈ ਨਾ, ਉਹਦੇ ਪਿੱਛੇ ਖੜ੍ਹੇ ਹੋਏ। ਅਤੇ ਉਹ ਆਪਣੇ ਨੂੰ ਲੱਗਿਆ ਮੁੰਡੇ ਨੂੰ ਨਾਲ ਦੇ ਨੂੰ ਨਾ ਕਿ ਪਤਾ ਨਹੀਂ ਬਰੀਚ ਹੀ ਹੈ ਨਾ ਕੰਮ, ਇਹ ਸਾਨੂੰ ਲੱਗਾ, ਹੈ ਨਾ, ਵੀ ਪਤਾ ਨਹੀਂ ਪੰਜਾਬੀ ਆ ਗਏ। ਹਾਂ। ਅਤੇ ਉੱਥੇ ਜਾ ਕੇ ਫਿਰ ਅਤੇ ਉਹਨੇ ਪੁੱਛਿਆ ਉਹਨੂੰ, ਕਹਿੰਦਾ ਵੀ ਹਾਂਜੀ ਵੀ ਕਿੱਥੇ ਤੱਕ ਲੈ ਕੇ ਜਾਓਗੇ, ਕਿੰਨੇ ਪੈਸੇ, ਹੈ ਨਾ। ਨਹੀਂ ਉਹਨੇ ਸਧਾਰਨ ਪੁੱਛਿਆ ਪਹਿਲਾਂ ਵੀ ਹਾਂਜੀ ਕਿੱਥੇ ਤੱਕ ਵੀ ਕਿਵੇਂ, ਹੈ ਨਾ। ਉਹ ਕਹਿੰਦਾ ਆ ਜਾਓ ਬੈਠੋ, ਹੈ ਨਾ। ਉਹ ਕਹਿੰਦਾ ਵੀ 200 ਆਪਣਾ 300 ਰੁਪਇਆ, ਹੈ ਨਾ, ਪਰ ਪਰਸਨ। ਅਤੇ ਆਪਾਂ ਨੂੰ ਪਤਾ ਸੀ ਕਿ 10 ਕਿਲੋਮੀਟਰ ਹੈ, ਤਾਂ ਮੁੰਡਾ ਨਾਲ ਦਾ ਕਹਿੰਦਾ ਯਾਰ ਵੀ 300 ਰੁਪਇਆ ਪਰ ਪਰਸਨ ਬਈ, ਹੈ ਨਾ, ਵੀ 10 ਕਿਲੋਮੀਟਰ ਹੈਗਾ ਇੱਥੋਂ, ਹੈ ਨਾ, ਕਿ ਤੁਸੀਂ ਲੈ ਕੇ ਕਿੱਦਾਂ ਜਾ ਰਹੇ ਹੋ ਨਾਲੇ, ਹੈ ਨਾ। ਕਿੱਦਾਂ ਲੈ ਕੇ ਜਾ ਰਹੇ ਸੀ ਬਾਈ? ਜਿਵੇਂ ਆਮ ਖੜੇ ਸੀ, ਉਹ ਕੋਈ ਤਰਪਾਲ ਵਗੈਰਾ ਪਾਈ ਹੋਈ ਸੀ? ਕੋਈ ਨਹੀਂ ਵੀਰੇ, ਤਰਪਾਲ ਉੱਥੇ ਮੀਂਹ ਵਾਲਾ ਮਾਹੌਲ ਹੈ ਨਾ, ਪ੍ਰੋਪਰ ਮੀਂਹ ਲੱਗ ਹੀ ਰਿਹਾ ਸੀ। ਅਤੇ ਉਹਨੇ ਮੁੰਡੇ ਨੇ ਕਹਿ ਦਿੱਤਾ, ਕਹਿੰਦਾ ਯਾਰ ਵੀ ਹੱਦ ਕਰੀ ਜਾਣੀ, ਕਹਿੰਦੇ ਤੁਸੀਂ ਯਾਰ, ਹੈ ਨਾ, ਵੀ 300 ਰੁਪਇਆ ਪਰ ਬੰਦਾ, ਹੈ ਨਾ। ਉਹ ਕਹਿੰਦਾ ਠੀਕ ਹੈ, ਕਹਿੰਦਾ ਤੂੰ ਬਾਈ ਤੂੰ 200 ਰੁਪਏ ਦੇ ਦੋ, ਕਹਿੰਦਾ ਫਿਰ ਤੂੰ ਬੈਠ, ਕਹਿੰਦਾ ਵੀ ਬਹੁਤੀਆਂ ਗੱਲਾਂ ਨਾ ਮਾਰਿਆ ਨਾ ਤੂੰ। ਉਹ ਕਹਿੰਦਾ ਯਾਰ ਨਹੀਂ, ਕਹਿੰਦਾ ਵੀ ਇੱਕ ਤਾਂ ਤੁਸੀਂ ਲੈ ਕਿੱਦਾਂ ਜਾ ਰਹੇ ਹੋ, ਹੈ ਨਾ। ਉਹ ਥੋੜ੍ਹੀ ਜਿਹੀ ਆਪਣੇ ਵਾਲੇ ਨੂੰ ਨੁਕਤਾਚੀਨੀ ਕਰਨ ਦੀ ਆਦਤ ਹੁੰਦੀ ਹੈ ਨਾ। ਅਤੇ ਮੈਂ ਪਿੱਛੇ ਆ ਰਿਹਾ ਸੀ, ਉਹ ਫਿਰ ਜਿਹੜਾ ਉਹ ਬੰਦਾ ਸੀ ਉੱਥੇ ਪਹਾੜੀ ਸੀ, ਹੈ ਨਾ, ਉਹ ਉਹਦੇ ਨਾਲ ਲੜਨ ਨੂੰ ਫਿਰ, ਹੈ ਨਾ, ਬੰਦੇ ਨਾਲ, ਤੁਹਾਡੇ ਨਾਲ। ਹਾਂ, ਉਹ ਸਿੱਧਾ ਹੀ ਉਹਨੇ ਗੱਲ ਕਹਿਤੀ, ਕਹਿੰਦਾ ਬਾਈ ਮੇਰੇ ਕੋ ਲੱਗਦਾ ਹੈ, ਕਹਿੰਦਾ ਪੰਜਾਬ ਸੇ ਜਾਂ ਹਰਿਆਣੇ ਸੇ ਹੋ, ਕਹਿੰਦਾ, ਹੈ ਨਾ। ਅਤੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਬਈ ਤੂੰ ਇਹ ਗੱਲ ਕਿਹੜੇ ਬਿਹਾਫ 'ਤੇ ਕਹਿ ਰਿਹਾ, ਹੈ ਨਾ। ਨਹੀਂ, ਕਹਿੰਦਾ ਯਹੀ ਲੋਕ ਆ ਕੇ यहाँ पे गंद डालते हैं, ਕਹਿੰਦਾ ऐसे। मैं ਕਿਹਾ ਅਗਰ ਉਹਨੇ ਪੁੱਛ ਲਿਆ ਤੈਨੂੰ, ਹੈ ਨਾ, ਔਰ 10 ਕਿਲੋਮੀਟਰ ਦਾ ਜਿੱਦਾਂ 20 ਰੁਪਏ ਕਰਾਇਆ, ਹੈ ਨਾ, ਮੈਂ ਉਹਨੂੰ 300 ਰੁਪਏ ਮੰਗ ਰਿਹਾ, ਜੇ ਅਗਰ ਪੁੱਛ ਲਿਆ ਤਾਂ ਉਹ ਬੰਦਾ, ਮੈਂ ਕਿਹਾ ਵੀ ਉਹ ਗਲਤ ਕਰ ਰਿਹਾ, ਹੈ ਨਾ, ਤਾਂ ਉਹ ਖੱਪ ਆ ਰਿਹਾ, ਹੈ ਨਾ। ਇਹਦੇ 'ਚ ਮੈਂ ਕਿਹਾ ਗਲਤ ਕੀ ਪੁੱਛ ਲਿਆ? ਅਤੇ ਮੈਂ ਕਿਹਾ ਅਸੀਂ ਫਸੇ ਵਿਗੜੇ ਟਾਈਮ ਹੈ ਨਾ, ਔਰ ਓਬੀਅਸ ਜੀ ਗੱਲ ਹੈ, ਸਾਨੂੰ ਤਾਂ ਪਾਈ ਦੀ ਲੋੜ ਹੈ, ਪੁੱਛਣਾ ਕਿਉਂ ਨਹੀਂ ਬਾਈ ਤੇਤੋਂ? ਅਤੇ ਕਹਿਣ ਦਾ ਮਤਲਬ ਵੀ ਲੜਨਾ ਕਿਸੇ ਨਾਲ ਕੀ ਸੀ, ਹੈ ਨਾ। ਅਤੇ ਮੈਂ ਉਹਨੂੰ ਬਾਈ ਨੂੰ ਗੱਲ ਕਹੀ, ਮੈਂ ਕਿਹਾ ਬਟ ਬਾਈ, ਮੈਂ ਕਿਹਾ ਜੇ ਟੱਚਵੁੱਡ, ਮੈਂ ਕਿਹਾ ਫਿਰ ਮੈਂ ਇਹੀ ਗੱਲ ਕਹੂੰਗਾ, ਜੇ ਮੈਂ ਕਿਹਾ ਸਾਡੇ ਪੰਜਾਬੀ ਹੁੰਦੇ ਤਾਂ ਮੈਂ ਕਿਹਾ ਫ੍ਰੀ 'ਚ ਲੈ ਕੇ ਜਾਣਾ ਸੀ, ਔਰ ਜਿੱਦਾਂ ਤੁਸੀਂ ਇੱਦਾਂ ਹੀ ਨੰਗੇ ਪੁੰਗੇ ਕਰਕੇ ਲੈ ਕੇ ਜਾ ਰਹੇ, ਅਸੀਂ ਮੈਂ ਕਿਹਾ ਪ੍ਰੋਪਰ ਤਰਪਾਲ ਪਾ ਕੇ ਲੈ ਕੇ ਜਾਣਾ ਸੀ, ਔਰ ਜਿੰਨਾ ਹੋ ਸਕਦਾ ਵੱਧ ਤੋਂ ਵੱਧ, ਹੈ ਨਾ, ਆਪਾਂ ਲੋਕਾਂ ਨੂੰ ਸੁਖਾਲੇ ਰੱਖਣਾ ਸੀ, ਕਿਉਂਕਿ ਆਪਾਂ ਨੂੰ ਪਤਾ ਕਿ ਪਿੱਛੋਂ ਅਸੀਂ ਕਿੱਦਾਂ ਆਏ, ਉਹ ਜਿਹੜੇ ਵਿੱਚ ਤੁਹਾਡੇ ਨਾਲ ਖੜੇ ਹੋਏ ਬੰਦੇ ਇਹ ਕਿੱਦਾਂ ਆਏ ਪਿੱਛੋਂ, ਕਿਹੜਾ ਟਾਈਮ ਕੱਟ ਕੇ ਆ ਰਹੇ ਨੇ ਪਿੱਛੋਂ, ਹੈ ਨਾ। ਅਤੇ ਬਾਈ ਫਿਰ ਤੁਸੀਂ ਉੱਥੇ ਤੁਰ ਕੇ 10 ਕਿਲੋਮੀਟਰ ਆਏ ਤੁਸੀਂ, ਇਹ ਫਿਰ ਮੁਸ਼ਕਲਾਂ ਖਤਮ ਕਿੱਥੇ ਹੁੰਦੀਆਂ ਨੇ, ਕਿਵੇਂ ਖਤਮ ਹੁੰਦੀਆਂ ਨੇ ਇਹ ਜਿਹੜੀਆਂ ਸਾਰੀਆਂ ਮੁਸ਼ਕਲਾਂ ਨੇ? ਅਤੇ ਉਸ ਤੋਂ ਬਾਅਦ ਤੁਹਾਨੂੰ ਉਹੀ ਗੱਲ ਦੱਸਣੀ, ਇਹ ਤਾਂ ਜਿਵੇਂ ਆਪਾਂ ਇਹਦੇ ਨਾਲ ਬੰਦੇ ਨਾਲ, ਹੈ ਨਾ, ਬਹਿਸ ਸਾਡੀ ਖਤਮ ਹੋਈ, ਹੈ ਨਾ। ਫਿਰ ਆਪਾਂ ਕਿਹਾ ਨਹੀਂ ਠੀਕ ਹੈ ਬਈ, ਹੁਣ ਕੋਈ ਚੱਕਰ ਨਹੀਂ, ਇਹਨਾਂ ਪੈਦਲ ਚੱਲੇ ਵੀ, ਆਪਾਂ ਨਹੀਂ ਗਰਾਰੀ ਫਸ ਗਈ, ਹੈ ਨਾ, ਵੀ ਆਪਾਂ ਇਹਨੂੰ ਪੈਸੇ ਦੇਣੇ ਹੀ ਨਹੀਂ, ਆਪਾਂ ਪੈਦਲ ਹੀ ਜਾਣਾ ਅੱਗੇ ਵੀ। ਅਤੇ ਆਪਾਂ ਉੱਥੋਂ ਵੀ ਪੈਦਲ ਦਾ ਫਿਰ ਰਾਹ ਕਹਿ ਲਓ ਬੰਨ੍ਹ ਲਿਆ, ਹੈ ਨਾ। ਫਿਰ ਬਾਏ ਤੁਸੀਂ ਕਹਿ ਲਓ ਵੀ ਕੋਇੰਸੀਡੈਂਸ, ਮੇਰਾ ਛੋਟਾ ਭਰਾ ਅਤੇ ਮੇਰਾ ਇੱਕ ਚਾਚੇ ਦਾ ਮੁੰਡਾ, ਉਹ ਬਾਈਕ 'ਤੇ ਸਾਨੂੰ ਲੱਭਣ ਆ ਰਹੇ ਸੀ। ਅੱਛਾ। ਪਿੰਡੋਂ, ਯਾਨੀ ਕਿ ਅਨੰਦਪੁਰ ਸਾਹਿਬ, ਮੈਂ ਬੇਸਿਕਲੀ ਅਨੰਦਪੁਰ ਸਾਹਿਬ ਵੱਲ ਤੋਂ ਹਾਂ। ਉਹ ਅਨੰਦਪੁਰ ਸਾਹਿਬ ਤੋਂ ਬਾਈਕ 'ਤੇ, ਮੇਰਾ ਭਰਾ ਵੈਸੇ
ਯਾਨੀ ਕਿ ਡਿਫੈਂਸ 'ਚ ਜੌਬ ਕਰਦਾ ਉਹ ਬੀਕਾਨੇਰ। ਓਕੇ। ਇੰਨਾ ਕੁ ਮੈਨੂੰ ਯਾਨੀ ਕਿ ਬਾਅਦ 'ਚ ਪਤਾ ਲੱਗਿਆ, ਇੰਨਾ ਕੁ ਯਾਨੀ ਕਿ ਕਹਿ ਲਓ ਵੀ ਪੈਨਿਕ ਇੰਨਾ ਕੁ ਕ੍ਰੀਏਟ ਹੋ ਚੁੱਕਾ ਸੀ ਨਾ, ਮੇਰੇ ਘਰਦਿਆਂ ਨੇ ਸਪੈਸ਼ਲੀ ਉਹਨੂੰ ਬੀਕਾਨੇਰ ਤੋਂ ਬੁਲਾਇਆ ਸੀ ਆਪਣੀ ਜੌਬ ਤੋਂ। ਆਪਣੀ ਜੌਬ ਤੋਂ, ਉਹਦੀ ਤੋਂ ਉਹ ਸਪੈਸ਼ਲ ਛੁੱਟੀ ਲੈ ਕੇ ਆਇਆ ਸੀ 1 ਤਰੀਕ ਨੂੰ ਮੈਨੂੰ ਵੀ ਰੈਸਕਿਊ ਕਰਨ ਜਾਂ ਮੈਨੂੰ ਲੱਭਣ। ਉਹ ਤਾਂ ਲਾਈਕ ਆਸ ਹੀ ਛੱਡੀ ਬੈਠੇ ਸੀ ਹੈ ਨਾ। ਉਹ ਤਾਂ ਕਹਿੰਦਾ ਕਿ ਮੈਂ ਤਾਂ ਬਈ ਹਰ ਇੱਕ ਜਿਵੇਂ ਥਾਣੇ 'ਚ ਜਾਂ ਕਿਤੇ ਪਾਸੇ ਵੀ ਹੈ ਨਾ, ਹਰ ਇੱਕ ਪਾਸੇ ਵੀ ਜਿਹੜੀ ਕਿਤੇ ਵੀ ਡੈੱਡ ਬੋਡੀਜ਼ ਦੀ ਲਿਸਟ ਜਾਂ ਕੁਛ ਕਹਿੰਦਾ ਵੀ ਹੈ ਨਾ, ਵੀ ਮੈਂ ਤਾਂ ਉਹ ਤੱਕ ਦੇਖ ਰਿਹਾ ਸੀ ਹੈ ਨਾ, ਕਿ ਵੀ ਆਪਾਂ ਨੂੰ ਲੱਗ ਰਿਹਾ ਸੀ ਕਿ ਨਹੀਂ ਬਾਈ। ਅੱਛਾ, ਮਤਲਬ ਵੀ ਤੁਹਾਡੇ ਭਰਾ ਲਈ ਜਾਂ ਤੁਹਾਡੇ ਹੋਰ ਸਰਕਲ ਦੇ ਲਈ ਜਰਨੈਲ ਬਾਈ ਆ ਜਿਹੜਾ ਉਹ ਖਤਮ ਹੋ ਚੁੱਕਿਆ ਸੀ, ਉਹ ਡੈੱਡ ਹੋ ਚੁੱਕਾ ਸੀ। ਬਿਲਕੁਲ, ਬਿਕੋਜ਼ ਤੁਹਾਨੂੰ ਦੱਸਿਆ ਕਿ ਲਾਸਟ ਗੱਲ ਹੀ ਸੰਡੇ ਹੋਈ ਸੀ ਹੈ ਨਾ, ਤੇ ਉਸ ਤੋਂ ਬਾਅਦ ਕਨੈਕਟੀਵਿਟੀ ਕੋਈ ਨਹੀਂ, ਪੂਰੇ 6 ਦਿਨ ਹੋ ਚੁੱਕੇ ਸੀ। ਅੱਜ ਕੱਲ੍ਹ ਤੁਹਾਨੂੰ ਪਤਾ ਕਿ ਬੰਦੇ ਦਾ ਵੈਸੇ ਹੀ ਇੱਕ ਘੰਟੇ ਲਈ ਫੋਨ ਬੰਦ ਹੋ ਜਾਵੇ, ਉਹ ਬੰਦਾ ਮੂਹਰੇ ਵਾਲਾ ਵੈਸੇ ਹੀ ਟੈਨਸ਼ਨ 'ਚ ਆ ਜਾਂਦਾ। ਇਹ ਤਾਂ ਫਿਰ ਵੀ 6 ਦਿਨ ਹੋ ਗਏ ਸੀ। ਬਿਲਕੁਲ ਬਿਲਕੁਲ। ਤੇ ਫਿਰ ਉੱਥੋਂ ਜਦੋਂ ਬ੍ਰਦਰ ਦੇਖਿਆ ਤੁਸੀਂ ਨੇ, ਕਿਹੜੀ ਜਗ੍ਹਾ ਦੇਖਿਆ ਬ੍ਰਦਰ ਐਗਜ਼ੈਕਟਲੀ ਉੱਥੇ ਜਦੋਂ ਬੰਦੇ ਨਾਲ ਆਪਣਾ ਜਿਹੜੀ ਉਹ ਜਰੀ ਆਪਾਂ ਕ੍ਰਾਸ ਕੀਤਾ, ਫਿਰ ਆਪਾਂ ਪੈਦਲ ਚੱਲੇ, ਅੱਧਾ ਪੌਣਾ ਕਿਲੋਮੀਟਰ ਅੱਗੇ ਜਾ ਕੇ ਬ੍ਰਦਰ ਆਪਾਂ ਨੂੰ ਮਿਲ ਗਿਆ ਸੀ। ਤੇ ਫਿਰ ਉਹ ਤਾਂ ਸੀਗੇ 2 ਬਾਈਕ ਤੇ, ਫਿਰ ਆਪਾਂ ਬਾਈਕ ਤੇ ਕੀ ਜਾਣਾ ਸੀ, ਫਿਰ ਆਪਾਂ ਟੌਰ ਨਾਲ ਇੱਕ ਵਧੀਆ ਜੀ ਟੈਕਸੀ ਕੀਤੀ ਹੈ ਨਾ। ਪੈਸੇ ਲਾਏ ਬ੍ਰਦਰ ਤੋਂ। ਰੋਬੇ ਸੀ ਗੱਲ ਹੈ, ਜਦੋਂ ਪੈਸੇ ਆ ਗਏ ਕੋਲ ਹੈ ਨਾ, ਫਿਰ ਆਪਾਂ ਆਪਣੀ ਮੁੜ ਕੇ ਸ਼ੇਖੀ ਵਾਲੀ 'ਚ ਫਿਰ ਵਾਪਸ ਆਏ ਹੈ ਨਾ। ਫਿਰ ਆਪਾਂ ਉੱਥੋਂ ਯਾਨੀ ਕਿ ਉਹੀ 10 ਕਿਲੋਮੀਟਰ ਹੈ ਨਾ, ਅੱਗੇ 10 ਕਿਲੋਮੀਟਰ ਪਲੱਸ 4 ਕਿਲੋਮੀਟਰ ਜਿੱਥੇ ਬ੍ਰਦਰ ਆਪਣਾ ਇੱਕ ਰਾਤ ਪਹਿਲਾਂ ਤਾਂ ਆ ਚੁੱਕਾ ਸੀ ਉੱਥੋਂ ਹੈ ਨਾ, ਤੇ 4 ਕਿਲੋਮੀਟਰ ਅਸੀਂ ਬ੍ਰਦਰ ਨੂੰ ਯਾਨੀ ਕਿ ਉਸ ਦਿਨ ਆਪਾਂ ਅਰਾਊਂਡ 11:30-12 ਵਜੇ ਮਿਲ ਗਏ ਸੀ। ਉਹ ਇੱਕ ਰਾਤ ਪਹਿਲਾਂ ਆ ਚੁੱਕਾ ਸੀ। ਤੇ ਉਹ ਫਿਰ ਆਪਾਂ ਉੱਥੋਂ ਟੈਕਸੀ ਫੇਰ ਕੀਤੀ। ਫਿਰ ਯਾਨੀ ਕਿ ਉਹ ਜਿਹੜੀ ਆਪਾਂ 14 ਕਿਲੋਮੀਟਰ ਜਾਂ 15 ਕਿਲੋਮੀਟਰ ਟੈਕਸੀ ਸੀ, ਉਹ ਬੰਦੇ ਨੇ ਸਾਤੋਂ 1500 ਰੁਪਏ ਲਿਆ। 15 ਕਿਲੋਮੀਟਰ 15 ਕਿਲੋਮੀਟਰ। ਫਿਰ ਤਾਂ ਮੈਂ ਕਹਿੰਦਾ ਬਾਈ ਚਾਹੇ 3000 ਮੰਗ ਲੈਂਦਾ, ਹੁਣ ਤਾਂ ਪੈਸੇ ਆ ਗਏ ਸੀ, ਹੁਣ ਤਾਂ ਗੱਲੇ ਕੋਈ ਨਹੀਂ ਸੀ। ਪੈਸੇ ਆ ਗਏ ਸੀ, ਤੁਹਾਨੂੰ ਪਤਾ ਹੀ ਹੈ ਹੁਣ ਤਾਂ ਫਿਰ ਕੀ ਦਿੱਕਤ ਸੀ ਨਾ, ਜਦੋਂ ਭਰਾ ਆ ਗਿਆ ਫਿਰ ਤਾਂ ਗੱਲੇ ਕੋਈ ਨਹੀਂ ਸੀ। ਫਿਰ ਤਾਂ ਗੱਲੇ ਕੋਈ ਨਹੀਂ। ਤੇ ਬਾਈ ਜਦੋਂ ਤੁਸੀਂ ਉਹ ਟੈਕਸੀ ਕਰਕੇ 15 ਕਿਲੋਮੀਟਰ ਜਾਂਦੇ ਹੋ, ਤੁਹਾਨੂੰ ਅੱਗੇ ਥੋੜਾ ਮੈਨੂੰ ਲੱਗਦਾ ਬੱਸ ਦੇ ਵਿੱਚ ਜਾਣਾ ਪੈਂਦਾ, ਤੁਸੀਂ ਦੱਸ ਰਹੇ ਸੀ। ਉਹ ਬੱਸ ਦਾ ਮਾਹੌਲ ਕੀ ਸੀ? ਉਹ ਬੜਾ ਹਾਸੋਹੀਣਾ ਵੀ ਆ, ਹਾਸਾ ਵੀ ਆਉਂਦਾ ਹੈ ਨਾ। ਹਾਸੋਹੀਣਾ ਵੀ, ਤੇ ਵਿੱਚ ਜਾਣੀ ਕਿ ਇੱਕ ਹੋਰ ਥੋੜੀ ਜਿਹੀ ਗੱਲ ਹੈ, ਜਿਵੇਂ ਆਪਾਂ ਉੱਥੋਂ ਟੈਕਸੀ ਕਰਕੇ ਪੁੱਜ ਗਏ ਤੇ ਭਰਾ ਜਿੱਥੇ ਰੁਕਿਆ ਹੋਇਆ ਸੀ ਨਾ, ਉੱਥੇ ਆਪਾਂ ਕਰਦੇ ਕਰਾਂਦੇ ਉੱਥੇ ਪੁੱਜ ਗਏ, ਜਾਣੀ ਕਿ ਉਹੀ 1-1.5 ਘੰਟੇ 'ਚ, ਕਿਉਂਕਿ ਰਸਤੇ ਵਿੱਚ ਰੁਕਿਆ ਸੀ, ਥੋੜਾ ਰੁਕ ਕੇ ਜਾਣਾ ਪੈ ਰਿਹਾ ਸੀ ਉੱਥੇ ਹੈ ਨਾ। ਤੇ ਜਦੋਂ ਉੱਥੇ ਪੁੱਜੇ ਫਿਰ ਅਸੀਂ ਸੋਚਿਆ ਵੀ 1-1.5 ਵੱਜ ਗਿਆ, ਤੇ ਵੈਸੇ ਵੀ ਦੁਬਾਰਾ ਫਿਰ ਬਾਰਿਸ਼ ਵਾਲਾ ਮੌਸਮ ਹੋ ਰਿਹਾ ਸੀ ਹੈ ਨਾ, ਤੇ ਅਸੀਂ ਜਿੱਥੇ ਭਰਾ ਰੁਕਿਆ ਹੋਇਆ ਸੀ ਉੱਥੇ ਹੀ ਆਪਾਂ ਇੱਕ ਰੂਮ ਹੋਰ ਲੈ ਲਿਆ। ਤੇ ਸੇਮ ਉਹੀ ਚੀਜ਼ ਫਿਰ ਜਿੱਥੇ ਦੁਬਾਰਾ ਰੂਮ ਆਪਾਂ ਲਿਆ, ਉਹ ਬੰਦੇ ਨੇ ਵੀ ਦੇਖ ਲਓ ਜੋ ਆਮ ਰੇਟ ਚੱਲ ਰਹੇ ਸੀ, ਉਹਨੇ ਇਹ ਨਹੀਂ ਦੇਖਿਆ ਬੰਦੇ ਫਸੇ ਹੋਏ ਆ। ਬੰਦੇ ਨੇ ਲੈ ਦੇ ਕੇ, ਜਿਵੇਂ ਉਹਨੇ 1500 ਰੁਪਏ ਕਿਹਾ ਨਾ, ਮੈਂ ਉਹਨੂੰ ਲਾਹਣਤਾਂ ਪਾਈਆਂ। ਮੈਂ ਕਿਹਾ ਯਾਰ ਵੀ ਹੈ ਨਾ, ਹੁਣ ਮੈਂ ਤਾਂ ਅੱਕ ਚੁੱਕਾ ਸੀ, ਮੈਂ ਤਾਂ ਪੂਰਾ ਲਾਹਣਤਾਂ ਪਾਰ ਨੂੰ ਤਿਆਰ ਸੀਗਾ, ਹਰ ਇੱਕ ਪਾਸੇ ਕੋਈ ਬੰਦਾ ਮਿਲੇ ਸਹੀ ਹੈ ਨਾ। ਤੇ ਮੈਂ ਤਾਂ ਉਹਨੂੰ ਲਾਹਣਤਾਂ ਪਾਈਆਂ। ਮੈਂ ਕਿਹਾ ਨਹੀਂ ਯਾਰ ਵੀ ਤੁਸੀਂ ਨਹੀਂ, ਮੈਂ ਕਿਹਾ ਤੁਸੀਂ ਭੁੱਲ ਚੁੱਕੇ ਹੋ, ਮੈਂ ਕਿਹਾ ਰੱਬ ਨੂੰ ਯਾਰ। ਉਹ ਬੰਦੇ ਨੇ ਕਰਾ ਕੇ ਫਿਰ ਵੀ ਇੰਨੀਆਂ ਗੱਲਾਂ ਕਰਨ ਤੋਂ ਬਾਅਦ ਮੈਨੂੰ 100 ਰੁਪਏ ਘਟਾਇਆ, ਕਹਿੰਦਾ ਵੀ ਚੱਲ ਤੁਸੀਂ 1400 ਰੁਪਏ ਦੇ ਦਿਓ। ਕਹਿਣ ਦਾ ਮਤਲਬ ਆਪਾਂ ਰੁਕ ਗਏ, ਅਤੇ ਰੁਕਣ ਤੋਂ ਬਾਅਦ ਮੇਰੇ ਭਰਾ ਨੇ ਮੈਨੂੰ ਜਾਣੀ ਕਿ ਇੰਨੀ ਗੱਲ ਕਹੀ, ਕਹਿੰਦਾ ਵੀ ਸਾਰੇ ਤਾਂ ਲਗਭਗ ਵੀ ਬੋਲ ਕੋਈ ਨਹੀਂ ਰਿਹਾ, ਬਟ ਸਾਰਿਆਂ ਦੇ ਦਿਮਾਗ 'ਚ ਇਹੀ ਹੈ ਵੀ ਤੂੰ ਖਤਮ ਹੋ ਚੁੱਕਾ ਸੀ ਹੈ ਨਾ, ਵੀ ਤੂੰ ਮਰ ਚੁੱਕਾ ਹੈ ਨਾ, ਤੂੰ ਬਹਿ ਬੂ ਹੀ ਗਿਆ ਹੈ ਨਾ। ਉਹ ਕਹਿੰਦਾ ਮੈਂ ਤਾਂ ਰਾਤ ਵੀ ਆਪਣੇ ਕਜ਼ਨ ਨਾਲ ਹੈ ਨਾ ਬੈਠਾ ਜਿਹੜਾ ਆਪਣੇ ਨਾਲ ਚਾਚੇ ਦਾ ਮੁੰਡਾ ਇੱਕ ਹੋਰ ਆਇਆ ਹੋਇਆ ਸੀ, ਕਹਿੰਦਾ ਆਪਾਂ ਤਾਂ ਇਹ ਸਲਾਹ ਬਣਾ ਰਹੀ ਸੀ, ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਮੈਂ ਇਕੱਲਾ ਰਹਿ ਗਿਆ ਹੁਣ, ਕਹਿੰਦਾ ਮੈਂ ਤਾਂ ਆਪਣੀ ਜ਼ਿੰਮੇਵਾਰੀਆਂ ਸੈੱਟ ਕਰ ਰਿਹਾ ਸੀ, ਮੈਂ ਇਕੱਲਾ ਰਹਿ ਗਿਆ ਹੈ ਨਾ। ਇੱਥੇ ਤੱਕ ਯਾਨੀ ਕਿ ਨੌਬਤ ਆ ਚੁੱਕੀ ਸੀ। ਮੁੱਕਦੀ ਗੱਲ ਚਲੋ ਜਦੋਂ ਆਪਾਂ ਨੈਕਸਟ ਡੇ ਫਿਰ ਆਪਾਂ ਉੱਠੇ ਹੈ ਨਾ, ਅਸੀਂ ਉੱਥੋਂ ਫਿਰ ਉਹਨਾਂ ਨੇ ਬਾਈਕ 'ਤੇ ਆਪਣਾ ਰਾਬਤਾ ਕੀਤਾ ਅੱਗੇ, ਅਤੇ ਅਸੀਂ ਫਿਰ ਉੱਥੋਂ ਫਿਰ ਕੁੱਲੂ ਤੋਂ ਯਾਨੀ ਕਿ ਅੱਗੇ ਮੰਡੀ ਤੱਕ ਕੋਈ ਬੱਸ ਵਗੈਰਾ ਹਜੇ ਜਾ ਨਹੀਂ ਰਹੀ ਸੀ, ਕਿਉਂਕਿ ਜਿਹੜਾ ਮੇਨ ਹਾਈਵੇ ਸੀ ਉਹ ਕਾਫੀ ਹੱਦ ਤੱਕ ਸਾਰਾ ਡੈਮੇਜ ਹੋ ਚੁੱਕਾ ਸੀ। ਫਿਰ ਇੱਕ ਹੋਰ IIT ਮੰਡੀ ਕਰਕੇ ਰਸਤਾ ਜਾਂਦਾ, ਕੰਟੋਲਾ ਕਰਕੇ ਜਾਂ ਕਹਿ ਲਓ ਬਜੌਰਾ ਕੰਟੋਲਾ ਰੋਡ ਕਹਿੰਦੇ ਉਹਨੂੰ ਹੈ ਨਾ, ਅਤੇ ਆਪਾਂ ਉਹ ਰੋਡ ਥਰੂ ਆਪਾਂ ਨੂੰ ਆਉਣਾ ਪੈਣਾ ਸੀ ਹੈ ਨਾ, ਅਤੇ ਆਪਾਂ ਉੱਥੇ ਲਈ ਟੈਕਸੀ ਕੀਤੀ ਫਿਰ ਹੈ ਨਾ। ਗੱਲ ਫਿਰ ਉੱਥੇ ਹੀ ਟੈਕਸੀ ਫੇਰ ਕੀਤੀ, ਉਹ ਟੈਕਸੀ ਅਰਾਊਂਡ 50 ਕਿਲੋਮੀਟਰ ਆਉਣਾ, 50 ਕਿਲੋਮੀਟਰ ਜਾਣਾ। ਉਹ ਬੰਦੇ ਨੇ ਸਾਤੋਂ 4000 ਰੁਪਏ ਲਿਆ ਜੀ ਉੱਥੇ ਦਾ ਫਿਰ ਹੈ ਨਾ, ਯਾਨੀ ਕਿ ਹਾਂ ਗੱਲ ਯਾਨੀ ਕਿ ਇੱਥੇ ਖਤਮ ਨਹੀਂ ਹੋ ਰਹੀ ਸੀ। ਜਿਹੜੀ ਉਹ ਬਿਜ਼ਨਸਮੈਨ ਮੈਂਟੈਲਿਟੀ ਸੀ ਉਹ ਚੱਲਦੀ ਜਾ ਰਹੀ ਸੀ ਉਹਨਾਂ ਦੀ। ਉਹ ਸਾਰੇ ਹਿਮਾਚਲ 'ਚ ਮਤਲਬ ਉਹ ਬਿਜ਼ਨਸਮੈਨ ਮੈਂਟੈਲਿਟੀ ਨੇ ਤੁਹਾਡਾ ਸਾਰੇ ਹਿਮਾਚਲ ਦੇ ਵਿੱਚ ਖਹਿੜਾ ਨਹੀਂ ਛੱਡਿਆ। ਬਟ ਮੈਂ ਤੁਹਾਨੂੰ ਇੱਕ ਗੱਲ ਪਹਿਲਾਂ ਵੀ ਕਹੀ ਹੈ ਨਾ, ਕਿ ਇੱਕ ਹੈਲਪ ਹੁੰਦੀ ਠੀਕ ਹੈ ਫਾਈਨੈਂਸ਼ੀਅਲੀ, ਇੱਕ ਹੁੰਦੀ ਇਮੋਸ਼ਨਲੀ। ਚਲੋ ਠੀਕ ਹੈ, ਉਹ ਬੰਦੇ ਨੇ ਚਲੋ ਆਪਾਂ ਨੂੰ ਪੈਸੇ ਤਾਂ ਆਪਾਂ ਤੋਂ ਉਹਨਾਂ ਨੇ 4000 ਰੁਪਏ ਲਿਆ, ਬਟ ਉਹ ਬੰਦੇ ਨੇ ਸਾਨੂੰ ਇਮੋਸ਼ਨਲੀ ਬਹੁਤ ਸਾਥ ਦਿੱਤਾ। ਉਹਨੇ ਸਾਨੂੰ ਬਹੁਤ ਗੱਲਾਂ ਲਾਈਕ ਕਿਹਾ, ਕਹਿੰਦਾ ਬਾਈ ਜੀ ਕੋਈ ਚੱਕਰ ਨਹੀਂ ਹੈ ਨਾ, ਐਸੀ ਕੋਈ ਬਾਤ ਨਹੀਂ ਹੈ ਨਾ, ਯਾਨੀ ਕਿ ਜਿੰਨਾ ਹੋ ਸਕਦਾ ਸਾਡਾ ਸਾਥ ਦਿੱਤਾ। ਸਾਨੂੰ ਪਾਣੀ ਪੂਣੀ ਪ੍ਰੋਪਰ ਹੈ ਨਾ, ਰਸਤੇ 'ਚ ਉਹ ਆਪਣੀ ਚਾਹ ਵੀ ਘਰੋਂ ਲੈ ਕੇ ਆਇਆ ਹੋਇਆ ਸੀ, ਇੱਕ ਕੇਤਲੀ ਸਾਨੂੰ ਚਾਹ ਵੀ ਪਿਲਾਈ ਹੈ ਨਾ। ਸਾਨੂੰ ਤਾਂ ਚਾਹ ਵੀ ਐ ਲੱਗ ਰਹੀ ਸੀ ਉਸ ਟਾਈਮ ਵੀ ਪਤਾ ਨਹੀਂ ਬੰਦਾ ਹੈ ਨਾ ਵੀ ਸਾਤੇ ਕਿੰਨਾ ਬੜਾ ਆਸਾਨ ਕਰ ਰਿਹਾ। ਅਤੇ ਚਾਹ ਦਾ ਕੱਪ ਕੀ ਰੇਟ ਸੀ ਬਾਈ? ਚਾਹ ਦਾ ਕੱਪ ਵੀਰੇ ਉੱਥੇ ਵੈਸੇ ਆਮ ਹੀ ਜਿਹੜਾ ਚਾਹ ਦਾ ਕੱਪ ਆ ਉਹ 40-50 ਰੁਪਏ ਹੁੰਦਾ ਹੈ ਨਾ, ਅਤੇ ਇਹਨਾਂ ਦਿਨਾਂ 'ਚ ਵੈਸੇ ਵੀ ਉਹਨਾਂ ਨੇ ਤੁਹਾਨੂੰ ਦੱਸਿਆ ਕਿ ਉਹ ਹੈ ਹੀ ਵੀ ਜਿਹੜੇ ਲੋਕ ਸੀਗੇ, ਮੈਨੂੰ ਇਹੀ ਕਹੂੰਗਾ ਕਿ ਓਪਰਚੁਨਿਸਟਿਕ ਜਿਹਨੂੰ ਆਪਾਂ ਕਹਿੰਦੇ ਨਾ, ਮੌਕਾ ਪ੍ਰਸਤ ਹੈ ਨਾ, ਅਤੇ ਉਹੀ ਸੀਗੇ। ਉਹ ਹਰ ਪਾਸੇ ਉਹ ਰੇਟ ਵਧਾਏ ਹੀ ਹੋਏ ਸੀ ਹਰ ਪਾਸੇ ਹੈ ਨਾ ਉਹਨਾਂ ਨੇ। ਅਤੇ ਉਹ ਬੰਦੇ ਨੇ ਫਿਰ ਸਾਨੂੰ ਯਾਨੀ ਕਿ ਲਾਈਕ ਫਿਰ ਮੰਡੀ ਛੱਡਤਾ ਉਹਨੇ। ਅਤੇ ਗੱਲ ਯਾਨੀ ਕਿ ਉੱਥੋਂ ਅੱਗੇ ਫਿਰ ਆਪਾਂ ਕਿੱਦਾਂ ਕਨੈਕਟ ਕੀਤੇ ਆਪਣੇ ਪੰਜਾਬ ਨਾਲ ਹੈ ਨਾ। ਜਦੋਂ ਆਪਾਂ ਅੱਗੇ ਗਏ ਫਿਰ ਇੰਨਾ ਖਰਚਾ ਤਾਂ ਪਹਿਲਾਂ ਹੀ ਹੋ ਚੁੱਕਾ ਸੀ ਨਾ, ਕਰਨ ਨੂੰ ਤਾਂ ਆਪਾਂ ਅੱਗੇ ਵੀ ਟੈਕਸੀ ਕਰ ਸਕਦੇ ਸੀ, ਬਟ ਅੱਗੇ ਸਾਰਾ ਕੁਝ ਨੋਰਮਲ ਆ ਗਿਆ ਸੀ, ਬੱਸਾਂ ਜਾ ਰਹੀਆਂ ਸੀ। ਅਤੇ ਆਪਾਂ ਅੱਗੇ ਇੱਕ ਹਿਮਾਚਲ ਦੀ ਬੱਸ ਸੀ ਇੰਦੀ HRTC ਦੀ,
ਤੇ ਆਪਾਂ ਹਿਮਾਚਲ ਦੀ ਬੱਸ 'ਚ ਬੈਠੇ ਦੋਨੋਂ ਜਣੇ ਤੇ ਆਪਾਂ ਆਪਣੀ ਅੱਗੇ ਵੀ ਕੀਰਤਪੁਰ ਸਾਹਿਬ ਤੋਂ ਹੋ ਕੇ ਆਣੀ ਸੀ ਬੱਸ। ਉਹ ਆਪਣੀ ਜਿਹੜੀ ਕਹ ਲਓ ਵੀ ਜਰਨੀ ਸਟਾਰਟ ਹੋ ਗਈ। ਜਦੋਂ ਬੱਸ 'ਚ ਬੈਠੇ ਆਪਾਂ ਤੇ ਬੱਸ 'ਚ ਜਾਂਦੇ ਫਿਰ ਬੰਦੇ ਨੇ ਉਹਨੇ ਡਰਾਈਵਰ ਔਰ ਜਿਹੜੇ ਕੰਡਕਟਰ ਆਬਵੀਅਸਲੀ ਹਿਮਾਚਲ ਦੀ ਬੱਸ ਸੀ, ਦੋਨੋਂ ਹੀ ਹਿਮਾਚਲੀ ਸੀ। ਤੇ ਸਾਰੇ ਰਸਤੇ 'ਚ ਫਿਰ ਪੰਜਾਬੀ ਗਾਣੇ ਫਿਰ ਆਪਣੇ ਵੱਜਦੇ ਜਾਣ ਵਿੱਚ ਹੀ ਹੈ ਨਾ, ਵੀ ਕਹ ਲਓ ਤੁਸੀਂ ਮੂਸੇ ਵਾਲਾ, ਅਰਜਨ ਹੈ ਨਾ, ਜਾਂ ਫਿਰ ਖਾਨ ਭੈਣੀ, ਠੀਕ ਹੈ, ਅਲੱਗ-ਅਲੱਗ ਜੋਰਡਨ ਸੰਧੂ, ਮੈਂ ਵੀ ਗਾਣੇ ਵੀ ਮੈਨੂੰ ਸਾਰੇ ਯਾਦ ਹੈ ਨਾ, ਕਿਹੜੇ ਲਾਏ ਉਹਨਾਂ ਨੇ। ਤੇ ਉਹ ਨਾਲ ਦਾ ਫਿਰ ਮੈਨੂੰ ਨਾਲ ਦੇ ਨੇ ਕੋਣੀ ਮਾਰੀ ਹੈ ਨਾ, ਕਹਿੰਦਾ ਬਾਈ, ਕਹਿੰਦਾ ਵੀ ਆਪਾਂ ਕਿੰਨਾ, ਕਹਿੰਦਾ ਵੀ ਉੱਥੇ ਵੀ ਇੱਕ ਤਰੀਕੇ ਨਾਲ ਵੀ ਹੈ ਨਾ ਵੀ ਦੇਖ ਕੇ ਆਏ ਵੀ ਆਪਣੇ ਨਾਲ ਕਿੰਨਾ ਵੀ ਥੋੜ੍ਹਾ ਜਿਹਾ ਵਿਤਕਰਾ ਹੋ ਰਿਹਾ ਸੀ ਹੈ ਨਾ, ਵੀ ਕਹਿੰਦਾ ਇਹ ਸਮਝ ਨਹੀਂ ਆ ਰਹੀ, ਕਹਿੰਦਾ ਵੀ ਇਹਨਾਂ ਨੂੰ ਵੀ ਗਾਣੇ ਸਾਡੇ ਪਸੰਦ ਹੈ ਨਾ, ਪੰਜਾਬੀ ਪਸੰਦ ਨਹੀਂ, ਗਾਣੇ ਪਸੰਦ ਨੇ, ਪੰਜਾਬੀ ਲੋਕ ਪਸੰਦ ਨਹੀਂ ਹੈ, ਪੰਜਾਬੀ ਸਾਡੇ ਕਲਚਰ, ਸਾਡੀਆਂ ਫਿਲਮਾਂ ਹੈ ਨਾ, ਵੀ ਉਹ ਚੀਜ਼ ਦੇਖੋ ਨਾ। ਔਰ ਮੈਂ ਕਹਿੰਦਾ ਕਿ ਇੱਕ ਵੀ ਗਾਣਾ ਹਿੰਦੀ ਨਹੀਂ ਲੱਗਿਆ ਜੀ, ਇੱਕ ਵੀ ਗਾਣਾ ਹਿੰਦੀ ਨਹੀਂ ਲੱਗਿਆ, ਪੂਰੇ ਰਸਤੇ 'ਚ ਪੰਜਾਬੀ ਗਾਣੇ ਵੱਜਦੇ ਗਏ। ਅੱਛਾ ਬਾਈ, ਤੇ ਹਾਂਜੀ ਮੈਂ ਫਿਰ ਉਹਨੂੰ ਇਹ ਗੱਲ ਕਹੀ, ਮੈਂ ਕਿਹਾ ਚੱਲ ਠੀਕ ਹੈ, ਇਹ ਗੱਲ ਤੇ ਮੈਂ ਕਿਹਾ ਮਾਣ ਹੀ ਕਰਨਾ ਚਾਹੀਦਾ ਹੈ ਨਾ ਆਪਾਂ ਨੂੰ ਕਿ ਸਾਡਾ ਕਲਚਰ, ਸਾਡਾ ਜਿਹੜਾ ਜੋ ਵੀ ਹੈ ਨਾ, ਵੀ ਅਸੀਂ ਇਸ ਲੈਵਲ ਤੱਕ ਪੁੱਜੇ ਹੋਏ ਹਾਂ ਕਿ ਸਾਰੇ ਵੀ, ਚਾਹੇ ਇਹਨਾਂ ਨੂੰ ਹੋ ਸਕਦਾ ਮੈਂ ਕਿਹਾ ਸਮਝ ਵੀ ਅੱਧੇ ਆਉਂਦੇ ਹੁਣ, ਬਟ ਸੁਣ ਰਹੇ, ਸਾਡੇ ਵੱਜ ਰਹੇ ਨੇ ਗਾਣੇ। ਅੱਛਾ ਬਾਈ, ਹੁਣ ਮੈਂ ਇਸ ਇੰਟਰਵਿਊ ਦੀ ਸਮਾਪਤੀ ਦੇ ਵੱਲ ਜਾਣਾ। ਜਦੋਂ ਇਹ ਸਾਰੀਆਂ ਮੁਸ਼ਕਲਾਂ ਤੁਹਾਡੇ ਉੱਪਰ ਆਈਆਂ, ਤੁਸੀਂ ਖੁਦ ਕਹਿ ਰਹੇ ਹੋ ਕਿ ਜੇ ਪੰਜਾਬ ਹੁੰਦਾ ਜਾਂ ਪੰਜਾਬ ਦੇ ਉੱਪਰ ਇਹ ਮੁਸੀਬਤ ਨਾ ਆਈ ਹੁੰਦੀ ਤਾਂ ਹੋ ਸਕਦਾ ਹੈ ਵੀ ਪੰਜਾਬੀ ਜਿਹੜੇ ਨੇ ਟਰੈਕਟਰਾਂ ਦੇ ਮੂੰਹ ਹਿਮਾਚਲ ਵੱਲ ਨੂੰ ਘੁਮਾ ਦਿੰਦੇ, ਪੰਜਾਬੀ ਇੱਥੇ ਆ ਕੇ ਲੰਗਰ ਲਾ ਦਿੰਦੇ। ਯਾਰ ਪੰਜਾਬੀਆਂ ਨੇ ਪੰਜਾਬ ਦੇ ਵਿੱਚ ਲਾਏ ਵੀ ਹੋਏ ਨੇ, ਚੱਲ ਰਿਹਾ। ਫਿਰ ਉੱਥੇ ਇਸ ਮੁਸ਼ਕਲ ਦੇ 2-3 ਦਿਨਾਂ ਦੇ ਸਫ਼ਰ ਦੇ ਵਿੱਚ ਜਾਂ 1 ਹਫ਼ਤੇ ਦੇ ਸਫ਼ਰ ਦੇ ਵਿੱਚ ਪੰਜਾਬ ਦੀ ਅਹਿਮੀਅਤ ਪਤਾ ਲੱਗੀ ਕਿ ਪੰਜਾਬ ਕੀ ਆ? ਬਿਲਕੁਲ ਵੀਰੇ, ਪੰਜਾਬ ਦੀ ਅਹਿਮੀਅਤ ਤਾਂ ਕਿਸੇ ਨੂੰ ਦੱਸਣ ਦੀ ਵੈਸੇ ਲੋੜ ਹੈ ਨਹੀਂ ਹੈ ਨਾ। ਮੈਂ ਤਾਂ ਇਹ ਸੋਚ ਰਿਹਾ ਸੀ ਉੱਥੇ ਕਿ ਰੱਬ ਕਰਦਾ ਕਿ ਮੇਰੇ ਕੋਲ ਕੈਸ਼ ਹੁੰਦਾ ਕੁਛ ਹੈ ਨਾ, 25-30 ਹਜ਼ਾਰ ਰੁਪਏ, ਮੈਂ ਕਹਿੰਦਾ ਵੀ ਕੁਛ ਬਾਈ ਚਾਂਸ ਮੈਂ ਲੈ ਹੀ ਗਿਆ ਹੁੰਦਾ ਕੈਸ਼ ਹੈ ਨਾ, ਅਤੇ ਮੈਂ ਉੱਥੇ ਪੁੰਨ ਖੱਟਦਾ ਹੈ ਨਾ, ਮੈਂ ਲੋਕਾਂ ਦੀ ਹੈਲਪ ਕਰਦਾ ਹੈ ਨਾ, ਠੀਕ ਹੈ। ਅਤੇ ਰਹਿ ਗਈ ਗੱਲ ਹੈ ਨਾ ਪੰਜਾਬ ਦੀ ਅਹਿਮੀਅਤ ਦੀ, ਓਬਵੀਅਸਲੀ ਗੱਲ ਹੈ। ਅਤੇ ਯਾਦ ਤਾਂ ਆਈ, ਅਤੇ ਆ ਕੇ ਜਦੋਂ ਫਿਰ ਆਪਣਾ ਇੱਕ ਵਾਰੀ ਵੀ ਪੰਜਾਬ ਦੀ ਹਵਾ 'ਚ ਐਂਟਰ ਕੀਤੇ ਕੀਰਤਪੁਰ ਸਾਹਿਬ, ਤਾਂ ਉਹ ਹਵਾ ਪਹਿਲਾਂ ਨਾਲੋਂ ਲੱਗਿਆ ਕਿ ਵਾਕਈ ਯਾਰ ਵੀ ਠੀਕ ਹੈ, ਸਾਡੇ ਕੋਲ ਇੱਥੇ ਪਹਾੜ ਨਹੀਂ ਹੈ, ਸਾਡੇ ਕੋਲ ਇੱਕ ਵਿਊ ਨਹੀਂ ਹੈ ਦੇਖਣ ਨੂੰ, ਬਟ ਨਹੀਂ ਇੱਕ ਸਾਡਾ ਵੈਸੇ ਜਿਹੜਾ ਹੈਗਾ ਵਿਜ਼ਨ ਸਾਡੇ ਲੋਕਾਂ ਦਾ ਜਾਂ ਜਜ਼ਬਾਤ ਸਾਡੇ ਲੋਕਾਂ ਦੇ, ਉਹ ਬੜੇ ਲੋਕਾਂ ਤੋਂ, ਬੜੀ ਦੁਨੀਆ ਤੋਂ ਉੱਪਰ ਨੇ। ਪੰਜਾਬ ਔਰ ਪੰਜਾਬੀਅਤ ਜਿਹੜੀ ਹੈਗੀ ਹੈ ਉਹ ਹਮੇਸ਼ਾ ਮੇਰੇ ਹਿਸਾਬ ਨਾਲ ਜਿੰਦਾਬਾਦ ਹੈ ਔਰ ਜਿੰਦਾਬਾਦ ਰਹੇਗੀ ਜੀ। ਬਹੁਤ ਬਹੁਤ ਸ਼ੁਕਰੀਆ ਬਾਈ, ਬਹੁਤ ਧੰਨਵਾਦ। ਤੇ ਤੁਸੀਂ ਆਪਣਾ ਐਕਸਪੀਰੀਅੰਸ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸ਼ੇਅਰ ਕੀਤਾ। ਸੋ ਇਹ ਕਹਾਣੀ ਆ ਬਾਈ ਜਰਨੈਲ ਸਿੰਘ ਉਹਨਾਂ ਦੀ, ਤੇ ਅਨੇਕਾਂ ਹੋਰ ਸੂਬਿਆਂ ਦੇ ਵਿੱਚ ਫਸੇ ਉਹਨਾਂ ਪੰਜਾਬੀ ਲੋਕਾਂ ਦੀ, ਜਿਹੜੇ ਜਾਂ ਕਿਸੇ ਕੰਮ ਦੇ ਲਈ ਜਾਂ ਘੁੰਮਣ ਫਿਰਨ ਦੇ ਲਈ ਗਏ ਸੀ, ਪਰ ਮੁਸ਼ਕਲ ਨੇ ਉਹਨਾਂ ਨੂੰ ਘੇਰ ਲਿਆ। ਸਾਡਾ ਇਹ ਵੀਡੀਓ ਕਰਨ ਦਾ ਮਕਸਦ ਇਹ ਨਹੀਂ ਕਿ ਤੁਸੀਂ ਹਿਮਾਚਲ ਦੇ ਲੋਕਾਂ ਦੇ ਨਾਲ ਜਾਂ ਕਿਸੇ ਹੋਰ ਸੂਬੇ ਦੇ ਲੋਕਾਂ ਦੇ ਨਾਲ ਇਹ ਵੀਡੀਓ ਦੇਖਣ ਤੋਂ ਬਾਅਦ ਨਫ਼ਰਤ ਕਰੋ, ਪਰ ਸਾਡਾ ਕੋਸ਼ਿਸ਼ ਇਹ ਆ ਕਿ ਜਿਹੜੇ ਸਵਾਲ ਕਰਦੇ ਨੇ ਕਿ ਕੀ ਫਰਕ ਆ ਪੰਜਾਬ ਦਾ ਬਾਕੀ ਸੂਬਿਆਂ ਦੇ ਨਾਲੋਂ, ਇਸ ਵੀਰ ਦੀਆਂ ਗੱਲਾਂ ਸੁਣਨ ਤੋਂ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਸਿਰਫ ਤੇ ਸਿਰਫ ਇਹੀ ਫਰਕ ਆ ਪੰਜਾਬ ਦਾ ਹੋਰ ਸੂਬਿਆਂ ਦੇ ਨਾਲੋਂ, ਕਿ ਜਦੋਂ ਕੋਈ ਮੁਸੀਬਤ ਪੰਜਾਬ ਦੇ ਵਿੱਚ ਪੈਂਦੀ ਆ ਤਾਂ ਜ਼ਰੂਰਤ ਦੀਆਂ ਚੀਜ਼ਾਂ ਦੇ ਲੰਗਰ ਪੰਜਾਬ ਦੇ ਵਿੱਚ ਲੋਕਾਂ ਦੇ ਵੱਲੋਂ ਲਗਾ ਦਿੱਤੇ ਜਾਂਦੇ ਨੇ, ਤੇ ਉਹੀ ਚੀਜ਼ਾਂ ਦੇ ਰੇਟ ਅਸਮਾਨੀ ਹੋਰ ਸੂਬਿਆਂ ਦੇ ਵਿੱਚ ਚੜ੍ਹ ਜਾਂਦੇ ਨੇ। ਸ਼ਾਇਦ ਇਹੀ ਖੂਬੀ ਆ ਜਿਹੜੀ ਪੰਜਾਬ ਨੂੰ ਹੋਰ ਦੇਸ਼ ਦੇ ਨਾਲੋਂ ਜਾਂ ਹੋਰ ਸੂਬਿਆਂ ਦੇ ਨਾਲੋਂ ਵਿਲੱਖਣ ਬਣਾਉਂਦੀ ਆ। ਕੈਮਰਾਮੈਨ ਸਾਥੀ ਅਮਨ ਦੇ ਨਾਲ ਸੰਸਾਰਦੀਪ ਸਿੰਘ, RMB ਟੈਲੀਵਿਜ਼ਨ, ਮੋਹਾਲੀ।